ਭਗਤ ਪੂਰਨ ਸਿੰਘ ਦੀ ਪੁਸਤਕ ਕਹਾਣੀਆਂ ਦਾ ਅਗਲਾ ਲੇਖ ਹੈ ਰੈੱਡ ਕਰਾਸ ਵਾਰਡ ਕੋਡ ਦਸੰਬਰ 1948। ਸੰਨ 1948 ਦੇ ਮਹੀਨਾ ਦਸੰਬਰ 'ਚ ਮੈਂ ਉਸ ਵੇਲੇ ਤੱਕ ਇਕੱਠੇ ਹੋਏ 13 ਦੇ ਕਰੀਬ ਅਪਾਹਜਾਂ ਤੇ ਰੋਗੀਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਹਸਪਤਾਲ ਦੇ ਸਾਹਮਣੇ ਬੋਰਡ ਦੇ ਹੇਠੋਂ ਚੁੱਕ ਕੇ ਉਸ ਖੁੱਲੀ ਥਾਂ ਤੇ ਲੈ ਗਿਆ ਸਾਂ ਜਿਸ ਥਾਂ ਤੇ ਅੱਜ ਕੱਲ੍ਹ ਰੈੱਡ ਕਰਾਸ ਵਾਰਡ ਬਣੀ ਹੋਈ ਹੈ। ਉਸ ਥਾਂ ਦੇ ਨਾਲ ਕੋਠੀ ਵੀ ਖਾਲੀ ਪਈ ਸੀ। ਉਹ ਥਾਂ ਤੇ ਕੋਠੀ ਪਾਕਿਸਤਾਨ ਨੂੰ ਚਲੇ ਗਏ ਮੁਸਲਮਾਨਾਂ ਦੇ ਛੱਡੇ ਹੋਏ ਨਿਕਾਸੀ ਥਾਂ ਸਨ। ਉਸ ਥਾਂ ਨੂੰ ਮੱਲੇ ਨੂੰ ਜਦ ਮੈਨੂੰ ਕੁਝ ਮਹੀਨੇ ਹੋਏ ਤਾਂ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਡਾਕਟਰ ਗੋਪੀ ਚੰਦ ਨੂੰ ਹਸਪਤਾਲ ਆਉਣਾ ਪੈ ਗਿਆ ਸੀ। ਮੇਰਾ ਉਹਨਾਂ ਨਾਲ ਲਾਹੌਰ ਸ਼ਹਿਰ ਦਾ ਪਿਆਰ ਸਤਿਕਾਰ ਬਣਿਆ ਹੋਇਆ ਸੀ। ਮੈਂ ਉਹਨਾਂ ਨੂੰ ਆਪਣੇ ਡੇਰੇ ਤੇ ਲੈ ਗਿਆ। ਉਹਨਾਂ ਦੇ ਨਾਲ ਉਸ ਵੇਲੇ ਦਾ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਸਰਦਾਰ ਨਰਿੰਦਰ ਸਿੰਘ ਵੀ ਸੀ। ਡਾਕਟਰ ਜੀ ਮਹਾਤਮਾ ਗਾਂਧੀ ਦੇ ਖੱਦਰ ਦੇ ਪ੍ਰਚਾਰ ਦੇ ਬੜੇ ਸਮਰਥਕ ਸਨ। ਡਾਕਟਰ ਜੀ ਨੇ ਡਿਪਟੀ ਕਮਿਸ਼ਨਰ ਨੂੰ ਕਹਿ ਦਿੱਤਾ ਸੀ ਕਿ ਉਹ ਮੈਨੂੰ ਸਰਕਾਰੀ ਨਿਕਾਸੀ ਜ਼ਮੀਨ ਤੋਂ ਬਾਹਰ ਨਾ ਕੱਢੇ। ਮੈਂ ਲਾਲਾ ਜਗਤ ਨਾਰਾਇਣ ਨੂੰ ਉੱਥੇ ਲੈ ਕੇ ਗਿਆ। ਉਹ ਮਹਿਕਮਾ ਸਿਹਤ ਦਾ ਵਜ਼ੀਰ ਸੀ। ਉਹਨੇ ਹੀ ਉਸ ਥਾਂ ਉੱਤੇ ਰੈੱਡ ਕਰਾਸ ਵਾਰਡ ਬਣਾਉਣਾ ਸੀ। ਉਹਨੇ ਵੀ ਡਿਪਟੀ ਕਮਿਸ਼ਨਰ ਨੂੰ ਕਹਿ ਦਿੱਤਾ ਕਿ ਜਦ ਤੱਕ ਪਿੰਗਲਵਾੜੇ ਨੂੰ ਹੋਰ ਜਗ੍ਹਾ ਨਾ ਦਿੱਤੀ ਜਾਵੇ ਉਦੋਂ ਤੱਕ ਉੱਥੋਂ ਪਿੰਗਲਵਾੜਾ ਨਾ ਉਠਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਹੁਸੈਨਪੁਰੇ ਫਾਟਕ ਲਾਗੇ ਸਿਨਮੇ ਦੀ ਇਮਾਰਤ ਖਾਲੀ ਕਰਵਾ ਦਿੱਤੀ ਸੀ ਜਿਸ ਵਿੱਚ ਰਫਿਊਜੀ ਬੈਠੇ ਸਨ। ਰਾਏ ਬਹਾਦਰ ਰਤਨ ਚੰਦ ਦੇ ਖਾਨਦਾਨ ਨੇ ਆਪਣੀ ਸਰਾਂ ਮੁਫਤ ਦੇ ਦਿੱਤੀ। ਕੁਝ ਜਗ੍ਹਾ ਰਾਮ ਤਲਾਈ ਦੀ ਸਰਾਂ ਵਿੱਚ ਲੰਗਰ ਲਈ ਮਿਲੀ। ਹਸਪਤਾਲ ਦੇ ਲਾਗੇ ਦੀ ਜਗ੍ਹਾ 'ਚ 1 ਜਾਂ 2 ਤਪਦਿਕ ਦੇ ਰੋਗੀ ਵੀ ਦਾਖਲ ਕੀਤੇ ਗਏ ਸਨ। ਉਸ ਥਾਂ ਦੇ ਲਾਗੇ ਰਾਮਬਾਗ 'ਚ ਸ਼ਹਿਰ ਦੇ ਅਮੀਰ ਬੰਦਿਆਂ ਦਾ ਲੰਬਜ਼ਡਨ ਕਲੱਬ ਹੈ ਜਿਸ ਵਿੱਚ ਉਹ ਆਪਣੇ ਸ਼ਾਮ ਦੇ ਸਮੇਂ ਨੂੰ ਰਾਤ ਦੇ ਵੇਲੇ ਤੱਕ ਦਿਲ ਪਰਚਾਵੇ 'ਚ ਖਰਚ ਕਰਦੇ ਹਨ। ਜਦ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਮੈਂ ਤਪਦਿਕ ਦੇ ਰੋਗੀ ਵੀ ਰੱਖਦਾ ਤਾਂ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਉਹ ਮੈਨੂੰ ਉਸ ਥਾਂ ਉੱਤੇ ਤਪਦਿਕ ਦੇ ਰੋਗੀ ਰੱਖਣ ਤੋਂ ਰੋਕੇ। ਸਿਨਮੇ ਦੀ ਇਮਾਰਤ ਤੇ ਰਤਨ ਚੰਦ ਦੀ ਸਰਾਂ ਅਪਾਹਜਾਂ ਲਈ ਦੇ ਦਿੱਤੀਆਂ ਗਈਆਂ ਤਾਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਂ ਤਪਦਿਕ ਦੇ ਰੋਗੀ ਨਹੀਂ ਰੱਖ ਸਕਦਾ। ਮੈਂ ਉੱਤਰ ਦਿੱਤਾ ਕਿ ਮੈਂ ਗੱਲ ਮੰਨਣ ਨੂੰ ਤਿਆਰ ਨਹੀਂ ਹਾਂ। ਇਹ ਗੱਲ ਮੈਂ ਡਾਕਟਰ ਵਿਗ, ਡਾਕਟਰ ਤੁਲਸੀਦਾਸ, ਡਾਕਟਰ ਗੋਪਾਲ ਦਾਸ, ਸ੍ਰੀ ਪਦਮ ਚੰਦ ਭੰਡਾਰੀ ਦੇ ਸਾਹਮਣੇ ਕਹੀ ਕਿ ਜਿੱਥੇ ਵੀ ਕੋਈ ਤਪਦਿਕ ਦਾ ਰੋਗੀ ਸੜਕ 'ਚ ਪਿਆ ਹੋਏਗਾ ਉੱਥੇ ਹੀ ਉਹਨੂੰ ਮੈਂ ਸੰਭਾਲਾਂਗਾ। ਪਦਮ ਚੰਦ ਭੰਡਾਰੀ ਮਿਊਨਿਸਪਲ ਕਮੇਟੀ ਦਾ ਐਗਜ਼ੈਕਟਿਵ ਅਫਸਰ ਸੀ। ਉਹਨੇ ਕਿਹਾ ਕਿ ਡਿਪਟੀ ਕਮਿਸ਼ਨਰ ਸਾਹਿਬ ਭਗਤ ਪੂਰਨ ਸਿੰਘ ਦੀ ਗੱਲ ਮੰਨੀ ਜਾਣ ਵਾਲੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਮਿਊਨਿਸਪਲ ਕਮੇਟੀ ਵਾਲੇ ਪਿੰਗਲਵਾੜੇ ਲਈ ਨਵੀਂ ਇਮਾਰਤ ਬਣਵਾ ਦਈਏ ਜਿੱਥੇ ਭਗਤ ਪੂਰਨ ਸਿੰਘ ਤਪਦਿਕ ਦੇ ਰੋਗੀ ਰੱਖ ਸਕੇ। ਮੈਨੂੰ ਡੀਸੀ ਨੇ ਪੁੱਛਿਆ ਕਿ 10 ਪੂਰਨ ਸਿੰਘ ਕਿੰਨੇ ਤਪਦਿਕ ਦੇ ਰੋਗੀਆਂ ਲਈ ਜਗ੍ਹਾ ਚਾਹੁੰਦਾ ਹੈ। ਮੈਂ ਕਿਹਾ 10 ਰੋਗੀਆਂ ਲਈ। ਪਦਮ ਚੰਦ ਭੰਡਾਰੀ ਨੇ ਕਿਹਾ ਕਿ ਅਸੀਂ 5 ਕਮਰੇ ਬਣਵਾ ਦਿੰਦੇ ਹਾਂ। ਮਿਊਨਿਸਪਲ ਕਮੇਟੀ ਨੇ 5 ਕਮਰੇ ਬਣਵਾ ਦਿੱਤੇ। ਉਹਨਾਂ 'ਚ 20 ਰੋਗੀ ਆ ਸਕਦੇ ਸਨ। ਸੰਨ 1950 'ਚ ਅਸੀਂ ਸਿਨਮੇ ਦੀ ਇਮਾਰਤ ਵਿੱਚ ਗਏ ਹੋਵਾਂਗੇ ਕਿ ਉਸ ਇਮਾਰਤ ਦੀ ਬੋਲੀ ਦਾ ਵੇਲਾ ਸੰਨ 1955 'ਚ ਆ ਗਿਆ। ਉਹ ਇਮਾਰਤ ਕਿਸੇ ਪਾਸ ਗਹਿਣੀ ਸੀ। ਲੁਧਿਆਣਾ ਦੇ ਇੱਕ ਥਾਪਰ ਨੌਜਵਾਨ ਦੀ ਬੋਲੀ 35,000 ਰੁਪਏ ਦੀ ਹੋ ਗਈ। ਉਹਨੇ 10,000 ਰੁਪਇਆ ਸਰਕਾਰ ਨੂੰ ਦੇ ਦਿੱਤਾ। ਜਦੋਂ ਇਮਾਰਤ ਦੇ ਅੰਦਰ ਆਇਆ ਤਾਂ ਮੈਂ ਉਹਨੂੰ ਕਿਹਾ ਕਿ ਤੂੰ ਬੋਲੀ ਦਿੱਤੀ ਹੈ, ਅਸਾਂ ਤਾਂ ਬਾਹਰ ਨਿਕਲਣਾ ਨਹੀਂ, ਤੂੰ ਕੀ ਕਰੇਂਗਾ? ਕਿ ਪੁਲਿਸ ਤੋਂ ਅਪਾਹਜਾਂ ਨੂੰ ਬਾਹਰ ਕਢਾਏਂਗਾ? ਉਹ ਦਇਆਵਾਨ ਨੌਜਵਾਨ ਸੀ। ਉਹਨੇ ਕਿਹਾ ਕਿ ਮੈਂ ਤਾਂ ਇਹ ਪਾਪ ਨਹੀਂ ਕਰਾਂਗਾ, ਬਲਕਿ ਆਪਣਾ ਰੁਪਈਆ ਵਾਪਸ ਲੈ ਲਵਾਂਗਾ। ਇਹ ਫੈਸਲਾ ਕਰਕੇ ਪਿੱਛੇ ਹਟ ਗਿਆ। ਸਿਨੇਮੇ ਦਾ ਲਾਇਸੈਂਸ ਹੋ ਚੁੱਕਾ ਹੋਇਆ ਸੀ, ਇਸ ਲਈ ਗਾਹਕਾਂ ਨੂੰ ਲਾਲਚ ਸੀ ਕਿ ਸਿਨੇਮਾ ਚੱਲੇ। ਇੱਕ ਲਾਲੇ ਨੇ ਉਜਰਦਾਰੀ ਕਰ ਦਿੱਤੀ ਕਿ ਸਿਨੇਮਾ ਘੱਟ ਕੀਮਤ 'ਤੇ ਵਿਕਿਆ ਦੁਬਾਰਾ ਬੋਲੀ ਹੋਵੇ। ਮੈਨੂੰ ਡਰ ਪੈ ਗਿਆ ਕਿਉਂਕਿ ਸਿਨੇਮੇ 'ਚ 90 ਦੇ ਕਰੀਬ ਅਪਾਹਜ ਸਨ। ਦਾਨ 12,000 ਆਉਣ ਲੱਗ ਪਿਆ ਸੀ। ਜਿਉਂ-ਜਿਉਂ ਅਪਾਹਜਾਂ ਦੇ ਰੋਗੀਆਂ ਦੀ ਗਿਣਤੀ ਵੱਧਦੀ ਜਾਂਦੀ ਸੀ ਤਿਉਂ-ਤਿਉਂ ਦਾਨ ਵੱਧਦਾ ਗਿਆ ਸੀ। ਪਿੰਗਲਵਾੜੇ ਦੀ ਕੋਈ ਕਮੇਟੀ ਨਹੀਂ ਬਣੀ ਹੁੰਦੀ ਸੀ। ਮੈਂ ਇਕੱਲਾ ਹੀ ਪ੍ਰਬੰਧ ਕਰਦਾ ਸੀ। ਇਮਾਰਤ ਦੀ ਬੋਲੀ 35,000 ਇਸ ਲਈ ਹੋਈ ਸੀ ਕਿਉਂਕਿ ਉਸ ਵਿੱਚ ਪਿੰਗਲਵਾੜਾ ਚੱਲ ਰਿਹਾ ਸੀ। ਪਿੰਗਲਵਾੜੇ ਦੇ ਕਾਰਨ ਲੋਕੀ ਬੋਲੀ ਦੇਣ ਨਾ ਆਏ ਤੇ ਨਾ ਬੋਲੀ ਚੜ੍ਹੀ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ 'ਚ ਗਿਆ। ਉੱਥੇ ਜਾ ਕੇ ਮੈਂ ਗਿਆਨੀ ਹਰਚੰਦ ਸਿੰਘ ਵਡਿਆਰਾ ਨੂੰ ਮੀਟਿੰਗ ਵਿੱਚੋਂ ਬਾਹਰ ਬੁਲਾਇਆ। ਉਹਨੂੰ ਮੈਂ ਕਿਹਾ ਕਿ ਮੇਰਾ ਆਸ਼ਰਮ ਦਿਨ ਪ੍ਰਤੀ ਦਿਨ ਉੱਨਤੀ ਕਰਦਾ ਜਾ ਰਿਹਾ। ਜਿਉਂ-ਜਿਉਂ ਅਪਾਹਜਾਂ ਦੀ ਗਿਣਤੀ ਵੱਧਦੀ ਜਾਂਦੀ ਹੈ ਤਿਉਂ-ਤਿਉਂ ਦਾਨ ਦੀ ਆਮਦਨ ਵੀ ਵੱਧਦੀ ਜਾ ਰਹੀ ਹੈ। ਪਰ ਇਮਾਰਤ ਵਾਲਾ ਮਾਮਲਾ ਬੜਾ ਚਿੰਤਾ ਵਾਲਾ ਹੈ। ਇਮਾਰਤ ਲਈ ਘੱਟੋ-ਘੱਟ 50,000 ਰੁਪਇਆ ਚਾਹੀਦਾ ਹੈ। ਇਹ ਰਕਮ ਇਕੱਠੀ ਨਹੀਂ ਹੋ ਸਕਦੀ। ਖਰਚਾ ਨਾਲ ਦੀ ਨਾਲ ਚੱਲ ਰਿਹਾ ਹੈ, ਸਗੋਂ ਕਰਜ਼ਾ ਹੀ ਸਿਰ 'ਤੇ ਰਹਿੰਦਾ ਹੈ, ਆਟੇ ਦਾਲਾਂ ਦਾ। ਜੇਕਰ ਆਪ ਨੇ ਮੇਰਾ ਇਮਾਰਤ ਦਾ ਮਸਲਾ ਹੱਲ ਨਾ ਕੀਤਾ ਤਾਂ ਸੰਸਥਾ ਦਾ ਪ੍ਰਬੰਧ ਮੇਰੇ ਹੱਥੋਂ ਨਿਕਲ ਜਾਏਗਾ ਤੇ ਸ਼ਹਿਰ ਦੇ ਰਾਜਸੀ ਬੰਦੇ ਇਮਾਰਤ ਦਾ ਮਾਮਲਾ ਹੱਲ ਕਰਕੇ ਸੰਸਥਾ ਦੇ ਪ੍ਰਬੰਧ 'ਤੇ ਕਬਜ਼ਾ ਕਰਨ ਲਈ ਤਿਆਰ ਹੋਣਗੇ।
ਸਾਰੀ ਗੱਲ 3 ਮਿੰਟਾਂ 'ਚ ਹੋਈ ਹੋਵੇਗੀ। ਗਿਆਨੀ ਕਰਤਾਰ ਸਿੰਘ ਨੂੰ ਵੀ ਬਾਹਰ ਬੁਲਾਇਆ ਗਿਆ। ਉਹਨਾਂ ਦੋਹਾਂ ਜਣਿਆਂ ਨੇ ਮਾਸਟਰ ਜੀ ਨੂੰ ਬਾਹਰ ਬੁਲਾਇਆ। ਤਿੰਨਾਂ ਲੀਡਰਾਂ ਨੇ 5 ਮਿੰਟਾਂ ਤੋਂ ਘੱਟ ਸਮੇਂ 'ਚ 50,000 ਰੁਪਈਆ ਜੁਗੋ ਜੁਗ ਅਟਲ ਸ੍ਰੀ ਦਰਬਾਰ ਸਾਹਿਬ ਦੇ ਖਜ਼ਾਨੇ ਵਿੱਚੋਂ ਪ੍ਰਵਾਨ ਕਰ ਦਿੱਤਾ। ਤਿੰਨੇ ਲੀਡਰ ਕਮੇਟੀ ਦੀ ਇਕੱਤਰਤਾ ਵਿੱਚ ਗਏ ਤੇ 50,000 ਰੁਪਏ ਦਾ ਮਤਾ ਪ੍ਰਵਾਨ ਕਰ ਦਿੱਤਾ। ਜਦ ਸਿਨੇਮੇ ਦੀ ਇਮਾਰਤ ਦੀ ਦੂਜੀ ਵਾਰ ਬੋਲੀ ਹੋਈ, ਇਸ ਕੋਠੀ ਦੇ ਵਿੱਚ ਰਹਿੰਦੇ ਹੋਏ ਮੇਰੀ ਮੁਲਾਕਾਤ ਇੱਕ ਵਕੀਲ ਨਾਲ ਹੋਈ। ਇਸ ਵਕੀਲ ਨੂੰ ਜਲੰਧਰ 'ਚ ਆਪਣੇ ਰਹਿਣ ਲਈ ਮਕਾਨ ਮਿਲ ਚੁੱਕਾ ਸੀ। ਉੱਥੇ ਹੀ ਉਹ ਰਹਿੰਦਾ ਸੀ, ਪਰ ਸੰਸਾਰ ਦੇ ਅਨੇਕਾਂ ਬੰਦੇ ਲਾਲਚ ਫਸੇ ਰਹਿੰਦੇ ਹਨ ਤੇ ਸਮਾਜ ਵੱਲੋਂ ਅੱਖਾਂ ਮੀਟ ਕੇ ਜਿਉਂਦੇ ਰਹਿੰਦੇ ਹਨ। ਉਸ ਵਕੀਲ ਦੇ ਹਿਰਦੇ 'ਚ ਦਇਆ ਦਾ ਭਾਵ ਘੱਟ ਸੀ, ਨਹੀਂ ਤਾਂ ਜਿਸ ਬੰਦੇ ਦੇ 2 ਪੁੱਤਰ ਡਿਪਟੀ ਕਮਿਸ਼ਨਰ ਹੋਣ, ਉਹਨੂੰ ਲਾਲਚ ਕਰਨ ਦੀ ਲੋੜ ਕੀ ਸੀ। ਜਿਸ ਬੰਦੇ ਦੇ ਹਿਰਦੇ 'ਚ ਰੱਬ ਦਾ ਡਰ ਹੁੰਦਾ, ਉਹ ਸਭਨਾਂ ਜੀਆਂ 'ਚ ਰੱਬ ਵਸਦਾ ਦੇਖਦਾ, ਇਸ ਲਈ ਉਹ ਕਿਸੇ ਨਾਲ ਅਨਿਆਂ ਕਰਨ ਤੋਂ ਡਰਦਾ। ਬੁੱਚੜਖਾਨਿਆਂ 'ਚ ਪਸ਼ੂਆਂ ਤੇ ਹੋਣ ਵਾਲੇ ਕਹਿਰਾਂ ਦੀਆਂ ਕਹਾਣੀਆਂ ਸੁਣ ਕੇ ਮੈਂ 50 ਸਾਲਾਂ ਦਾ ਸਮਾਂ ਚਮੜੇ ਦੀ ਜੁੱਤੀ ਨਾ ਪਹਿਨੀ ਤੇ ਲੱਕੜ ਦੀਆਂ ਖੜਾਵਾਂ ਪਹਿਨਦਾ ਰਿਹਾ ਸੀ। ਉਹਨਾਂ ਦਿਨਾਂ 'ਚ ਮੇਰੇ ਪੈਰਾਂ ਵਿੱਚ ਲੱਕੜ ਦੀਆਂ ਖੜਾਵਾਂ ਹੁੰਦੀਆਂ ਸਨ, ਸਿਰ ਤੇ ਜਟਾਂ ਬੱਝੀਆਂ ਹੋਈਆਂ ਸਨ। ਮੈਂ ਇੱਕ ਕਛਹਿਰਾ ਪਹਿਨਦਾ ਸਾਂ ਤੇ ਪਿੰਡੇ ਤੇ ਫੁਲਕਾਰੀ ਜਾਂ ਚਾਦਰ ਓੜ੍ਹਦਾ ਸਾਂ। ਇੱਕ ਰੋਗੀ ਬੱਚੇ ਨੂੰ ਮੈਂ ਕਦੇ-ਕਦੇ ਗੋਦੀ 'ਚ ਚੁੱਕੀ ਫਿਰਿਆ ਕਰਦਾ ਸਾਂ। ਵਕੀਲ ਨੇ ਮੈਨੂੰ ਮੰਗਤਾ ਸਮਝਿਆ ਸੀ, ਇਸ ਲਈ ਉਹਨੇ ਮੈਨੂੰ ਕਿਹਾ ਕਿ ਮੈਂ ਉਸ ਕੋਠੀ ਵਿੱਚੋਂ ਆਪਣਾ ਡੇਰਾ ਚੁੱਕ ਲਵਾਂ। ਪਰ ਗੁਰਦੁਆਰਾ ਡੇਰਾ ਸਾਹਿਬ ਦੀ ਛਤਰ ਛਾਇਆ ਹੇਠ ਰਹਿੰਦਿਆਂ ਹੋਇਆਂ ਮੈਂ ਆਪਣਾ ਜੀਵਨ ਸੰਨ 1927 'ਚ ਮਹਾਤਮਾ ਗਾਂਧੀ ਦੇ ਪਿੰਡਾਂ ਦੀ ਘਰੇਲੂ ਦਸਤਕਾਰੀ, ਜਿਵੇਂ ਹੱਥ ਦੇ ਕੱਤੇ ਹੋਏ, ਹੱਥ ਦੇ ਬੁਣੇ ਹੋਏ ਕੱਪੜੇ ਦੀ ਅੰਗਰੇਜ਼ੀ ਸਰਕਾਰ ਵੱਲੋਂ ਹੋਈ ਤਬਾਹੀ ਦੇ ਲੇਖਾਂ ਨੂੰ ਪੜ੍ਹ ਕੇ ਦੇਸ਼ ਵਾਸੀਆਂ ਨੂੰ ਜਗਾਉਣ ਲਈ ਜੀਵਨ ਅਰਪਣ ਕੀਤਾ ਸੀ, ਤਾਂ ਜੋ ਪਿੰਡਾਂ ਦੀ ਬੇਕਾਰੀ ਤੇ ਗਰੀਬੀ ਨੂੰ ਦੂਰ ਕਰਨ ਲਈ ਆਪਣਾ ਕਰਤੱਵ ਪਛਾਣਨ। ਮੈਂ ਧੜਕਦੇ ਹੋਏ ਦਿਲ ਨਾਲ ਸੰਨ 1920 ਤੋਂ ਲੈ ਕੇ ਸੁਤੰਤਰਤਾ ਦੀ ਪ੍ਰਾਪਤੀ ਦੇ ਸਮੇਂ 15 ਅਗਸਤ 1947 ਤੱਕ ਸੁਤੰਤਰਤਾ ਅੰਦੋਲਨ ਨੂੰ ਦੇਖਿਆ ਸੀ ਤੇ ਕਿਸੇ ਹੱਦ ਤੱਕ ਉਸ 'ਚ ਹਿੱਸਾ ਵੀ ਲਿਆ ਸੀ। ਮੈਂ ਉਹਨੂੰ ਕਿਹਾ ਕਿ ਉਸ ਅੰਦੋਲਨ 'ਚ ਤੂੰ ਅੰਗਰੇਜ਼ੀ ਸਰਕਾਰ ਦਾ ਝੋਲੀ ਚੁੱਕ ਰਿਹਾ। ਚੁੱਪ ਕਰ, ਅਕਲ ਕਰ, ਵਿਚਾਰ ਕਰ, ਤੂੰ ਮੈਨੂੰ ਇੱਥੋਂ ਨਹੀਂ ਕੱਢ ਸਕਦਾ। ਜਿਸ ਤਰ੍ਹਾਂ ਮੈਂ ਉਸ ਸਮੇਂ ਮੰਗਤਾ ਦਿਸਦਾ ਸਾਂ, ਜੇ ਕਿਤੇ ਮੈਂ ਪੜ੍ਹਿਆ ਲਿਖਿਆ ਨਾ ਹੁੰਦਾ ਤਾਂ 2 ਡਿਪਟੀ ਕਮਿਸ਼ਨਰ ਪੁੱਤਰਾਂ ਵਾਲੇ ਉਸ ਬੰਦੇ ਨੇ ਮੈਨੂੰ ਉਸ ਕੋਠੀ 'ਚੋਂ ਬਾਹਰ ਕੱਢ ਦੇਣਾ ਸੀ। ਮੈਨੂੰ ਤਾਂ ਉਸ ਸਮੇਂ ਦਾ ਮੁੱਖ ਮੰਤਰੀ ਡਾਕਟਰ ਗੋਪੀ ਚੰਦ ਵੀ ਜਾਣਦਾ ਸੀ ਤੇ ਮੇਰਾ ਸਤਿਕਾਰ ਕਰਦਾ ਸੀ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਉਸ ਸਮੇਂ ਦੇ ਸਿੱਖ ਪੰਥ ਦੇ ਸਭ ਤੋਂ ਵੱਡੇ ਅਕਾਲੀ ਆਗੂ ਸ੍ਰੀਮਾਨ ਮਾਸਟਰ ਤਾਰਾ ਸਿੰਘ ਜੀ ਵੀ ਮੈਨੂੰ ਜਾਣਦੇ ਸਨ ਤੇ ਮੇਰਾ ਸਤਿਕਾਰ ਕਰਦੇ ਸਨ। ਦੇਸ਼ ਦੀ ਵੰਡ ਦੇ ਪਿੱਛੋਂ ਲੂਲੇ ਦੇ ਕਾਰਨ ਉਹਨਾਂ ਮੈਨੂੰ ਆਪਣੇ ਪਾਸ ਰਹਿਣ ਲਈ ਕਿਹਾ ਸੀ, ਪਰ ਮੈਂ ਨਹੀਂ ਮੰਨਿਆ ਸੀ। ਅਨੇਕਾਂ ਜਿਹੀਆਂ ਔਕੜਾਂ ਦੇ ਹੁੰਦਿਆਂ ਇਹ ਕਾਰਜ ਦੇਸ਼ ਦੀ ਵੰਡ ਤੇ ਪਿੱਛੋਂ ਗੁਰੂ ਕੀ ਨਗਰੀ ਵਿੱਚ ਆਰੰਭ ਹੋਣ ਤੇ ਗੁਰੂ ਦੀ ਓਟ ਹੇਠ ਚੱਲਣ ਦੇ ਕਾਰਨ ਸਫਲ ਹੋਇਆ। ਦੇਸ਼ ਦੀ ਧਰਤੀ, ਹਵਾ ਤੇ ਪਾਣੀ ਤਬਾਹ ਹੋ ਰਹੇ ਹਨ। ਪਿਛਲੇ 4-5 ਸਾਲਾਂ 'ਚ ਸੋਕਾ ਦੇਸ਼ ਦੀਆਂ ਅਨੇਕਾਂ ਰਿਆਸਤਾਂ 'ਚ ਛਾਇਆ ਰਿਹਾ ਹੈ। ਲੋਕੀ ਭੁੱਖ ਤੇ ਪਿਆਸ ਨਾਲ ਮਰਦੇ ਰਹੇ ਹਨ। ਅਨੇਕਾਂ ਹੋਰ ਕਹਿਰ ਦੇਸ਼ 'ਚ ਹੋ ਰਹੇ ਹਨ। ਅਨੇਕਾਂ ਮੁਸੀਬਤਾਂ ਲੋਕੀ ਗਲਤ ਰਿਵਾਜ਼ਾਂ ਦੇ ਕਾਰਨ ਭੋਗ ਰਹੇ ਹਨ। ਅਨੇਕਾਂ ਜ਼ੁਲਮ ਬੰਦਿਆਂ ਤੇ ਪਸ਼ੂਆਂ ਨਾਲ ਹੋ ਰਹੇ ਹਨ। ਮੈਨੂੰ ਇਹਨਾਂ ਸਾਰੀਆਂ ਸਮੱਸਿਆਵਾਂ ਬਾਰੇ ਲੋੜੀਂਦਾ ਗਿਆਨ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ ਦੇ ਅਖਬਾਰਾਂ, ਸਪਤਾਹਿਕ, ਮਾਸਿਕ ਪੱਤਰਾਂ ਤੇ ਪੁਸਤਕਾਂ ਵਿੱਚੋਂ ਵੀ ਪ੍ਰਾਪਤ ਕਰਨਾ ਪੈਂਦਾ ਹੈ ਤੇ ਲੇਖ ਵੀ ਲਿਖਣੇ ਪੈਂਦੇ ਹਨ। ਇਸ ਲਈ ਪਤਾ ਨਹੀਂ ਕਦੋਂ ਮੈਨੂੰ ਆਪਣੇ ਜੀਵਨ ਦੀਆਂ ਹੋਰ ਕਹਾਣੀਆਂ ਲਿਖਣ ਦਾ ਅਵਸਰ ਮਿਲੇ, ਪਰ ਇਸ ਕਿਤਾਬਚੇ ਨੂੰ ਸਮਾਪਤ ਕਰਦਿਆਂ ਹੋਇਆਂ ਆਪਣੇ ਜੀਵਨ ਦੀ ਇਸ ਆਸ਼ਚਰਜਨਕ ਕਹਾਣੀ ਲਿਖਣ ਦਾ ਖਿਆਲ ਮੈਨੂੰ ਆਇਆ ਹੈ। ਉਹ ਕਹਾਣੀ ਸੰਨ 1949 ਦੀ ਹੋਏਗੀ, ਜਦ ਮੈਂ 45 ਸਾਲ ਦਾ ਹੋਵਾਂਗਾ। ਉਹਨਾਂ ਦਿਨਾਂ 'ਚ ਪਿੰਗਲਵਾੜੇ ਦਾ ਕਾਰਜ ਆਪਣੀ ਆਰੰਭਕ ਹਾਲਤ ਵਿੱਚ ਸੀ। ਭਰਥਰੀ ਹਰੀ ਬਚਪਨ ਦਾ ਸਮਾਂ ਪਾਰ ਕਰਦਾ ਹੋਇਆ ਜਦ ਵੱਡਾ ਹੋਣ ਲੱਗਾ ਤਾਂ ਉਹਦੀ ਮਾਂ ਨੇ ਉਹਨੂੰ ਕਿਹਾ ਸੀ, ਪੁੱਤਰ, ਹੁਣ ਤੂੰ ਵੱਡਾ ਹੋਣ ਲੱਗਿਆ। ਅੱਗੇ ਬੱਚਾ ਹੁੰਦਾ ਹੋਇਆ ਤੂੰ ਹਰ ਵੇਲੇ ਮੇਰੀ ਨਿਗਾਹ 'ਚ ਰਹਿੰਦਾ ਰਿਹਾ ਤੇ ਮੈਂ ਤੈਨੂੰ ਹਰ ਪ੍ਰਕਾਰ ਦੇ ਖਤਰਿਆਂ ਤੋਂ ਬਚਾ ਕੇ ਰੱਖਦੀ ਰਹੀ ਹਾਂ ਤੇ ਸਾਰੇ ਖਤਰਿਆਂ ਤੋਂ ਜਾਣੂ ਵੀ ਕਰਾਉਂਦੀ ਰਹੀ ਹਾਂ। ਹੁਣ ਜਦ ਤੂੰ ਮੇਰੀ ਅੱਖਾਂ ਤੋਂ ਦੂਰ ਰਿਹਾ ਕਰੇਂਗਾ ਤਾਂ ਮੈਂ ਤੇਰੀ ਰਾਖੀ ਨਹੀਂ ਕਰ ਸਕਾਂਗੀ। ਮਨੁੱਖ ਨੇ ਅਨੇਕਾਂ ਖਤਰਿਆਂ ਤੋਂ ਬਚਣਾ ਹੁੰਦਾ ਹੈ, ਅਨੇਕਾਂ ਬਦੀਆਂ ਤੋਂ ਬਚਣਾ ਹੁੰਦਾ ਹੈ। ਹੁਣ ਤੈਨੂੰ ਆਪਣਾ ਬਚਾਅ ਆਪ ਕਰਨਾ ਪਏਗਾ। ਮੈਂ ਤੇਰੇ ਪਾਸ ਹਰ ਵੇਲੇ ਨਹੀਂ ਹੋਵਾਂਗੀ, ਪਰ ਮੈਂ ਤੈਨੂੰ ਕਈਆਂ ਖਤਰਿਆਂ ਤੋਂ ਬਚਣ ਦਾ ਇੱਕ ਗੁਰ ਦੱਸ ਸਕਦੀ ਹਾਂ। ਉਹ ਗੁਰ ਇਹ ਹੈ ਕਿ ਤੂੰ ਸਦਾ ਮਖਮਲ ਦੇ ਬਿਸਤਰੇ ਤੇ ਸੌਵੀਂ, ਕਿਲੇ ਵਿੱਚ ਸੌਵੀਂ ਤੇ ਸਦਾ ਕੜਾਹ ਪ੍ਰਸ਼ਾਦ ਖਾਵੀਂ। ਕੜਾਹ ਪ੍ਰਸ਼ਾਦ ਤੋਂ ਭਾਵ ਸੀ ਕਿ ਜਦ ਭੁੱਖ ਲੱਗੇ ਤਾਂ ਰੋਟੀ ਖਾਧੀ ਜਾਏ, ਬਿਨਾਂ ਭੁੱਖ ਤੋਂ ਨਾ ਖਾਧੀ ਜਾਏ। ਮਖਮਲ ਦੇ ਬਿਸਤਰੇ ਤੋਂ ਭਾਵ ਸੀ ਥੱਕੇ ਬਿਨਾਂ ਨਾ ਸੌਇਆ ਜਾਵੇ। ਕਿਲੇ 'ਚ ਸੌਣ ਦਾ ਭਾਵ ਸੀ ਰਾਤ ਨੂੰ ਇਕੱਲਾ ਨਾ ਸੌਇਆ ਜਾਵੇ, ਭਾਵ ਕਿ ਤੇਰੇ ਆਲੇ ਦੁਆਲੇ ਬੰਦੇ ਜ਼ਰੂਰ ਸੌਣ। ਪਿੰਗਲਵਾੜੇ ਦਾ ਮੂੰਹ ਸਿਰ ਸੰਨ 1948 'ਚ ਬਣਨ ਲੱਗਾ ਸੀ। ਸੰਨ 1949 ਵਿੱਚ ਵੀ ਪਿੰਗਲਵਾੜੇ ਦੇ ਬਣਨ ਦਾ ਆਰੰਭ ਦਾ ਸਮਾਂ ਹੀ ਸੀ। ਅਪਾਹਜ ਵੀ 20-25 ਹੋਣਗੇ ਤੇ ਸੇਵਾਦਾਰ ਬਹੁਤ ਥੋੜੇ ਸਨ, 2-3 ਹੋਣਗੇ। ਜਿਸ ਨਿਕਾਸੀ ਕੋਠੀ 'ਚ ਮੈਂ ਰਹਿੰਦਾ ਸਾਂ ਉਹ ਪਾਕਿਸਤਾਨ ਨੂੰ ਜਾ
ਚੁੱਕ ਕੇ ਮੁਸਲਮਾਨਾਂ ਦੀ ਛੱਡੀ ਹੋਈ ਨਿਕਾਸੀ ਕੋਠੀ ਸੀ। ਕੋਠੀ ਦੇ ਨੌਕਰਾਂ ਵਾਲੇ ਕਮਰੇ 'ਚ ਇੱਕ ਮਜ਼ਦੂਰੀ ਕਰਨ ਵਾਲਾ ਮਜ਼੍ਹਬੀ ਸਿੱਖ ਤੇ ਉਹਦੀ 22 ਕੁ ਸਾਲ ਦੀ ਜਵਾਨ ਇਸਤਰੀ ਦੋਵੇਂ ਜਣੇ ਰਹਿੰਦੇ ਸਨ। ਸੇਵਾਦਾਰ ਥੋੜ੍ਹੇ ਹੋਣ ਕਰਕੇ ਸੰਨ 1949 'ਚ ਮੈਂ ਕਮਰੇ 'ਚ ਇਕੱਲਾ ਸੌਂਦਾ ਹੁੰਦਾ ਸਾਂ। ਜਿਸ ਨਿਕਾਸੀ ਕੋਠੀ ਦੇ ਖੁੱਲ੍ਹੇ ਥਾਂ ਵਿੱਚ ਮੈਂ ਝੁੱਗੀਆਂ ਪਾ ਕੇ ਅਪਾਹਜ ਤੇ ਰੋਗੀ ਰੱਖਣੇ ਸ਼ੁਰੂ ਕੀਤੇ ਸਨ, ਉਸ ਵਿੱਚ ਇੱਕੋ ਮੇਰਾ ਸਾਥੀ ਗੁਰਬਚਨ ਸਿੰਘ ਕੁੰਡਾ ਰਹਿੰਦਾ ਹੁੰਦਾ ਸੀ, ਪਰ ਉਹ ਨਾਲ ਦੇ ਦੂਸਰੇ ਕਮਰੇ 'ਚ ਰਹਿੰਦਾ ਸੀ। ਇੱਕ ਦਿਨ ਸਵੇਰ ਵੇਲੇ ਮੈਂ ਤੇ ਲੂਲਾ ਸੁੱਤੇ ਉੱਠੇ। ਉਜਾਲਾ ਜੇ ਹੋਇਆ ਹੀ ਸੀ। ਉਸ ਸਮੇਂ ਉਹ ਜਵਾਨ ਇਸਤਰੀ ਆਪਣੇ ਹੱਥ 'ਚ ਬੌਕਰ ਲੈ ਕੇ ਮੇਰੇ ਕਮਰੇ ਵਿੱਚ ਆਈ। ਬੌਕਰ ਦਾ ਤਾਂ ਉਹਨੇ ਗੱਲ ਕਰਨ ਲਈ ਇੱਕ ਬਹਾਨਾ ਬਣਾਇਆ ਸੀ। ਉਹਨੇ ਮੈਨੂੰ ਕਿਹਾ ਕਿ ਸੰਤ ਜੀ, ਮੈਂ ਸੇਵਾ ਕਰ ਸਕਦੀ ਹਾਂ। ਮੈਨੂੰ ਇਹ ਪਤਾ ਨਹੀਂ ਸੀ ਕਿ ਉਹ ਬੌਕਰ ਦੇ ਬਹਾਨੇ ਨਾਲ ਆਈ ਹੈ। ਜੇ ਦੇਸ਼ ਦੀ ਵੰਡ ਨਾ ਹੁੰਦੀ ਤਾਂ ਮੈਂ ਆਪਣਾ ਸਾਰਾ ਜੀਵਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ 'ਚ ਹੀ ਗੁਜ਼ਾਰਨਾ ਸੀ। ਦੇਸ਼ ਦੀ ਵੰਡ ਹੋਣ ਕਰਕੇ ਮੈਨੂੰ ਡੇਰਾ ਸਾਹਿਬ ਨੂੰ ਛੱਡ ਕੇ ਅੰਮ੍ਰਿਤਸਰ ਆਉਣਾ ਪੈ ਗਿਆ ਸੀ ਤੇ ਇਸ ਕਾਰਜ ਦੇ ਆਰੰਭਕ ਕਾਲ 'ਚ ਕੁਝ ਸਮਾਂ ਮੈਨੂੰ ਕਿਸੇ ਵੇਲੇ ਇਕੱਲੇ ਨੂੰ ਹੀ ਕਮਰੇ 'ਚ ਸੌਣਾ ਪੈ ਗਿਆ ਸੀ। ਪਰ ਡੇਰਾ ਸਾਹਿਬ ਦੀ ਯਾਦ ਦੇ ਸਤਿਕਾਰ ਦੀ ਛਤਰ ਛਾਇਆ ਸਦਾ ਮੇਰੇ ਮਨ 'ਚ ਬਣੀ ਰਹੀ ਹੈ। ਗੁਰਦੁਆਰਾ ਡੇਰਾ ਸਾਹਿਬ ਤੋਂ ਮੈਂ ਨਿਕਲਣਾ ਨਹੀਂ ਚਾਹੁੰਦਾ ਸਾਂ, ਪਰ ਗੁਰਦੁਆਰਾ ਡੇਰਾ ਸਾਹਿਬ ਤੋਂ ਨਿਕਲ ਕੇ ਅੰਮ੍ਰਿਤਸਰ 'ਚ ਆ ਕੇ ਵੀ ਮੈਂ ਜੋ ਖਿਲਾਰਾ ਸੇਵਾ ਦਾ ਖਿਲਾਰਦਾ ਗਿਆ ਤੇ ਸੰਸਥਾ ਦੀ ਰੂਪ ਰੇਖਾ ਬਣਦੀ ਗਈ, ਉਸ ਖਿਲਾਰੇ 'ਚ ਬੈਠਾ ਹੋਇਆ ਮੈਂ ਸਦਾ ਸਮਝਦਾ ਰਿਹਾ ਕਿ ਡੇਰਾ ਸਾਹਿਬ ਦਾ ਹੀ ਖਿਲਾਰਾ ਹੈ ਤੇ ਮਨ ਕਰਕੇ ਵੀ ਮੈਂ ਡੇਰਾ ਸਾਹਿਬ ਦੀ ਵਲਗਣ ਵਿੱਚ ਹੀ ਦਿਨ ਰਾਤ ਰਹਿੰਦਾ ਰਿਹਾ। ਗੁਰਦੁਆਰਾ ਡੇਰਾ ਸਾਹਿਬ ਸਮਝ ਕੇ ਹੀ ਮੈਂ ਉਸ ਇਸਤਰੀ ਨੂੰ ਸੰਖੇਪ ਸ਼ਬਦਾਂ 'ਚ ਬੌਕਰ ਦੇਣ ਲਈ ਹਾਂ ਕਰ ਦਿੱਤੀ ਸੀ ਕਿ ਹਾਂ ਬੀਬੀ, ਸੇਵਾ ਕਰ ਲਿਆ ਕਰ। ਉਹ ਮੇਰੇ ਸਾਹਮਣੇ ਹੋ ਕੇ ਬੈਠ ਗਈ। ਬੈਠਦਿਆਂ ਹੀ ਮੈਨੂੰ ਉਹਨੇ ਇਹ ਕਿਹਾ ਕਿ ਸੰਤ ਜੀ, ਮੇਰਾ ਪਤੀ ਉਦਾਸ ਰਹਿੰਦਾ, ਮੈਨੂੰ ਬੱਚਾ ਪੈਦਾ ਨਹੀਂ ਹੁੰਦਾ। ਉਹਦੇ ਮੂੰਹ 'ਚੋਂ ਇਹ ਬੋਲ ਪੂਰੇ ਨਿਕਲੇ ਨਹੀਂ ਹੋਣੇ ਕਿ ਮੇਰੇ ਹੱਥ ਜੁੜ ਗਏ ਤੇ ਮੈਂ ਹਫੜਾ ਦਫੜੀ 'ਚ ਪੁਕਾਰ ਉੱਠਿਆ ਸਾਂ, ਸ਼ਹੀਦ ਭਾਈ ਮਨੀ ਸਿੰਘ, ਭਾਈ ਮਨੀ ਸਿੰਘ ਸ਼ਹੀਦ। ਮੇਰੇ ਮੂੰਹ 'ਚੋਂ ਇਹ ਸ਼ਬਦ ਲਗਾਤਾਰ 4 ਮਿੰਟ ਨਿਕਲੇ ਹੋਣਗੇ। ਉਹ ਇਸਤਰੀ ਸਿੱਖ ਸੀ ਤੇ ਇਹਨਾਂ ਸ਼ਬਦਾਂ ਨੂੰ ਸੁਣਦਿਆਂ ਸਾਰੀ ਘਬਰਾ ਕੇ ਉਹ ਮੇਰੇ ਕਮਰੇ 'ਚੋਂ ਬਾਹਰ ਨਿਕਲ ਗਈ। ਬਾਹਰ ਜਾ ਕੇ ਉਹਨੇ ਮੇਰੇ ਸਾਥੀ ਕੁੰਡਾ ਸਿੰਘ ਨੂੰ ਦੱਸਿਆ ਕਿ ਸਾਧ ਪੱਕਾ ਹੈ। ਉਹ ਸ਼ਹੀਦ ਭਾਈ ਮਨੀ ਸਿੰਘ ਸ਼ਹੀਦ ਪੁਕਾਰਦਾ ਹੋਇਆ ਕੰਬ ਰਿਹਾ ਸੀ। ਉਹਨੇ ਕਿਹਾ ਕਿ ਮੈਂ ਭਗਤ ਜੀ ਪਾਸੋਂ ਪੈਸੇ ਲੈਣ ਗਈ ਸਾਂ। ਜੇ ਉਹਦੇ ਮੂੰਹ ਵਿੱਚੋਂ ਸ਼ਹੀਦ ਭਾਈ ਮਨੀ ਸਿੰਘ ਵਾਲੀ ਦੁਹਾਈ ਨਾ ਨਿਕਲਦੀ ਤੇ ਮੈਂ ਉਹਨੂੰ ਫੜ ਲੈਣਾ ਸੀ ਤੇ ਉਹਨੂੰ ਵਸ ਕਰਨ ਲਈ ਮੈਂ ਉਹਨੂੰ ਇਹ ਡਰਾਵਾ ਦੇਣਾ ਸੀ ਕਿ ਮੈਂ ਆਪਣੇ ਪਤੀ ਨੂੰ ਦੱਸਾਂਗੀ ਕਿ ਭਗਤ ਨੇ ਮੈਨੂੰ ਆਪ ਛੇੜਿਆ। ਜੇ ਮੇਰੇ ਮੂੰਹ 'ਚੋਂ ਭਾਈ ਮਨੀ ਸਿੰਘ ਦੇ ਸ਼ਬਦਾਂ ਦੀ ਦੁਹਾਈ ਨਾ ਨਿਕਲਦੀ ਤਾਂ ਮੇਰੇ ਅੱਗੇ 3 ਰਸਤੇ ਸਨ। ਇੱਕ ਇਹ ਕਹਿ ਕੇ ਮੈਂ ਤਰਲਾ ਮਿੰਨਤ ਕਰਕੇ ਰੱਬ ਦਾ ਵਾਸਤਾ ਪਾ ਕੇ ਉਹਨੂੰ ਮਾਂ ਕਹਿ ਕੇ ਆਪਣਾ ਪਿੱਛਾ ਛੁਡਾਉਂਦਾ। ਦੂਜਾ, ਜਾਂ ਮੈਂ ਡੁੱਬ ਜਾਂਦਾ। ਤੀਸਰਾ, ਕਿ ਮੈਂ ਉਹਦੇ ਪਤੀ ਤੋਂ ਡਰਦਾ ਆਪਣੀ ਜਾਨ ਬਚਾਉਣ ਲਈ ਲੂਲੇ ਨੂੰ ਨਾਲ ਲੈ ਕੇ ਕਿਤੇ ਬਾਹਰ ਭੱਜ ਜਾਂਦਾ ਤੇ ਲੋਪ ਹੋ ਜਾਂਦਾ ਤੇ ਉਸ ਸੂਰਤ ਵਿੱਚ ਪਿੰਗਲਵਾੜੇ ਦੀ ਰਚਨਾ ਮੈਂ ਨਾ ਕਰ ਸਕਦਾ। ਡੁੱਬਣ ਵਾਲੀ ਗੱਲ ਤਾਂ ਮੇਰੀ ਗੁਰਦੁਆਰਾ ਡੇਰਾ ਸਾਹਿਬ 'ਚ ਲੂਲੇ ਦੀ ਸੇਵਾ ਨੇ ਰਹਿਣ ਹੀ ਨਹੀਂ ਦਿੱਤੀ ਸੀ, ਕਿਉਂਕਿ ਮੇਰਾ ਮਨ ਵਾਹਿਗੁਰੂ ਦੇ ਵੈਰਾਗ ਨਾਲ ਸਦਾ ਭਰਿਆ ਰਿਹਾ। ਸੰਨ 1923 ਤੋਂ ਲੈ ਕੇ ਸੰਨ 1947 ਤੱਕ ਦਾ 24 ਸਾਲ ਦਾ ਸਮਾਂ ਮੈਂ ਲਾਹੌਰ ਸ਼ਹਿਰ 'ਚ ਰਿਹਾ ਸਾਂ। ਇਸ ਸਮੇਂ ਵਿੱਚੋਂ ਮੇਰਾ 21 ਸਾਲ ਦਾ ਸਮਾਂ ਗੁਰਦੁਆਰਾ ਡੇਰਾ ਸਾਹਿਬ 'ਚ ਲੰਘਿਆ ਸੀ ਤੇ ਅਖੀਰਲੇ 3 ਸਾਲ ਦਾ ਸਮਾਂ ਸ਼ਹੀਦ ਭਾਈ ਮਨੀ ਸਿੰਘ ਦੇ ਸ਼ਹੀਦਗੰਜ ਗੁਰਦੁਆਰੇ 'ਚ ਲੰਘਿਆ ਸੀ। ਪਿੱਛੋਂ ਮੈਨੂੰ ਪਤਾ ਲੱਗਾ ਕਿ ਉਸ ਜਨਾਨੀ ਨੂੰ ਗੁਪਤ ਰੋਗ ਸੀ ਜਿਹੜਾ ਬੰਦੇ ਨੂੰ ਕੋਹੜਿਆਂ ਬਣਾ ਛੱਡਦਾ। ਇਹ ਰੋਗ ਤਾਂ ਕੋਹੜ ਨਾਲੋਂ ਵੀ ਭੈੜਾ ਹੁੰਦਾ। ਅੱਜ ਪਿੰਗਲਵਾੜੇ ਦਾ ਰੋਜ਼ ਦਾ ਖਰਚ 13,500 ਰੁਪਏ ਤੱਕ ਪੁੱਜ ਚੁੱਕਾ ਹੈ। ਇਹਦੇ ਸੇਵਾ ਤੇ ਪ੍ਰਚਾਰ ਦੇ ਡੰਕੇ ਦੇਸ਼ ਤੇ ਦੁਨੀਆ ਵਿੱਚ ਵੱਜ ਰਹੇ ਹਨ। ਇਸ ਸਮੇਂ ਹਿਰਦੇ ਵਿੱਚ ਇਹ ਖਿਆਲ ਪੈਦਾ ਹੋ ਰਿਹਾ ਹੈ ਕਿ ਜੇ ਸ਼ਹੀਦ ਭਾਈ ਮਨੀ ਸਿੰਘ ਸ਼ਹੀਦ ਦੇ ਸ਼ਬਦਾਂ ਦੀ ਦੁਹਾਈ ਮੇਰੇ ਮੂੰਹ 'ਚੋਂ ਨਾ ਨਿਕਲਦੀ ਤਾਂ ਉਸ ਇਸਤਰੀ ਦੇ ਡਰਾਵੇ ਤੋਂ ਡਰ ਕੇ ਮੈਨੂੰ ਪਿੰਗਲਵਾੜਾ ਛੱਡ ਕੇ ਲੋਪ ਹੋਣਾ ਪੈਂਦਾ ਤੇ ਲੂਲੇ ਨੂੰ ਪਾਲਣ ਲਈ ਸੜਕਾਂ ਦੇ ਕੰਢਿਆਂ ਤੇ ਭਿਖਾਰੀ ਬਣ ਕੇ ਬੈਠਣਾ ਪੈਂਦਾ। ਇਹਨਾਂ ਸ਼ਬਦਾਂ ਨੇ ਮੇਰੇ ਬਚਾਅ ਲਈ ਵਾਹਿਗੁਰੂ ਦੀ ਜ਼ਾਹਰਾ ਜ਼ਹੂਰ ਤੇ ਹਾਜ਼ਰਾ ਹਜ਼ੂਰ ਸ਼ਕਤੀ ਦਾ ਪ੍ਰਗਟਾਵਾ ਕੀਤਾ। ਇਹ ਸ਼ਬਦ ਮੇਰੇ ਹਿਰਦੇ ਵਿੱਚ ਕਿਉਂ ਵਸੇ, ਇਹਦਾ ਕਾਰਨ ਇਹ ਸੀ ਕਿ ਮੈਂ ਬੇਆਸਰੇ ਅਪਾਹਜਾਂ ਤੇ ਰੋਗੀਆਂ ਦੀ ਜਿਹੜੀ 26 ਸਾਲ ਦਾ ਸਮਾਂ ਉਸ ਸਮੇਂ ਤੱਕ ਪੈਸੇ ਤੋਂ ਬਿਨਾਂ ਹੱਥਾਂ ਨਾਲ ਕੀਤੀ ਉਹ ਮੁਸ਼ੱਕਤ ਭਰੀ ਸੇਵਾ ਸੀ ਜੋ ਹੇਠ ਲਿਖੀ ਕਵਿਤਾ 'ਚ ਬਿਆਨ ਕੀਤੀ ਗਈ ਹੈ। ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਅੱਗੇ ਸੰਨ 1934 ਦੇ ਨਵੰਬਰ ਦੇ ਮਹੀਨੇ 'ਚ ਆਈ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਲਾਵਾਰਸੀ ਦੀ ਹਾਲਤ ਵਿੱਚ ਛੱਡਿਆ ਗਿਆ ਲੂਲਾ ਬਾਲਕ। ਬਾਨੀ ਪਿੰਗਲਵਾੜਾ ਇੱਕ ਸੱਚਾ ਭਿਖਾਰੀ ਏ, ਪਿੰਗਲੇ ਪਿਆਰੇ ਦਾ ਸੱਚਾ ਉਹ ਪੁਜਾਰੀ ਏ। ਇੱਕ ਲੂਲਾ ਬੱਚਾ ਜਦੋਂ ਦੁਖੀ ਦੇਖਿਆ, ਲਾਵਾਰਸ ਗਰੀਬ ਨੰਗਾ ਭੁੱਖਾ ਦੇਖਿਆ, ਮਾਸੂਮ ਦੀਆਂ ਅੱਖਾਂ 'ਚ ਨੀਰ ਦੇਖਿਆ, ਪਾਲਣੇ ਯਤੀਮ ਕੀਤੀ ਤੁਰੰਤ ਤਿਆਰੀ ਏ। ਬਾਨੀ ਪਿੰਗਲਵਾੜਾ ਇੱਕ ਸੱਚਾ ਭਿਖਾਰੀ ਏ। ਗੋਦੀਆਂ ਖਿਡਾਇਆ ਮੰਗ ਕੇ ਖਿਲਾਇਆ ਤੂੰ,
ਪਿੰਗਲੇ ਦਾ ਘੋੜਾ ਬਣ ਵੀ ਦਿਖਾਇਆ ਤੂੰ, ਗਲੇ ਵਾਲਾ ਹਾਰ ਪਿੰਗਲਾ ਬਣਾਇਆ ਤੂੰ। ਸਾਲ 14 ਕੀਤੀ ਤੁਸਾਂ ਬਾਰਬਰਦਾਰੀ ਏ, ਬਾਨੀ ਪਿੰਗਲਵਾੜਾ ਇੱਕ ਸੱਚਾ ਭਿਖਾਰੀ ਏ। ਕੱਪੜਾ ਪਹਿਨਾਇਆ ਟੁੱਕ ਮੂੰਹ ਪਾਇਆ ਤੂੰ, ਚੁੱਕ ਕੇ ਮੁਤਾਇਆ ਟੱਟੀ ਵੀ ਫਿਰਾਇਆ ਤੂੰ। ਸਾਲ 14 ਲੂਲਾ ਪਿੱਠ ਤੇ ਉਠਾਇਆ ਤੂੰ, ਪਿੱਠ ਉੱਤੇ ਕੀਤੀ ਪਿੰਗਲੇ ਸਵਾਰੀ ਏ, ਬਾਨੀ ਪਿੰਗਲਵਾੜਾ ਇੱਕ ਸੱਚਾ ਭਿਖਾਰੀ ਏ। ਭੌਂ ਤੇ ਖਿਡਾਇਆ ਭੌਂ ਤੇ ਬਿਠਾਇਆ ਤੂੰ, ਭੌਂ ਤੇ ਲਟਾਇਆ ਤੇ ਭੌਂ ਤੇ ਸਵਾਇਆ ਤੂੰ। ਸਾਲ 14 ਚੌਂਕੜਾ ਭੌਂ ਤੇ ਜਮਾਇਆ ਤੂੰ, ਕੁਰਸੀਆਂ ਦੀ ਥਾਂ ਕੀਤੀ ਧਰਤੀ ਪਿਆਰੀ ਏ, ਬਾਨੀ ਪਿੰਗਲਵਾੜਾ। ਹੁਣ ਤੱਕ ਸੇਵਾ ਲੂਲੇ ਵਾਲੀ ਜੋ ਨਿਭਾਈ ਏ, ਸੇਵਾ ਲੂਲੇ ਵਾਲੀ ਰੱਬੀ ਸੇਵਾ ਨਜ਼ਰ ਆਈ ਏ। ਇਹ ਸੱਚੀ ਸੇਵਾ ਡੇਰਾ ਸਾਹਿਬ ਦੀ ਕਮਾਈ ਏ, ਅਮਾਨਤ ਗੁਰੂ ਦੀ ਇਹ ਦਾਤ ਵੱਡੀ ਪਿਆਰੀ ਏ, ਬਾਨੀ ਪਿੰਗਲਵਾੜਾ ਇੱਕ ਸੱਚਾ ਭਿਖਾਰੀ ਏ। ਪਿੰਗਲਵਾੜਾ ਬਣ ਗਿਆ ਜੋ ਅਦਾਰਾ ਏ, ਰੋਗੀਆਂ ਅਨਾਥਾਂ ਵਾਲਾ ਬਣ ਗਿਆ ਸਹਾਰਾ ਏ। ਰੱਬ ਦੀਆਂ ਦਾਤਾਂ ਵਾਲਾ ਚੱਲ ਪਿਆ ਭੰਡਾਰਾ ਏ, ਉਹੀਓ ਲੂਲਾ ਬੱਚਾ ਪਿੰਗਲਵਾੜੇ ਦਾ ਦਰਬਾਰੀ ਏ, ਬਾਨੀ ਪਿੰਗਲਵਾੜਾ ਇੱਕ ਸੱਚਾ ਭਿਖਾਰੀ ਏ। ਦਾਨ ਮੰਗ ਮੰਗ ਕੇ ਅਨਾਥਾਂ ਨੂੰ ਖਿਲਾਨਾ ਏ, ਸਭ ਨਾਲ ਪਿਆਰ ਕਰ ਖੁਸ਼ੀ ਨੂੰ ਮਨਾਉਣਾ ਏ। ਰੋਗੀਆਂ ਨੂੰ ਦੇਖ ਦੇਖ ਦਰਦ ਵੰਡਾਨਾ ਏ, ਛੱਡ ਕੇ ਅਮੀਰੀ ਤੂੰ ਫਕੀਰੀ ਕੀਤੀ ਪਿਆਰੀ ਏ, ਬਾਨੀ ਪਿੰਗਲਵਾੜਾ ਇੱਕ ਸੱਚਾ ਭਿਖਾਰੀ ਏ। ਗਰੀਬੀ ਮਸਕੀਨੀ ਸਭ ਤੇਰੇ ਹਿੱਸੇ ਆਈ ਏ, ਆਜਜ਼ੀ ਫਕੀਰੀ ਤੂੰ ਕਰਕੇ ਵਿਖਾਈ ਏ। ਮਾਨ ਗਰੂਰ ਖੁਦੀ ਨੇੜੇ ਨਹੀਂ ਆਈ ਏ, ਗਦਾਗਰੀ ਦੇ ਭੇਸ ਵਿੱਚ ਲੁਕੀ ਸਰਦਾਰੀ ਏ, ਗਦਾਗਰੀ ਮਤਲਬ ਭਿਖਾਰੀਪੁਣਾ, ਬਾਨੀ ਪਿੰਗਲਵਾੜਾ ਇੱਕ ਸੱਚਾ ਭਿਖਾਰੀ ਏ। ਸੱਚੇ ਦਰਵੇਸ਼ ਦਾ ਇਹ ਫੁਰਮਾਉਣਾ ਏ, ਪਿੰਗਲਵਾੜਾ ਦਾਨ ਕਦੇ ਭੁੱਲ ਨਹੀਂ ਜਾਣਾ ਏ, ਆਪਣੀ ਕਮਾਈ ਨੂੰ ਸਫਲ ਕਰਾਉਣਾ ਏ। ਸੱਚੇ ਸੌਦੇ ਵਾਲਾ ਆਜਿਜ਼ ਭਗਤ ਵਪਾਰੀ ਏ, ਬਾਨੀ ਪਿੰਗਲਵਾੜਾ ਇੱਕ ਸੱਚਾ ਭਿਖਾਰੀ ਏ। ਮੈਂ ਹੈਰਾਨ ਹੋ ਕੇ ਸੋਚਦਾ ਕਿ ਵਾਹਿਗੁਰੂ ਨੇ ਜਿਹੜੀ 3 ਮਿੰਟਾਂ ਦੀ ਦੁਹਾਈ ਮੇਰੇ ਮੂੰਹ ਵਿੱਚੋਂ ਆਪਣੇ ਆਪ ਕਢਾਈ, ਜੇ ਇਹ ਦੁਹਾਈ ਆਪਣੇ ਆਪ ਮੇਰੇ ਮੂੰਹੋਂ ਨਾ ਨਿਕਲਦੀ ਤਾਂ 14,000 ਰੁਪਏ ਰੋਜ਼ ਦੀ ਆਮਦਨ ਖਰਚ ਕਰਨ ਵਾਲੀ ਜਿਹੜੀ ਸੰਸਥਾ ਪਿੰਗਲਵਾੜੇ ਦੇ ਰੂਪ 'ਚ ਖੜੀ ਹੋ ਚੁੱਕੀ ਹੈ ਤੇ ਜਿਸ ਦਾ ਦਿਨ ਪ੍ਰਤੀ ਦਿਨ ਦਾ ਆਮਦਨ ਖਰਚ ਵੱਧਦਾ ਹੀ ਜਾ ਰਿਹਾ, ਉਹ ਖੜੀ ਨਾ ਹੁੰਦੀ। ਮੇਰੇ ਜੀਵਨ ਦੇ ਆਉਣ ਵਾਲੇ ਸਮੇਂ ਦਾ ਫੈਸਲਾ ਕਰਨ ਵਾਲੇ ਉਸ ਸਕਿੰਟਾਂ ਦੇ ਸਮੇਂ ਵਿੱਚ ਮੇਰੇ ਮੂੰਹ ਵਿੱਚੋਂ ਸ਼ਹੀਦ ਭਾਈ ਮਨੀ ਸਿੰਘ ਸ਼ਹੀਦ ਦੇ ਸ਼ਬਦਾਂ ਦਾ ਨਿਕਲਣਾ ਮੇਰੀ ਰੱਖਿਆ ਲਈ ਵਾਹਿਗੁਰੂ ਦੀ ਜ਼ਾਹਰਾ ਜ਼ਹੂਰ ਕਲਾ ਦਾ ਪ੍ਰਗਟਾਵਾ ਸੀ। ਇਸ ਤੋਂ ਬਿਨਾਂ ਉਸ ਬਾਰੇ ਹੋਰ ਕੋਈ ਦਲੀਲ ਨਹੀਂ ਦਿੱਤੀ ਜਾ ਸਕਦੀ। ਜੇ ਮੇਰੇ ਹਿਰਦੇ 'ਚ ਵਾਹਿਗੁਰੂ ਨਾ ਵਸਿਆ ਹੁੰਦਾ ਤਾਂ ਇਹਨਾਂ ਸ਼ਬਦਾਂ ਦਾ ਮੇਰੇ ਮੂੰਹ ਵਿੱਚੋਂ ਨਿਕਲਣਾ ਜ਼ਰੂਰੀ ਨਹੀਂ ਸੀ। ਆਪਣੇ ਹਿਰਦੇ ਦੀ ਭਾਰੀ ਚਿੰਤਾ ਦੇ ਮੰਡਲ ਵਿੱਚ ਜਿਹੜੇ ਉਹ ਸ਼ਬਦ ਮੇਰੇ ਮੂੰਹ 'ਚੋਂ ਨਿਕਲੇ ਸਨ, ਉਹਨਾਂ ਨੂੰ ਮੈਂ ਆਪਣੇ ਮੂੰਹ ਵਿੱਚੋਂ ਕੋਈ ਸੋਚ ਵਿਚਾਰ ਕੇ ਨਹੀਂ ਕੱਢਿਆ ਸੀ, ਕਿਉਂਕਿ ਸੋਚਣ ਲਈ ਤਾਂ ਇੱਕ ਪਲ ਦਾ ਸਮਾਂ ਵੀ ਨਹੀਂ ਸੀ। ਉਹ ਇਸਤਰੀ ਮੈਥੋਂ 2.5 ਫੁੱਟ ਦੀ ਦੂਰੀ ਤੇ ਬੈਠੀ ਹੋਈ ਸੀ। ਗੁਰਦੁਆਰਾ ਡੇਰਾ ਸਾਹਿਬ ਨੇ ਰੱਬ ਨੂੰ ਮੇਰੇ ਮੂੰਹ ਤੇ ਚੜਾਇਆ, ਜਿਹਦੇ ਲੂਲੇ ਨੂੰ ਮੈਂ ਸੰਭਾਲਦਾ ਆ ਰਿਹਾ। ਕਿ ਮੈਂ ਗੁਰਦੁਆਰਾ ਡੇਰਾ ਸਾਹਿਬ ਦਾ ਹੰਝੂਆਂ ਭਰੀਆਂ ਅੱਖਾਂ ਨਾਲ ਧੰਨਵਾਦ ਨਾ ਕਰਾਂ, ਜਿਹਨੇ ਮੇਰੇ ਜੀਵਨ ਦੀ ਵਿਸਮਾਦ ਭਰੇ ਢੰਗ ਨਾਲ ਰੱਖਿਆ ਕੀਤੀ। ਇਹ ਹੈ ਸੜਕਾਂ ਦੇ ਕੰਢਿਆਂ ਤੇ ਨਿਰਧਨ ਹੁੰਦਿਆਂ ਹੋਇਆਂ ਰੱਬ ਦੀ ਓਟ ਨਾਲ ਪਿੰਗਲਵਾੜਾ ਦੇ ਪਹਾੜ ਜਿੱਡੇ ਕਾਰਜਾਂ ਨੂੰ ਸਿਹੜਨ ਦਾ ਫਲ। ਜਿਸ ਪਿੰਗਲਵਾੜਾ ਸੰਸਥਾ ਵਿੱਚ 125 ਪਾਗਲ ਇਸਤਰੀਆਂ, 50 ਪਾਗਲ ਕੁੜੀਆਂ, ਕਈ ਜਵਾਨ ਸੇਵਾਦਾਰ ਇਸਤਰੀਆਂ ਤੇ ਪੜ੍ਹਨ ਜਾਣ ਵਾਲੀਆਂ ਕੁਝ ਨੌਜਵਾਨ ਕੁੜੀਆਂ ਹੋਣ, ਉਸ ਸੰਸਥਾ ਦਾ ਕਰਤਾ ਧਰਤਾ ਬਣਨ ਲਈ ਗੁਰਦੁਆਰਾ ਡੇਰਾ ਸਾਹਿਬ ਨੇ ਲੋੜੀਂਦੀ ਪਵਿੱਤਰਤਾ ਦਾ ਗੁਣ ਮੇਰੇ ਮਨ 'ਚ ਵਸਾ ਦਿੱਤਾ ਸੀ। ਇਹ ਹੈ ਸਿੱਖ ਗੁਰਦੁਆਰਿਆਂ 'ਚ ਆਉਣ ਵਾਲੇ ਬੇਆਸਰੇ ਲੂਲੇ ਬੱਚਿਆਂ, ਅਪਾਹਜਾਂ ਤੇ ਰੋਗੀਆਂ ਦੀ ਸੇਵਾ ਸੰਭਾਲ ਦਾ ਚਮਤਕਾਰ ਭਰਿਆ ਫਲ। ਮੈਂ ਸੋਚਦਾ ਰਹਿੰਦਾ ਕਿ ਰੱਬ ਨੂੰ ਪੁੱਛਾਂ ਕਿ ਰੱਬਾ, ਤੂੰ ਸੜਕਾਂ ਦੇ ਕੰਢਿਆਂ ਤੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਅਨੁਸਾਰ ਕੀਤੀ ਗਈ ਬੇਆਸਰੇ ਅਪਾਹਜਾਂ ਤੇ ਰੋਗੀਆਂ ਦੀ ਸੇਵਾ ਦਾ ਐਡਾ ਵੱਡਾ ਫਲ ਦਿੰਦਾ ਹੁੰਦਾ ਹੈ। ਤੂੰ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੇਠ ਲਿਖੇ ਸ਼ਬਦ ਨੂੰ ਸਾਹਮਣੇ ਰੱਖ ਕੇ ਜੀਵਨ ਬਤੀਤ ਕਰਨ ਦੀ ਸ਼ਕਤੀ ਬਖਸ਼ੀ ਹੈ। ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੈ ਮਿਲਣਾ।
दस दिस खोजत मैं फिरियो, जत देखो तत सोए, मन बसावे नानका, जे पूर्ण किरपा होए। ਜੇ ਮੇਰੇ ਮੂੰਹ ਵਿੱਚੋਂ ਇਹ ਸ਼ਬਦ ਨਾ ਨਿਕਲਦੇ ਤਾਂ ਜੋ ਕੁਝ ਮੇਰੇ ਨਾਲ ਬੀਤਦਾ ਉਹ ਮੈਂ ਉੱਪਰ ਬਿਆਨ ਕਰ ਦਿੱਤਾ ਹੈ। ਭਾਈ ਮਨੀ ਸਿੰਘ ਦੇ ਸ਼ਬਦਾਂ ਦੀ ਦੁਹਾਈ ਵਾਹਿਗੁਰੂ ਵੱਲੋਂ ਮੈਨੂੰ ਇੱਕ ਰੱਬੀ ਵਰਦਾਨ ਮਿਲਿਆ ਸੀ, ਜਿਸ ਨੇ ਮੈਨੂੰ ਭਵਜਲ ਵਿੱਚੋਂ ਤਰਾ ਕੇ ਬਚਾਇਆ। ਮੈਂ ਆਪਣੀ ਇਸ ਖੱਟੀ ਤੋਂ ਹੈਰਾਨ ਹਾਂ ਤੇ ਦੁਨੀਆ ਦੇ ਬੰਦਿਆਂ ਨੂੰ ਦੱਸਣਾ ਚਾਹੁੰਦਾ ਕਿ ਵਾਹਿਗੁਰੂ ਨੂੰ ਮਨ 'ਚ ਵਸਾਉਣ ਤੇ ਵਾਹਿਗੁਰੂ ਨੂੰ ਆਪਣੇ ਜੀਵਨ ਅਰਪਣ ਕਰਨ ਨਾਲ ਇਹ ਖੱਟੀ ਮਿਲਦੀ ਹੈ। ਮੈਂ ਆਪਣੀ ਸਾਰੀ ਜ਼ਿੰਦਗੀ ਕਸ਼ਟਾਂ, ਭੁੱਖਾਂ ਤੇ ਪਿਆਸਾਂ ਵਾਲੀ ਸੇਵਾ ਦੀ ਜ਼ਿੰਦਗੀ ਬਿਤਾਈ ਹੈ। ਆਪਣੀਆਂ ਚਿੰਤਾਜਨਕ ਸਮੱਸਿਆਵਾਂ, ਕਸ਼ਟਾਂ ਤੇ ਔਕੜਾਂ 'ਚ ਫਸੇ ਹੋਏ ਨੂੰ ਮੈਨੂੰ ਵਾਹਿਗੁਰੂ ਦੇ ਨਾਮ ਦਾ ਸਹਾਰਾ ਲੈਣਾ ਪੈਣਾ ਹੀ ਸੀ। ਮੈਂ ਮਹਿਸੂਸ ਕਰਦਾ ਹੁੰਦਾ ਸਾਂ ਕਿ ਪ੍ਰਾਣੀ ਮਾਤਰ ਦੇ ਭਲੇ ਲਈ ਜਿਹੜੇ ਵੱਡੇ ਵੱਡੇ ਤੇ ਔਖੇ ਕੰਮ ਵਾਹਿਗੁਰੂ ਦੇ ਨਾਮ ਤੇ ਮੈਂ ਆਪਣੀ ਨਿਰਧਨਤਾ ਵਿੱਚ ਕਰ ਰਿਹਾ, ਉਹਨਾਂ ਕੰਮਾਂ ਦੀ ਸਫਲਤਾ ਲਈ ਵਾਹਿਗੁਰੂ ਮੇਰੇ ਸਿਰ ਤੇ ਰਹੇਗਾ ਤੇ ਮੈਨੂੰ ਡੋਲਣ ਨਹੀਂ ਦੇਵੇਗਾ ਤੇ ਆਪਣੀਆਂ ਗੁਪਤ ਸ਼ਕਤੀਆਂ ਨਾਲ ਮੇਰੀ ਸਹਾਇਤਾ ਕਰੇਗਾ। ਦੁਨੀਆ ਦੇ ਬੰਦੇ ਸੋਚ ਲੈਣ ਕਿ ਸ਼ਬਦ ਕਿਸ ਤਰ੍ਹਾਂ ਬੰਦਿਆਂ ਦੇ ਮੂੰਹਾਂ ਤੇ ਚੜ੍ਹਨ, ਇਹ ਇੱਕ ਭੇਦ ਹੈ। ਮੈਂ ਇਹ ਇੱਕ ਘਟਨਾ ਆਪਣੇ ਜੀਵਨ ਦੀ ਬਿਆਨ ਕੀਤੀ ਹੈ। ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਤੋਂ ਰੱਬ ਨੇ ਮੈਨੂੰ ਹੱਥ ਦੇ ਕੇ ਰੱਖਿਆ। ਕਿਸੇ ਅੰਗਰੇਜ਼ ਵਿਦਵਾਨ ਦਾ ਕਥਨ ਹੈ ਕਿ ਜਿਹੜੀ ਦੁਨੀਆ ਸੂਰਮਿਆਂ ਦੇ ਵਸਣ ਦੇ ਲਾਇਕ ਬਣਨਾ ਚਾਹੇ, ਉਹਨੂੰ ਆਪਣੇ ਅੰਦਰ ਵਸਣ ਵਾਲੇ ਬੰਦਿਆਂ ਨੂੰ ਸੂਰਮਤਾਈ ਦੇ ਕੰਮ ਕਰਨ ਨੂੰ ਜ਼ਰੂਰ ਦੇਣੇ ਪੈਣਗੇ। ਸਾਨੂੰ ਨੌਜਵਾਨਾਂ ਨੂੰ ਉਹ ਕੰਮ ਦੇਣੇ ਪੈਣਗੇ ਜਿਨ੍ਹਾਂ ਨੂੰ ਕਰਨ ਦੀ ਉੱਤਮ ਦਰਜੇ ਦੀ ਤਤਪਰਤਾ ਦੇ ਪ੍ਰਗਟਾਵੇ ਦੀ ਲੋੜ ਹੁੰਦੀ ਹੈ। ਜੇ ਨੌਜਵਾਨਾਂ ਨੂੰ ਉੱਤਮ ਦਰਜੇ ਦੀ ਤਤਪਰਤਾ ਨੂੰ ਪ੍ਰਗਟ ਕਰਨ ਵਾਲੇ ਕੰਮ ਨਾ ਦਿੱਤੇ ਜਾਣ ਤਾਂ ਉਹ ਚੰਚਲਤਾਵਾਂ ਤੇ ਲੁੱਚ ਖੜੁੱਚ ਵਾਲੇ ਮਾੜੇ ਕੰਮਾਂ 'ਚ ਪੈ ਜਾਣਗੇ। ਨੌਜਵਾਨਾਂ ਦੇ ਮੋਢਿਆਂ ਉੱਤੇ ਪ੍ਰਾਣੀ ਮਾਤਰ ਦੀ ਭਲਾਈ ਲਈ ਜ਼ਿੰਮੇਵਾਰੀਆਂ ਦਾ ਬੋਝ ਪੈਣਾ ਚਾਹੀਦਾ ਹੈ। ਜੇਕਰ ਉਹਨਾਂ ਦੇ ਮੋਢਿਆਂ 'ਤੇ ਉਹ ਬੋਝ ਨਾ ਪਾਇਆ ਜਾਏ ਤਾਂ ਉਹ ਆਪਣੀ ਉਸ ਸ਼ਕਤੀ ਨੂੰ ਚੰਚਲਤਾਈਆਂ ਦੇ ਲੁੱਚ ਖੜੁੱਚ ਵਾਲੇ ਮਾੜੇ ਕੰਮਾਂ 'ਤੇ ਖਰਚ ਕਰਨਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨਾਂ ਜ਼ਿੰਮੇਵਾਰੀਆਂ ਨਾਲ ਭਰੀ ਪਈ ਹੈ ਜਿਨ੍ਹਾਂ ਨੂੰ ਮਨੁੱਖ ਨੇ ਆਪਣੇ ਮਨੁੱਖੀ ਕਰਤੱਵਾਂ ਦੇ ਤੌਰ 'ਤੇ ਨਿਭਾਉਣਾ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਖਮਨੀ ਸਾਹਿਬ ਦੀ ਹੇਠ ਲਿਖੀ ਤੁਕ ਇਹਨਾਂ ਜ਼ਿੰਮੇਵਾਰੀਆਂ ਦਾ ਨਮੂਨਾ ਪੇਸ਼ ਕਰਦੀ ਹੈ। ਬ੍ਰਹਮ ਗਿਆਨੀ ਅਨਾਥ ਕਰਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ। ਸੰਨ 1924 ਤੋਂ ਲੈ ਕੇ ਸੰਨ 1949 ਤੱਕ ਦੇ 26 ਸਾਲਾਂ ਦੇ ਸਮੇਂ ਵਿੱਚ ਲੂਲੇ ਦੀ ਸੇਵਾ ਸੰਭਾਲ ਸਮੇਤ ਜਿਹੜੀ ਅਨੇਕ ਪ੍ਰਕਾਰ ਦੀ ਪ੍ਰਾਣੀ ਮਾਤਰ ਦੀ ਸੇਵਾ ਮੈਂ ਕੀਤੀ ਹੋਈ ਸੀ, ਉਸ ਸੇਵਾ ਦਾ ਹੈਰਾਨ ਕਰ ਦੇਣ ਵਾਲਾ ਫਲ ਮੈਨੂੰ ਸ਼ਹੀਦ ਭਾਈ ਮਨੀ ਸਿੰਘ ਸ਼ਹੀਦ ਦੇ ਸ਼ਬਦਾਂ ਦੇ ਰੂਪ 'ਚ ਉਸ ਸਾਲ ਵਿੱਚ ਹੋਏ ਮੇਰੇ ਜੀਵਨ ਦੇ ਉਸ ਖਤਰਨਾਕ ਇਮਤਿਹਾਨ ਦੇ ਉਸ ਅਵਸਰ 'ਤੇ ਮਿਲਿਆ, ਜਿਸ ਇਮਤਿਹਾਨ ਨੇ ਮੇਰੀ ਜ਼ਿੰਦਗੀ ਮੌਤ ਦਾ ਫੈਸਲਾ ਕਰਨਾ ਸੀ ਤੇ ਜਿਹਦਾ ਉੱਤਰ ਦੇਣ ਦੀ ਮੋਹਲਤ ਦਾ ਸਮਾਂ 1 ਸੈਕਿੰਡ ਤੋਂ ਵੀ ਘੱਟ ਸੀ। ਦੁਨੀਆ ਦੇ ਬੰਦੇ ਸੋਚ ਲੈਣ ਕਿ ਇਹ ਸ਼ਬਦ ਕਿਸ ਤਰ੍ਹਾਂ ਬੰਦਿਆਂ ਦੇ ਮੂੰਹ ਤੇ ਚੜ੍ਹਨ, ਇਹ ਇੱਕ ਭੇਦ ਹੈ। ਸੰਨ 1950 ਦੇ ਲਾਗੇ ਸੰਸਾਰ ਪ੍ਰਸਿੱਧ ਰੋਟਰੀ ਸਭਾ ਦੀ ਜਿਹੜੀ ਕੌਮਾਂਤਰੀ ਕਾਨਫਰੰਸ ਅਮਰੀਕਾ ਦੇਸ਼ 'ਚ ਹੋਈ, ਉਸ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਉੱਤਰੀ ਭਾਰਤ ਦੀ ਰੋਟਰੀ ਸਭਾ ਵੱਲੋਂ ਸ਼੍ਰੀ PC ਭੰਡਾਰੀ ਅਮਰੀਕਾ ਗਏ। ਭੰਡਾਰੀ ਸਾਹਿਬ ਅੰਮ੍ਰਿਤਸਰ ਮਿਊਨਸਿਪਲ ਕਮੇਟੀ ਦੇ ਐਗਜ਼ੀਕਟਿਵ ਅਫਸਰ ਸਨ। ਅਮਰੀਕਾ ਤੋਂ ਮੁੜਦਿਆਂ ਹੋਇਆਂ ਇੰਗਲੈਂਡ ਦੇਸ਼ ਵਿੱਚ ਵੀ ਹੋ ਕੇ ਭਾਰਤ ਨੂੰ ਆਏ। ਇੰਗਲੈਂਡ ਵਿੱਚੋਂ ਦੀ ਲੰਘਦਿਆਂ ਹੋਇਆਂ ਉਹਨਾਂ ਨੇ ਲੰਦਨ ਸ਼ਹਿਰ 'ਚ ਵਿਖਿਆਨ ਦਿੱਤਾ। ਆਪ ਦੇ ਵਿਖਿਆਨ ਉੱਤੇ ਰੋਟਰੀ ਸਭਾ ਵਾਲਿਆਂ ਨੇ ਆਪ ਨੂੰ ਕਿਹਾ ਕਿ ਭੰਡਾਰੀ ਸਾਹਿਬ, ਆਪ ਦੇ ਦੇਸ਼ ਦੇ ਬੰਦਿਆਂ ਨੂੰ ਰੋਟਰੀ ਸਭਾ ਦੇ ਅਸੂਲਾਂ ਦੀ ਕੋਈ ਕਦਰ ਨਹੀਂ, ਕਿਉਂਕਿ ਜੇ ਅਜਿਹਾ ਹੁੰਦਾ ਤਾਂ ਸਾਨੂੰ ਭਾਰਤ ਦੀਆਂ ਸੜਕਾਂ ਦੇ ਕੰਢਿਆਂ ਉੱਤੇ ਤੇ ਬਾਜ਼ਾਰਾਂ ਵਿੱਚ ਰੋਗੀ ਅਪਾਹਜ ਬੰਦੇ ਭੀਖ ਮੰਗਦੇ ਤੇ ਬੁਰੇ ਹਾਲੀਂ ਆਪਣੇ ਦਿਨ ਕੱਟਦੇ ਨਜ਼ਰ ਨਾ ਆਉਂਦੇ। ਉਹਨਾਂ ਹੋਰ ਕਿਹਾ ਕਿ ਸਾਡੇ ਦੇਸ਼ 'ਚ ਜਿੱਥੇ ਅਪਾਹਜਾਂ ਲਈ ਅਪਾਹਜ ਖਾਨੇ ਤੇ ਰੋਗੀਆਂ ਲਈ ਹਸਪਤਾਲ ਬਣੇ ਹੋਏ ਹਨ, ਉੱਥੇ ਅਸੀਂ ਗਰੀਬ ਤੇ ਬੇਆਸਰੇ ਅਪਾਹਜਾਂ ਤੇ ਰੋਗੀਆਂ ਲਈ ਇੱਕ ਹੋਰ ਗੱਲ ਵੀ ਕਰਦੇ ਹਾਂ, ਤੇ ਉਹ ਗੱਲ ਇਹ ਹੈ ਕਿ ਅਸੀਂ ਅਪਾਹਜ ਖਾਨਿਆਂ ਤੇ ਹਸਪਤਾਲਾਂ 'ਚ ਜਾਂਦੇ ਹਾਂ ਤੇ ਉੱਥੇ ਪੁੱਜ ਕੇ ਉਹਨਾਂ ਅਪਾਹਜਾਂ ਤੇ ਰੋਗੀਆਂ ਦਾ ਪਤਾ ਕਰਦੇ ਹਾਂ ਜਿਨ੍ਹਾਂ ਦਾ ਕੋਈ ਅਜਿਹਾ ਨਿੱਜੀ ਸੰਬੰਧੀ ਨਹੀਂ ਹੁੰਦਾ ਜਿਹੜਾ ਉਹਨਾਂ ਨੂੰ ਮਿਲਣ ਲਈ ਆਉਂਦਾ ਹੋਵੇ। ਅਜਿਹੇ ਅਪਾਹਜਾਂ ਤੇ ਰੋਗੀਆਂ ਲਈ ਅਸੀਂ ਆਪਣੇ ਨਾਲ ਫਲ ਜਾਂ ਮਠਿਆਈ ਲੈ ਜਾਂਦੇ ਹਾਂ, ਉਹਨਾਂ ਦੀ ਖਬਰ ਲੈਂਦੇ ਹਾਂ ਤੇ ਉਹਨਾਂ ਨੂੰ ਪਿਆਰ ਕਰਦੇ ਹਾਂ। ਉਹਨਾਂ ਪਾਸੋਂ ਮੁੜਨ ਲੱਗਿਆ ਅਸੀਂ ਉਹਨਾਂ ਨੂੰ ਕੋਈ ਅਗਲੀ ਤਰੀਕ ਦੇ ਆਉਂਦੇ ਹਾਂ ਕਿ ਫਲਾਣੇ ਦਿਨ ਅਸੀਂ ਫੇਰ ਮਿਲਣ ਆਵਾਂਗੇ, ਤਾਂ ਜੋ ਉਹਨਾਂ ਨੂੰ ਇਹ ਆਸ ਬੱਝੀ ਰਹੇ ਕਿ ਉਹਨਾਂ ਨੂੰ ਕੋਈ ਮਿਲਣ ਆਏਗਾ ਤੇ ਉਹਨਾਂ ਦਾ ਦੁੱਖ ਸੁੱਖ ਪੁੱਛੇਗਾ। ਉੱਪਰ ਲਿਖੀ ਵਾਰਤਾ ਭੰਡਾਰੀ ਜੀ ਨੇ ਅਮਰੀਕਾ ਤੋਂ ਵਾਪਸ ਅੰਮ੍ਰਿਤਸਰ ਪੁੱਜ ਕੇ ਅੰਮ੍ਰਿਤਸਰ ਦੇ ਰੋਟਰੀ ਕਲੱਬ ਦੀ ਇਕੱਤਰਤਾ ਵਿੱਚ ਬਿਆਨ ਕੀਤੀ, ਜਿਹਨੂੰ ਮੈਂ ਆਪਣੀ ਉਸ ਵੇਲੇ ਦੀ ਫਕੀਰਾਂ ਜੈਸੀ ਹਾਲਤ ਵਿੱਚ
ਕਲੱਬ ਦੀਆਂ ਪੌੜੀਆਂ 'ਚ ਖੜੇ ਹੋ ਕੇ ਸੁਣਿਆ। ਜਿਹੜੀ ਗੱਲ ਲੰਦਨ ਸ਼ਹਿਰ ਦੀ ਰੋਟਰੀ ਸਭਾ ਵਾਲਿਆਂ ਨੇ ਸ੍ਰੀ ਪਦਮ ਚੰਦ ਭੰਡਾਰੀ ਨੂੰ ਕਹੀ, ਉਹ ਭਾਰਤ ਵਾਸੀਆਂ ਦੇ ਸਿਰ ਉੱਤੇ ਕਲੰਕ ਹੈ। ਉਸ ਗੱਲ ਦੇ ਸੰਬੰਧ ਵਿੱਚ K.M. ਪਨੀਕਰ ਦੇ ਹੇਠ ਲਿਖੇ ਬਚਨ ਉਹਨਾਂ ਦੀ ਅੰਗਰੇਜ਼ੀ ਪੁਸਤਕ Essential Features of Indian Culture ਅਰਥਾਤ ਭਾਰਤੀ ਸੱਭਿਆਚਾਰ ਦੇ ਜ਼ਰੂਰੀ ਲੱਛਣ ਵਿੱਚ ਨੋਟ ਕਰਨ ਵਾਲੇ ਹਨ। ਭਾਰਤ ਦੇ ਸੱਭਿਆਚਾਰ ਦੀ ਕਮਜ਼ੋਰੀ ਇਹਦਾ ਕੋਈ ਸਮਾਜਿਕ ਮਨੋਰਥ ਨਾ ਹੋਣਾ ਹੈ। ਭਾਰਤੀ ਜੀਵਨ ਵਿਅਕਤੀ ਤੇ ਟੱਬਰ ਦੇ ਆਲੇ ਦੁਆਲੇ ਹੀ ਘੁੰਮਦਾ ਰਿਹਾ ਹੈ ਤੇ ਬੰਦੇ ਦੀ ਜਿਸ ਸੇਵਾ ਦਾ ਸੰਬੰਧ ਉਹਦੇ ਧਰਮ ਨਾਲ ਹੁੰਦਾ ਹੈ ਤੇ ਜਿਸ ਨੂੰ ਉਹਨੇ ਆਪਣੇ ਟੱਬਰ ਦੇ ਘੇਰੇ ਤੋਂ ਬਾਹਰ ਨਿਕਲ ਕੇ ਕਰਨਾ ਹੁੰਦਾ ਹੈ, ਉਹ ਵੀ ਧਾਰਮਿਕ ਅਸਥਾਨਾਂ ਨਾਲ ਹੀ ਸੰਬੰਧਿਤ ਰਹਿੰਦੀ ਸੀ, ਜਿਵੇਂ ਮੰਦਰ, ਮੱਠ, ਧਰਮਸ਼ਾਲਾ ਆਦਿ। ਕਿਸੇ ਵਿਰਲੇ ਬੰਦੇ ਨੇ ਹੀ ਆਪਣਾ ਦਾਨ ਹਸਪਤਾਲਾਂ, ਬੱਚਿਆਂ ਤੇ ਸਕੂਲਾਂ, ਅਪਾਹਜ ਆਸ਼ਰਮਾਂ ਆਦਿ ਸਮਾਜ ਕਲਿਆਣ ਦੇ ਕੰਮਾਂ ਉੱਤੇ ਖਰਚ ਕੀਤਾ। ਭਾਰਤ ਦੇਸ਼ ਤੋਂ ਬਿਨਾਂ ਕਿਸੇ ਹੋਰ ਦੇਸ਼ 'ਚ ਅੰਗਹੀਣ, ਰੋਗੀ, ਕੋਹੜੇ, ਭਿਆਨਕ ਰੋਗਾਂ ਦੇ ਰੋਗੀ, ਅੰਨੇ, ਬੋਲੇ, ਯਤੀਮ ਬੱਚੇ, ਬੁੱਢੀਆਂ ਮਾਈਆਂ ਆਦਿ ਸੜਕਾਂ, ਕੇਂਦਰੀ ਤੀਰਥ ਅਸਥਾਨਾਂ ਤੇ ਅਜਿਹੀਆਂ ਥਾਵਾਂ ਉੱਤੇ ਜਿੱਥੇ ਲੋਕੀ ਬਹੁਤ ਗਿਣਤੀ 'ਚ ਇਕੱਠੇ ਹੁੰਦੇ ਹੋਣ ਜਾਂ ਧਾਰਮਿਕ ਤਿਉਹਾਰਾਂ ਦੇ ਅਵਸਰਾਂ ਉੱਤੇ ਆਮ ਜਨਤਾ ਦੀਆਂ ਅੱਖਾਂ ਸਾਹਮਣੇ ਦੇਖਣ 'ਚ ਨਹੀਂ ਆਉਂਦੇ, ਜਿਨ੍ਹਾਂ ਵੱਲ ਕਿਸੇ ਦਾ ਵੀ ਧਿਆਨ ਨਾ ਹੋਵੇ ਤੇ ਜਿਨ੍ਹਾਂ ਬਾਰੇ ਹਰ ਕੋਈ ਇਹੋ ਸਮਝਦਾ ਹੋਵੇ ਕਿ ਉਹਨਾਂ ਦੀ ਹੁਣ ਸਮਾਜ ਨੂੰ ਕੋਈ ਲੋੜ ਨਹੀਂ। ਪਨੀਕਰ ਨੇ ਲਿਖਿਆ ਹੈ ਕਿ ਜੇ ਕਿਤੇ ਭਾਰਤ ਦੇ ਸੱਭਿਆਚਾਰ 'ਚ ਦਇਆ ਜਾਂ ਸਮਾਜਿਕ ਆਤਮਾ ਦਾ ਅਹਿਸਾਸ ਵਧੇਰੇ ਹੁੰਦਾ ਤਾਂ ਭਾਰਤ ਦੇ ਬੰਦੇ ਉੱਪਰ ਲਿਖੀਆਂ ਸ਼੍ਰੇਣੀਆਂ ਦੇ ਤਰਸਯੋਗ ਪ੍ਰਾਣੀਆਂ ਨਾਲ ਐਡੀ ਵੱਡੀ ਨਿਰਦਇਤਾ ਦਾ ਸਲੂਕ ਨਾ ਕਰਦੇ। ਉਹਨੇ ਹੋਰ ਲਿਖਿਆ ਕਿ ਭਾਰਤ ਵਾਸੀਆਂ ਦੇ ਧਾਰਮਿਕ ਭਾਵਾਂ ਵਿੱਚ ਮਨੁੱਖੀ ਸੱਭਿਅਤਾ ਦੇ ਦ੍ਰਿਸ਼ਟੀਕੋਣ ਤੋਂ ਇਸੇ ਗੱਲ ਦੀ ਘਾਟ ਸੀ, ਜਿਸ ਵੱਲ ਸਵਾਮੀ ਵਿਵੇਕਾਨੰਦ ਨੇ ਹੇਠ ਲਿਖੇ ਸ਼ਬਦਾਂ 'ਚ ਇਸ਼ਾਰਾ ਕੀਤਾ, ਮੈਂ ਅਜਿਹਾ ਮਜ਼ਹਬ ਨਹੀਂ ਚਾਹੁੰਦਾ ਜਿਹੜਾ ਵਿਧਵਾ ਦੀਆਂ ਗੱਲਾਂ ਤੋਂ ਹੰਝੂ ਨਾ ਪੂੰਝੇ ਤੇ ਜਿਹੜਾ ਕਿਸੇ ਯਤੀਮ ਬੱਚੇ ਦੇ ਮੂੰਹ ਵਿੱਚ ਪ੍ਰਸ਼ਾਦਾ ਨਾ ਪਾਵੇ। ਪਨੀਕਰ ਨੇ ਲਿਖਿਆ ਕਿ ਭਾਰਤ ਦੇ ਸੱਭਿਆਚਾਰ ਦੇ ਇਤਿਹਾਸ ਵਿੱਚ ਇਸ ਗੱਲ ਨੂੰ ਪ੍ਰਵਾਨ ਹੋਇਆਂ ਬਹੁਤ ਚਿਰ ਨਹੀਂ ਹੋਇਆ ਕਿ ਸਮਾਜਿਕ ਜ਼ਿੰਮੇਵਾਰੀਆਂ ਵੀ ਮਨੁੱਖੀ ਸੱਭਿਆਚਾਰ ਦਾ ਜ਼ਰੂਰੀ ਹਿੱਸਾ ਹੁੰਦੀਆਂ ਹਨ। ਭਾਰਤ ਦੇ ਸੱਭਿਆਚਾਰ ਦੀ ਇਸ ਘਾਟ ਦੇ ਪੂਰਾ ਹੋਣ ਕਾਰਨ ਵੀ ਇਸ ਦੇਸ਼ 'ਚ ਆਉਣ ਵਾਲੇ ਹੋਰਨਾਂ ਮਜ਼ਹਬਾਂ ਦੇ ਬੰਦਿਆਂ ਦਾ ਸੰਪਰਕ ਸੀ, ਜਿਨ੍ਹਾਂ ਨੂੰ ਗਰੀਬ, ਬੇਆਸਰੇ, ਰੋਗੀਆਂ ਤੇ ਅਪਾਹਜਾਂ ਦੀ ਸੇਵਾ ਸੰਭਾਲ ਕਰਦਿਆਂ ਨੂੰ ਦੇਖ ਕੇ ਭਾਰਤ ਵਾਸੀਆਂ ਨੂੰ ਵੀ ਆਪਣੇ ਸੱਭਿਆਚਾਰ ਨੂੰ ਉੱਚਾ ਕਰਨ ਦਾ ਖਿਆਲ ਆਇਆ। ਪਨੀਕਰ ਨੇ ਲਿਖਿਆ ਹੈ ਕਿ ਭਾਰਤ ਦੇ ਪੁਰਾਤਨ ਸੱਭਿਆਚਾਰ ਵਿੱਚ 3 ਦੱਦੇ ਹੀ ਮਨੁੱਖੀ ਧਰਮ ਦਾ ਜ਼ਰੂਰੀ ਹਿੱਸਾ ਮੰਨੇ ਗਏ ਹਨ: ਕੰਪੈਸ਼ਨ, ਰੈਸਟ੍ਰੇਂਟ ਐਂਡ ਚੈਰਿਟੀ। ਦੱਦਾ ਦਇਆ, ਦੱਦਾ ਦਮਨ, ਦੱਦਾ ਦਾਨ। ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਭਾਰਤ ਵਾਸੀਆਂ ਦੀ ਦਿਨ ਪ੍ਰਤੀ ਦਿਨ ਦੀ ਵਰਤੋਂ ਵਿੱਚ ਇਹਨਾਂ 3 ਗੁਣਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਪਨੀਕਰ ਨੇ ਆਪਣੇ ਲੇਖ ਵਿੱਚ ਰੰਤੀ ਦੇਵ, ਯੁਧਿਸ਼ਟਰ, ਭਗਵਾਨ ਬੁੱਧ ਤੇ ਜੈਨ ਧਰਮ ਦੇ ਤੀਰ ਬੰਕਰਾਂ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਉਹਨਾਂ ਨੇ ਆਪਣੀ ਮਿਸਾਲ ਦੁਆਰਾ ਭਾਰਤ ਵਾਸੀਆਂ ਨੂੰ ਦਇਆ ਦਾ ਉਹ ਸਰੂਪ ਦਰਸਾਇਆ ਸੀ ਜਿਸ ਨਾਲ ਦਇਆ ਦੇ ਗੁਣ ਨੂੰ ਇਕੱਲੇ ਬੰਦੇ ਜਾਂ ਸਾਰੇ ਸਮਾਜ ਲਈ ਵਰਤਿਆ ਜਾ ਸਕਦਾ ਹੈ। ਭਾਰਤ ਦੇ ਪ੍ਰਸਿੱਧ ਮਾਸਿਕ ਪੱਤਰ ਮਾਡਰਨ ਰਿਵਿਊ ਵਿੱਚ ਬੁੱਧ ਧਰਮ ਬਾਰੇ ਅਜਿਹਾ ਲੇਖ ਨਿਕਲਿਆ ਕਰਦੇ ਸਨ ਕਿ ਬੁੱਧ ਧਰਮ ਦੇ ਅਸਰ ਹੇਠ ਆ ਕੇ ਅਸ਼ੋਕ ਵਰਗੇ ਰਾਜਿਆਂ ਨੇ ਰੋਗੀ ਤੇ ਅਪਾਹਜ ਬੰਦਿਆਂ ਲਈ ਹਸਪਤਾਲ ਤੇ ਅਪਾਹਜ ਖਾਨੇ ਤੇ ਪਸ਼ੂਆਂ ਲਈ ਹਸਪਤਾਲ ਬਣਾਏ। ਪਨੀਕਰ ਨੇ ਜਿਹੜੀ ਵਡਿਆਈ ਆਪਣੇ ਇਸ ਲੇਖ ਵਿੱਚ ਈਸਾਈ ਧਰਮ, ਬੁੱਧ ਧਰਮ ਤੇ ਜੈਨ ਧਰਮ ਨੂੰ ਦਿੱਤੀ ਹੈ, ਸਿੱਖ ਗੁਰੂ ਸਾਹਿਬਾਨ ਦਾ ਧਰਮ ਵੀ ਉਸ ਵਡਿਆਈ ਦਾ ਪੂਰੀ ਤਰ੍ਹਾਂ ਅਧਿਕਾਰੀ ਹੈ। ਸ੍ਰੀ ਦਰਬਾਰ ਸਾਹਿਬ ਦੀ ਗੋਲਕ ਤੇ ਲੰਗਰ ਦੀ ਮਰਿਆਦਾ ਵਿੱਚ ਜੋ ਪਹਿਲ ਬੇਆਸਰੇ ਰੋਗੀਆਂ ਤੇ ਅਪਾਹਜਾਂ ਨੂੰ ਦਿੱਤੀ ਗਈ ਹੈ, ਉਹ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਤਪਦਿਕ ਦੇ 90 ਲੱਖ ਰੋਗੀਆਂ ਲਈ ਕੇਵਲ 35,000 ਤੇ ਪਾਗਲਪਨ ਦੇ 50 ਲੱਖ ਰੋਗੀਆਂ ਲਈ ਕੇਵਲ 22,000 ਨੂੰ ਸੰਭਾਲਣ ਦਾ ਪ੍ਰਬੰਧ ਭਾਰਤ ਦੇ ਦਿਮਾਗੀ ਹਸਪਤਾਲਾਂ ਵਿੱਚ ਹੈ। ਰੋਗ ਦੇ ਵੱਧ ਜਾਣ ਨਾਲ ਬੇਇਲਾਜੇ ਹੋ ਚੁੱਕੇ ਰੋਗੀਆਂ ਨੂੰ ਹਸਪਤਾਲ ਦਾਖਲ ਹੀ ਨਹੀਂ ਕਰਦੇ। ਪਾਗਲਪਨ ਦੇ ਰੋਗੀਆਂ ਵਿੱਚ ਨੌਜਵਾਨ ਪਾਗਲ ਇਸਤਰੀਆਂ ਦਾ ਮਸਲਾ ਸਭ ਤੋਂ ਵਧੇਰੇ ਚਿੰਤਾ ਭਰਿਆ ਹੈ, ਜਿਹੜੀਆਂ ਘਰਾਂ ਤੋਂ ਨਿਕਲ ਕੇ ਆਪਣੀ ਜਾਨ ਤੇ ਇੱਜ਼ਤ ਨੂੰ ਖਤਰੇ 'ਚ ਪਾਉਂਦੀਆਂ ਹਨ। ਇਸ ਕੰਮ ਨੂੰ ਮੈਂ ਇੱਕ ਨਿਰਧਨ ਬੰਦੇ ਦੇ ਤੌਰ ਤੇ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਦੇ ਕੰਢਿਆਂ ਉੱਤੇ ਤੇ ਆਪਣੇ ਹੱਥਾਂ ਦੀ ਸੇਵਾ ਨਾਲ ਆਰੰਭ ਕੀਤਾ ਸੀ।
ਦੇਸ਼ ਦੀ ਅਣਖ ਦੀ ਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਇਸ ਕੰਮ ਦੀ ਮਹੱਤਤਾ ਦਾ ਪਤਾ ਉਸ ਮਿਹਣੇ ਤੋਂ ਲੱਗਦਾ ਹੈ ਜਿਹੜਾ ਲੰਦਨ ਦੀ ਰੋਟਰੀ ਸਭਾ ਦੇ ਮੈਂਬਰਾਂ ਨੇ ਭੰਡਾਰੀ ਸਾਹਿਬ ਨੂੰ ਦਿੱਤਾ। ਇਸ ਕੰਮ ਦੀ ਸਫਲਤਾ ਲਈ ਮੇਰੀ ਆਸ ਗੁਰੂ ਕੀ ਨਗਰੀ ਹੈ। ਪਿੰਗਲਵਾੜਾ ਅੰਮ੍ਰਿਤਸਰ ਸ਼ਹਿਰ ਦੇ ਪੂਰੇ ਦਰਜੇ ਦੇ ਸਰਕਾਰੀ ਹਸਪਤਾਲ ਦੇ ਇਲਾਜ ਦੇ ਆਸਰੇ ਹੀ ਉਹਨਾਂ 350 ਅਪਾਹਜਾਂ ਤੇ ਰੋਗੀਆਂ ਨੂੰ ਸੰਭਾਲ ਰਿਹਾ ਹੈ, ਜਿਹੜੇ ਇਲਾਜ ਦੇ ਯੋਗ ਜਾਂ ਬੇਇਲਾਜੇ ਹੋਣ ਦੇ ਬਾਵਜੂਦ ਆਪਣੇ ਇਲਾਜ ਤੇ ਸੇਵਾ ਸੰਭਾਲ ਲਈ ਹਸਪਤਾਲ 'ਚ ਦਾਖਲ ਹੋਣ ਦੇ ਅਧਿਕਾਰੀ ਹੁੰਦੇ ਹਨ। 30,000 ਰੁਪਏ ਰੋਜ਼ ਦਾ ਖਰਚ ਉਹਨਾਂ ਧਰਮੀ ਬੰਦਿਆਂ ਦੇ ਆਸਰੇ ਚੱਲ ਰਿਹਾ ਹੈ, ਜਿਹੜੇ ਧਰਮ ਦੇ ਕਾਰਜਾਂ ਲਈ ਦਸਵੰਧ ਕੱਢਣਾ ਜਾਂ ਵਿੱਤ ਅਨੁਸਾਰ ਦਾਨ ਕਰਨਾ ਆਪਣਾ ਮਨੁੱਖੀ ਕਰਤੱਵ ਗਿਣਦੇ ਹਨ। ਪਿੰਗਲਵਾੜੇ ਨੂੰ ਹੋਂਦ ਵਿੱਚ ਲਿਆਉਣ ਵਾਲੇ ਮੇਰੇ ਵਰਗੇ ਨਿਰਧਨ ਬੰਦੇ ਦੀ ਪੂੰਜੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੇਠ ਲਿਖੇ ਸ਼ਬਦ ਤੋਂ ਪ੍ਰੇਰਨਾ ਲੈਣ ਵਾਲੇ ਅਜਿਹੇ ਗੁਰਮੁਖੀ ਹਨ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਰਹਾਉ। ਤਿਸ ਸੇਵਕ ਕੈ ਹਉ ਬਲਿਹਾਰੀ, ਜੋ ਆਪਣੇ ਪ੍ਰਭ ਭਾਵੈ, ਤਿਸ ਕੀ ਸੋਈ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੈ। ਇਹ ਉਹ ਪੂੰਜੀ ਹੈ ਜਿਸ ਨੂੰ ਸਿੱਖ ਗੁਰੂ ਸਾਹਿਬਾਨ ਇਕੱਲੇ ਇਕੱਲੇ ਦਸਵੰਧ ਕੱਢਣ ਵਾਲੇ ਗੁਰਸਿੱਖ ਦੀ ਜੇਬ ਦੇ ਬੈਂਕ ਵਿੱਚ ਜਮ੍ਹਾਂ ਕਰਾ ਗਏ ਹਨ, ਤੇ ਇਸ ਸ਼ਬਦ ਦੇ ਚੈੱਕ ਦੁਆਰਾ ਮੇਰੇ ਜਿਹੇ ਨਿਰਧਨ ਬੰਦੇ ਧਰਮੀ ਬੰਦਿਆਂ ਦੀਆਂ ਜੇਬਾਂ ਵਿੱਚੋਂ ਲੋੜ ਅਨੁਸਾਰ ਮਾਇਆ ਦੇ ਗੱਫੇ ਲੈਂਦੇ ਰਹਿੰਦੇ ਹਨ। 24 ਅਗਸਤ 1970 ਵਾਲੇ ਦਿਨ ਜੰਮੂ ਤੋਂ ਇੱਕ ਸਿੱਖ ਨੌਜਵਾਨ ਪਿੰਗਲਵਾੜੇ ਲਈ 30 ਰੁਪਏ ਦਾਨ ਲੈ ਕੇ ਆਇਆ, ਤੇ ਜਦੋਂ ਮੈਂ ਰਸੀਦ ਕੱਟਣ ਲਈ ਉਸ ਤੋਂ ਉਹਦਾ ਨਾਮ ਪੁੱਛਿਆ ਤਾਂ ਉਹ ਬੋਲਿਆ ਕਿ ਇਹ ਪੈਸੇ ਦਸਵੰਧ ਦੇ ਹਨ। ਇਹਨਾਂ ਦੀ ਰਸੀਦ ਸਾਡੇ ਨਾਂ ਦੀ ਨਹੀਂ ਕੱਟੀ ਜਾ ਸਕਦੀ, ਕਿਉਂਕਿ ਦਸਵੰਧ ਦੇ ਪੈਸੇ ਗੁਰੂ ਦੇ ਪੈਸੇ ਹੁੰਦੇ ਹਨ। ਮੇਰੇ ਹਿਰਦੇ ਨੇ ਉਸ ਸਮੇਂ ਦਾਨੀ ਦੇ ਉੱਤਰ ਤੋਂ ਇਉਂ ਵਾਲਾ ਖਾਧਾ, ਹੇ ਗੁਰੂ ਅਰਜਨ ਦੇਵ ਜੀ, ਨਿਰਧਨ ਸੇਵਕਾਂ ਲਈ ਜਿਹੜੀ ਤੁਸੀਂ ਦਸਵੰਧ ਦੀ ਰੀਤ ਚਲਾ ਕੇ ਗੁਰਸਿੱਖਾਂ ਦੀ ਜੇਬਾਂ ਦੇ ਬੈਂਕਾਂ 'ਚ ਅਤੁੱਟ ਖਜ਼ਾਨੇ ਜਮ੍ਹਾਂ ਕਰਾ ਗਏ ਹੋ, ਉਸ ਲਈ ਮੈਂ ਧੰਨਵਾਦ ਦੇ ਵਲਵਲਿਆਂ ਦੇ ਭਾਰ ਨਾਲ ਰੋਂਦਾ ਹੋਇਆ ਹੀ ਆਪ ਜੀ ਦਾ ਧੰਨਵਾਦ ਕਰ ਸਕਦਾ ਹਾਂ। ਤੁਮ ਮਿਹਰਬਾਨ ਦਾਸ ਹਮ ਦੀਨਾ, ਨਾਨਕ ਸਾਹਿਬ ਭਰਪੂਰ ਲੀਨਾ। ਸਿਨਮੇ ਦੀ ਪਹਿਲੀ ਬੋਲੀ ਦੀ ਉਜਰਦਾਰੀ। ਜਦ ਕਿਸ਼ਨ ਦੇਵ ਨਾਮ ਦੇ ਇੱਕ ਬੰਦੇ ਨੇ ਸਿਨਮੇ ਦੀ ਇਮਾਰਤ ਦੀ ਪਹਿਲੀ ਬੋਲੀ ਦੇ ਵਿਰੁੱਧ ਉਜਰਦਾਰੀ ਕਰ ਦਿੱਤੀ ਕਿ ਇਮਾਰਤ ਥੋੜ੍ਹੀ ਰਕਮ ਤੇ ਨਿਲਾਮ ਹੋਈ ਹੈ, ਤਾਂ ਮੈਂ ਮਾਸਟਰ ਤਾਰਾ ਸਿੰਘ ਜੀ ਦੇ ਘਰ ਉਹਨਾਂ ਨੂੰ ਮਿਲਣ ਗਿਆ। ਸਵੇਰ ਦਾ ਵੇਲਾ ਸੀ। ਉਹ ਆਪਣੇ ਕਮਰੇ ਅੰਦਰ ਮੰਜੇ ਤੇ ਬੈਠੇ ਸਨ। ਉਹਨਾਂ ਦੇ ਕਮਰੇ 'ਚ ਸੋਫਾ ਸੈੱਟ ਤੇ ਕਾਲੀਨ ਨਹੀਂ ਹੁੰਦੇ ਸਨ। ਕੁਰਸੀ ਸ਼ਾਇਦ ਹੁੰਦੀ ਹੋਵੇ। ਉਹ ਸਦਾ ਮੰਜੇ ਤੇ ਬੈਠ ਕੇ ਪ੍ਰਸੰਨ ਹੁੰਦੇ ਸਨ। ਉਹਨਾਂ ਦੇ ਘਰ ਇੱਕ ਰਿਸ਼ਤੇਦਾਰ ਆਇਆ ਹੋਇਆ ਸੀ, ਜਿਹੜਾ ਉਹਨਾਂ ਦੇ ਪਾਸ ਬੈਠਾ ਹੋਇਆ ਸੀ। ਮੇਰੇ ਜਾਣ ਉੱਤੇ ਉਹ ਆਪਣੇ ਰਿਸ਼ਤੇਦਾਰ ਨਾਲ ਮੇਰੇ ਬਾਰੇ ਗੱਲਾਂ ਕਰਨ ਲੱਗ ਪਏ ਸਨ। ਮੈਂ ਕੁਝ ਦੂਰ ਹੋ ਕੇ ਬੈਠ ਗਿਆ। ਮੇਰੇ ਜਾਣ ਤੇ ਉਹਨਾਂ ਉਸਨੂੰ ਕਿਹਾ ਕਿ ਅਸੀਂ ਭਗਤ ਪੂਰਨ ਸਿੰਘ ਨੂੰ ਇਮਾਰਤ ਲੈ ਕੇ ਦੇ ਰਹੇ ਹਾਂ। ਮੈਂ ਕਿਹਾ ਕਿ ਮਾਸਟਰ ਜੀ, ਇਮਾਰਤ ਦੀ ਬੋਲੀ ਵਧਣੀ ਹੈ ਤੇ ਤੁਸੀਂ ਪਾਸ ਹੋਈ ਰਕਮ ਤੋਂ ਛੁੱਟ 10,000 ਹੋਰ ਪਾਸ ਕਰ ਦਿਓ। ਮੈਨੂੰ ਉਹਨਾਂ ਨੇ ਕਿਹਾ ਕਿ ਪੂਰਨ ਸਿੰਘਾ, ਮੈਂ ਆਪਣੀ ਪ੍ਰਧਾਨਗੀ ਦੇ ਅਖਤਿਆਰ ਨਾਲ ਹੋਰ ਰੁਪਇਆ ਪਾਸ ਨਹੀਂ ਕਰਾਂਗਾ। ਇਹ ਰਕਮ ਮੈਂ ਕਮੇਟੀ ਦੀ ਬੈਠਕ 'ਚ ਪਾਸ ਕਰਵਾ ਦਿਆਂਗਾ। ਮੈਂ ਕਿਹਾ, ਮਾਸਟਰ ਜੀ, ਤੁਹਾਡੇ ਕੀਤੇ ਦੀ ਕਿਹੜੀ ਕਿਸੇ ਨੇ ਵਿਰੋਧਤਾ ਕਰਨੀ ਹੈ? ਉਹ ਕਹਿਣ ਲੱਗੇ, ਪੂਰਨ ਸਿੰਘਾ, ਜੇ ਪਿੰਗਲਵਾੜੇ ਲਈ ਮੈਂ 10,000 ਰੁਪਇਆ ਆਪਣੀ ਪ੍ਰਧਾਨਗੀ ਦੇ ਅਖਤਿਆਰ ਨਾਲ ਕਮੇਟੀ ਦੀ ਪ੍ਰਵਾਨਗੀ ਦੀ ਆਸ 'ਤੇ ਪਾਸ ਕਰ ਦਿਆਂ ਤਾਂ ਕੋਈ ਮੇਰੀ ਇਹ ਗੱਲ 'ਤੇ ਇਤਰਾਜ਼ ਨਹੀਂ ਕਰੇਗਾ, ਕਿਉਂਕਿ ਪਿੰਗਲਵਾੜੇ ਬਾਰੇ ਸਭ ਦੇ ਹਿਰਦੇ 'ਚ ਸਤਿਕਾਰ ਹੈ। ਪਰ ਜੇ ਮੈਂ ਪ੍ਰਧਾਨਗੀ ਦੇ ਅਖਤਿਆਰ ਨਾਲ ਰੁਪਈਆ ਪਾਸ ਕਰਨ ਦੀ ਆਦਤ ਪਾ ਲਵਾਂ ਤਾਂ ਮੈਂ ਕਿਸੇ ਵੇਲੇ ਨੁਕਸਾਨ ਉਠਾਵਾਂਗਾ। ਹੋ ਸਕਦਾ ਹੈ ਕਿ ਮੇਰੇ ਪਾਸੋਂ ਕੋਈ ਅਜਿਹੀ ਰਕਮ ਪਾਸ ਹੋ ਜਾਏ ਜਿਹਨੂੰ ਕਮੇਟੀ ਪਾਸ ਨਾ ਕਰੇ ਤੇ ਉਹ ਰਕਮ ਮੇਰੇ ਸਿਰ 'ਤੇ ਪੈ ਜਾਏ। ਮਾਸਟਰ ਜੀ ਨੇ ਕਮੇਟੀ ਦੀ ਇਕੱਤਰਤਾ 'ਚ 10,000 ਰੁਪਇਆ ਹੋਰ ਪਾਸ ਕਰਵਾ ਦਿੱਤਾ। ਉਸ ਮਤੇ ਦੇ ਨਾਲ ਮਾਸਟਰ ਜੀ ਨੇ ਇੱਕ ਹੋਰ ਮਤਾ ਵੀ ਪਾਸ ਕਰਵਾ ਦਿੱਤਾ ਕਿ ਅਸੀਂ ਸਮਝਦੇ ਹਾਂ ਕਿ ਪਿੰਗਲਵਾੜੇ ਦੀਆਂ ਲੋੜਾਂ ਲਈ ਸਿਨੇਮੇ ਦੀ ਇਮਾਰਤ ਬਹੁਤ ਛੋਟੀ ਹੈ। ਅਸੀਂ ਪਿੰਗਲਵਾੜੇ ਲਈ ਇਮਾਰਤ ਕਮੇਟੀ ਦੀ ਉਸ ਜਗ੍ਹਾ 'ਚ ਬਣਵਾ ਕੇ ਦਿਆਂਗੇ ਜਿਹੜੀ ਸ਼ਹੀਦਗੰਜ ਸ਼ਹੀਦ ਬਾਬਾ ਦੀਪ ਸਿੰਘ ਦੇ ਸਾਹਮਣੇ ਬੱਚਿਆਂ ਦੇ ਕਬਰਿਸਤਾਨ ਦੀ ਜਗ੍ਹਾ ਹੈ, ਤੇ ਕਬਰਿਸਤਾਨ ਨੂੰ ਜਗ੍ਹਾ ਅਸੀਂ ਹੋਰ ਦੇ ਦਿਆਂਗੇ। ਸਿਨੇਮੇ ਦੀ ਇਮਾਰਤ ਦੀ ਬੋਲੀ ਹੋਈ। ਗਿਆਨੀ ਹਰਚਰਨ ਸਿੰਘ ਜੀ ਹੁਡਿਆਲਾ ਬੋਲੀ ਦੇਣ ਆਏ। ਬੋਲੀ 60,000 ਤੋਂ ਟੱਪਣੀ ਸੀ। ਸੁਣਨ 'ਚ ਆਇਆ ਸੀ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਪ੍ਰਦੇਸ਼ ਸਰਕਾਰ ਨੂੰ ਇਹ ਹਦਾਇਤ ਭੇਜੀ ਹੋਈ ਸੀ ਕਿ ਨਵੇਂ ਸਿਨੇਮਿਆਂ ਦੇ ਲਾਇਸੈਂਸ ਪਾਸ ਨਾ ਕੀਤੇ ਜਾਣ। ਸਿਨੇਮਿਆਂ
ਤੇ ਖਰਚ ਕੀਤੇ ਜਾਣ ਵਾਲੇ ਸੀਮੈਂਟ ਤੇ ਇੱਟਾਂ ਵਧੇਰੇ ਲਾਭਦਾਇਕ ਕੰਮਾਂ ਤੇ ਖਰਚ ਕੀਤੀਆਂ ਜਾਣ, ਕਿਉਂਕਿ ਦੇਸ਼ ਗਰੀਬ ਹੈ। ਦੇਸ਼ ਦੀ ਉਸਾਰੀ ਹੋਣੀ ਚਾਹੀਦੀ ਹੈ। ਜਿਹੜਾ ਮਤਾ ਮਾਸਟਰ ਜੀ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦਗੰਜ ਦੇ ਕਬਰਿਸਤਾਨ ਵਿੱਚ ਇਮਾਰਤ ਬਣਾਉਣ ਲਈ ਪਾਸ ਕਰਵਾਇਆ, ਉਹ ਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਵਿੱਚ 4 ਸਾਲ ਪਾਸ ਹੁੰਦਾ ਰਿਹਾ। ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੱਤਰ ਸਰਦਾਰ ਹਰਨਾਮ ਸਿੰਘ 4 ਸਾਲ ਇਹੀ ਕਹੀ ਗਿਆ ਕਿ ਭਗਤ ਜੀ, ਤੁਸੀਂ ਸਾਨੂੰ ਪਿੰਗਲਵਾੜੇ ਦੀ ਇਮਾਰਤ ਬਣਾਉਣ ਦੀ ਆਗਿਆ ਦਿਓ, ਪਰ ਮੈਂ ਨਾ ਮੰਨਿਆ। ਕਾਰਨ ਇਹ ਸੀ ਕਿ ਰੋਗੀਆਂ ਦਾ ਇਲਾਜ ਅਸੀਂ ਗੁਰੂ ਤੇਗ ਬਹਾਦਰ ਹਸਪਤਾਲ ਤੋਂ ਕਰਵਾਉਂਦੇ ਸਾਂ। ਮੈਂ ਤਾਂ ਇਹ ਕਾਰਜ ਘਰਾਂ ਦੇ ਪ੍ਰਸ਼ਾਦੇ ਉਗਰਾ ਕੇ ਆਰੰਭ ਕੀਤਾ ਸੀ। ਮੈਂ ਉਸ ਹਸਪਤਾਲ ਦੇ ਲਾਗੇ ਜਗ੍ਹਾ ਚਾਹੁੰਦਾ ਸਾਂ। ਬੱਚਿਆਂ ਦਾ ਕਬਰਿਸਤਾਨ ਬਹੁਤ ਦੂਰ ਸੀ। ਪਾਗਲਾਂ ਦਾ ਇਲਾਜ ਅਸੀਂ ਦਿਮਾਗੀ ਹਸਪਤਾਲ ਤੋਂ ਕਰਵਾਉਂਦੇ ਹਾਂ। ਦਿਮਾਗੀ ਹਸਪਤਾਲ ਗੁਰੂ ਤੇਗ ਬਹਾਦਰ ਹਸਪਤਾਲ ਤੋਂ 3 ਕਿਲੋਮੀਟਰ ਦੂਰ ਹੈ। 4 ਪਹੀਆਂ ਵਾਲੀ ਗੱਡੀ ਤੇ ਸੇਵਾਦਾਰ ਪਾਗਲਾਂ ਨੂੰ ਖਿੱਚ ਕੇ ਲੈ ਜਾਂਦਾ ਹੈ। ਇੱਕ ਟਰਾਲੀ 'ਚ 4 ਕੁ ਪਾਗਲ ਹੁੰਦੇ ਹਨ। 3 ਟਰਾਲੀਆਂ ਪ੍ਰਤੀ ਦਿਨ ਪਾਗਲਖਾਨੇ ਨੂੰ ਜਾਂਦੀਆਂ ਹਨ। ਦਿਨ ਦੇ 12 ਵਜੇ ਪਾਗਲਖਾਨੇ ਤੋਂ ਗੱਡੀਆਂ ਮੁੜਦੀਆਂ ਹਨ। 5 ਮੀਲ ਤੋਂ ਦੁਪਹਿਰ ਦੀ ਧੁੱਪ 'ਚ ਗੱਡੀ ਖਿੱਚ ਕੇ ਲਿਆਉਣੀ ਕੋਈ ਆਸਾਨ ਕੰਮ ਨਹੀਂ ਹੁੰਦਾ। ਇੱਕ ਗੱਲ ਮੈਂ ਇਹ ਸੋਚੀ ਸੀ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਮਾਰਤ ਵਿੱਚ ਪਿੰਗਲਵਾੜਾ ਚੱਲੇ ਤਾਂ ਹੋ ਸਕਦਾ ਹੈ ਕਿ ਕਿਸੇ ਵੇਲੇ ਮੇਰੀ ਸ਼੍ਰੋਮਣੀ ਕਮੇਟੀ ਦੇ ਕਿਸੇ ਮੈਂਬਰ ਜਾਂ ਪ੍ਰਧਾਨ ਨਾਲ ਵਿਗੜ ਜਾਏ। ਫਿਰ ਕੰਮ ਖਰਾਬ ਹੋਏਗਾ। ਜੇ ਕਿਸੇ ਪ੍ਰਧਾਨ ਨੇ ਜਾਂ ਮੈਂਬਰ ਨੇ ਗੁਰਦੁਆਰਿਆਂ ਦੇ ਪ੍ਰਬੰਧ 'ਚ ਕੋਈ ਨਲਾਇਕੀ ਕੀਤੀ ਤਾਂ ਮੈਨੂੰ ਗੁਰੂ ਘਰ ਦੇ ਹਿੱਤ ਲਈ ਰੋਸ ਵਜੋਂ ਬੋਲਣਾ ਪਏਗਾ। ਮੈਂ ਚਾਹੁੰਦਾ ਸਾਂ ਕਿ ਇਮਾਰਤ ਦੀ ਸਮੱਸਿਆ ਜਨਤਾ ਵੱਲੋਂ ਸਾਂਝੇ ਤੌਰ 'ਤੇ ਹੱਲ ਹੋਵੇ, ਕਿਉਂਕਿ ਇਹ ਕੰਮ ਕਿਸੇ ਖਾਸ ਮਜ਼ਹਬ ਦੇ ਰੋਗੀਆਂ ਤੇ ਅਪਾਹਜਾਂ ਲਈ ਨਹੀਂ ਕੀਤਾ ਜਾ ਰਿਹਾ, ਬਲਕਿ ਮਨੁੱਖ ਮਾਤਰ ਮਜ਼ਹਬ ਲਈ ਕੀਤਾ ਜਾ ਰਿਹਾ। ਇਸ ਤਰ੍ਹਾਂ ਜੇ ਟੁੱਟੀ ਲੱਤ ਵਾਲਾ ਕੋਈ ਪਸ਼ੂ ਪਿੰਗਲਵਾੜੇ ਆ ਗਿਆ ਤਾਂ ਉਸਨੂੰ ਵੀ ਨਹੀਂ ਮੋੜਿਆ ਗਿਆ। ਟੁੱਟੀਆਂ ਲੱਤਾਂ ਵਾਲੇ 2 ਬੈਲ ਵੀ ਪਿੰਗਲਵਾੜੇ 'ਚ ਸਾਲਾਂ ਦਾ ਪਾਹਜ-ਪੁਣਾ ਕੱਟ ਕੇ ਮਰੇ ਸਨ, ਜਿਹੜੇ ਬਾਹਰੋਂ ਆ ਗਏ ਸਨ। ਸਰਦਾਰ ਹੁਕਮ ਸਿੰਘ ਦੀ ਹਮਦਰਦੀ। ਇਤਫਾਕ ਅਜਿਹਾ ਹੋਇਆ ਕਿ ਸਰਦਾਰ ਹੁਕਮ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਆਏ। ਉਹ ਰਹਿੰਦੇ ਤਾਂ ਸ਼ਾਇਦ ਦਿੱਲੀ ਸਨ। ਉਹ ਦੇਸ਼ ਦੀ ਵੰਡ ਤੋਂ ਪਹਿਲਾਂ ਅਕਾਲੀ ਲੀਡਰ ਰਹੇ ਸਨ। ਮੈਂ ਉਹਨਾਂ ਦਾ ਨਾਮ ਦੇਸ਼ ਦੀ ਵੰਡ ਤੋਂ ਸੁਣਦਾ ਰਹਿੰਦਾ ਸਾਂ। ਸਿਨੇਮੇ ਦੀ ਬੋਲੀ ਦੀ ਲਟਕ ਰਹੀ ਸਮੱਸਿਆ ਦੇ ਸਮੇਂ ਵਿੱਚ ਵੀ ਉਹ ਅਕਾਲੀ ਦਲ ਦੀ ਇਕੱਤਰਤਾ ਲਈ ਅੰਮ੍ਰਿਤਸਰ ਆਏ ਸਨ। ਮੈਨੂੰ ਪਤਾ ਲੱਗਿਆ ਤੇ ਮੈਂ ਦੇਸਰਾਜ ਮੈਨੇਜਰ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਭੇਜਿਆ ਤੇ ਉਹਨੂੰ ਕਿਹਾ ਕਿ ਤੂੰ ਸਰਦਾਰ ਹੁਕਮ ਸਿੰਘ ਨੂੰ ਪਿਆਰ ਦੀ ਹੱਥਕੜੀ ਲਾ ਕੇ ਪਿੰਗਲਵਾੜੇ ਲੈ ਕੇ ਆ। ਉਹਨਾਂ ਪਾਸ ਗਿਆ ਤੇ ਮੇਰੇ ਉਹ ਸ਼ਬਦ ਉਹਨਾਂ ਨੂੰ ਕਹੇ ਤੇ ਉਹਨਾਂ ਨੇ ਕਿਹਾ ਕਿ ਚੰਗਾ, ਮੈਨੂੰ ਲੈ ਚੱਲੋ। ਉਹ ਆਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸੜਕਾਂ ਦੇ ਕੰਢਿਆਂ ਤੇ ਕੰਮ ਆਰੰਭ ਕੀਤਾ ਹੈ। ਤੁਹਾਨੂੰ ਇਸ ਕੰਮ ਦਾ ਫਿਕਰ ਕਰਨਾ ਚਾਹੀਦਾ। ਸਰਦਾਰ ਜੀ ਬੜੇ ਪਿਆਰ ਸਤਿਕਾਰ ਨਾਲ ਗੱਲ ਸੁਣੀ ਤੇ ਗੱਲ ਮਨ 'ਚ ਬਿਠਾ ਕੇ ਚਲੇ ਗਏ। ਮੈਂ ਦੇਸ਼ ਦੀ ਵੰਡ ਤੋਂ ਪਿੱਛੋਂ ਅੰਮ੍ਰਿਤਸਰ ਸ਼ਹਿਰ 'ਚ ਬੇਆਸਰੇ ਅਪਾਹਜਾਂ ਤੇ ਰੋਗੀਆਂ ਦੀ ਸੇਵਾ ਸੰਭਾਲ ਦਾ ਕੰਮ ਆਰੰਭ ਕੀਤਾ। ਇਸ ਕਾਰਜ ਨੂੰ ਕਰਦਿਆਂ ਹੋਇਆਂ ਮੈਨੂੰ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਤੋਂ ਕੁਝ ਲਾਵਾਰਸ ਪਿੰਗਲੇ ਬਾਲਕ ਵੀ ਲੱਭੇ, ਜਿਨ੍ਹਾਂ 'ਚੋਂ ਦੋਹਾਂ ਦਾ ਨਾਮ ਕਾਲੂ ਤੇ ਰੋਲੂ ਰੱਖਿਆ ਗਿਆ। ਕਾਲੂ ਨੂੰ ਮੈਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ 2 ਨੰਬਰ ਪਲੇਟਫਾਰਮ ਤੋਂ ਉਹਦੀ ਲਾਵਾਰਸੀ ਦੀ ਹਾਲਤ ਵਿੱਚ ਲੰਮੇ ਪਏ ਨੂੰ ਚੁੱਕਿਆ ਸੀ। ਉਸ ਬਾਲਕ ਦੀ ਉਮਰ ਉਸ ਵੇਲੇ 10 ਕੁ ਸਾਲ ਦੀ ਹੋਏਗੀ। ਉਹਦੀਆਂ ਦੋਹਾਂ ਲੱਤਾਂ 'ਚ ਕੋਈ ਲਚਕ ਨਹੀਂ ਸੀ ਤੇ ਉਹ ਸਦਾ ਸਿੱਧੀਆਂ ਤਣੀਆਂ ਤਣਾਈਆਂ ਹੀ ਰਹਿੰਦੀਆਂ ਸਨ। ਇਸ ਲਈ ਉਹ ਸਦਾ ਪਿੱਠ ਪਰਨੇ ਸਿੱਧਾ ਲੰਮਾ ਪਿਆ ਰਹਿੰਦਾ ਸੀ। ਉਹ ਨਾ ਕੋਈ ਆਪਣਾ ਕੋਈ ਪਾਸਾ ਪਰਤ ਸਕਦਾ ਸੀ ਤੇ ਨਾ ਹੀ ਕਿਸੇ ਪਾਸੇ ਪਰਨੇ ਉਹ ਲੇਟ ਹੀ ਸਕਦਾ ਸੀ। ਦਿਮਾਗੀ ਤੌਰ ਤੇ ਉਹ ਬਿਲਕੁਲ ਪਸ਼ੂ ਨਿਆਈ ਸੀ। ਉਹਨੂੰ ਆਪਣੇ ਆਲੇ ਦੁਆਲੇ ਦੀ ਦੁਨੀਆ ਦਾ ਕੋਈ ਪਤਾ ਨਹੀਂ ਸੀ। ਉਣੀ ਮਤਲਬ ਰੋਟੀ, ਮਾਣੀ ਮਤਲਬ ਪਾਣੀ। ਕੇਵਲ 2 ਹੀ ਸ਼ਬਦ ਉਹ ਆਪਣੇ ਮੂੰਹੋਂ ਬੋਲਦਾ ਸੀ। ਹੋਰ ਕੋਈ ਸ਼ਬਦ ਨਾ ਹੀ ਉਹਦੇ ਮੂੰਹ 'ਚੋਂ ਨਿਕਲਦਾ ਸੀ ਤੇ ਨਾ ਉਹ ਹੋਰ ਕਿਸੇ ਸ਼ਬਦ ਨੂੰ ਸਮਝਦਾ ਸੀ। ਹਾਂ, ਉਹ ਕਿਸੇ ਵੇਲੇ ਖੁਸ਼ੀ 'ਚ ਆ ਕੇ ਹੱਸਿਆ ਤੇ ਖੇੜਿਆ ਜ਼ਰੂਰ ਕਰਦਾ ਸੀ। ਸੰਨ 1948 ਦੇ ਆਰੰਭ ਦੇ ਮੇਰੇ 7 ਕੁ ਮਹੀਨੇ ਰੇਲਵੇ ਸਟੇਸ਼ਨ ਦੇ ਵਲਗਣ ਅੰਦਰ ਆਰਜ਼ੀ ਰਿਫਿਊਜੀ ਕੈਂਪਾਂ ਦੇ ਅਪਾਹਜਾਂ ਦੀ ਸੇਵਾ ਵਿੱਚ ਨਿਕਲੇ ਸਨ। ਮੇਰਾ ਡੇਰਾ ਕੋਈ ਮਹੀਨੇ ਰੇਲਵੇ ਸਟੇਸ਼ਨ ਦੇ ਕਾਰਖਾਨੇ ਸਾਹਮਣੇ ਇੱਕ ਰੁੱਖ ਦੇ ਹੇਠਾਂ ਸੜਕ ਵਾਲੀ ਪਟੜੀ ਤੇ ਰਿਹਾ ਸੀ ਤੇ ਕਾਲੂ ਵੀ ਸਾਰਾ ਦਿਨ ਉਸ ਰੁੱਖ ਦੇ ਹੇਠਾਂ ਪਟੜੀ ਤੇ ਪਿਆ ਰਹਿੰਦਾ ਸੀ। ਉਸਦੇ ਲਾਗੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਾਲਾ ਲੂਲਾ ਲੜਕਾ ਪਿਆਰਾ ਸਿੰਘ ਪੁੱਠੇ ਗੋਡੇ ਮਾਰ ਕੇ ਬੈਠਾ ਰਿਹਾ ਕਰਦਾ ਸੀ। ਜਿੱਥੇ ਕਾਲੂ ਲੇਟਿਆ ਹੁੰਦਾ ਸੀ ਉੱਥੇ ਉਹ ਸਾਰਾ ਦਿਨ ਪਿਸ਼ਾਬ ਦੀ ਟੱਟੀ ਕਰਿਆ ਕਰਦਾ ਸੀ। ਲਾਹੌਰ ਵਾਲੇ ਲੂਲੇ ਨੂੰ ਤਾਂ ਮੈਂ ਦੋਹਾਂ ਹੱਥਾਂ ਨਾਲ ਚੁੱਕ ਕੇ ਟੱਟੀ ਫਿਰਾਇਆ ਕਰਦਾ ਸਾਂ, ਪਰ ਕਾਲੂ ਪਿਆ ਹੀ ਟੱਟੀ ਫਿਰਿਆ ਕਰਦਾ ਸੀ ਤੇ ਉਸਦੇ ਲੰਮੇ ਪਏ ਦੀ ਸਫਾਈ ਮੈਂ ਕਰਦਾ ਸਾਂ। ਕਾਲੂ ਦੇ ਪਿੰਡੇ ਦਾ ਰੰਗ ਦਾ ਕਾਫੀ ਕਾਲਾ ਹੋਣ ਕਰਕੇ ਮੈਂ ਉਹਦਾ ਨਾਂ ਕਾਲੂ ਰੱਖਿਆ ਸੀ। ਉਹਦੀ ਚਮੜੀ ਐਸੀ ਖੁਰਦਰੀ ਸੀ ਕਿ ਉਸ ਵਿੱਚ ਕੋਈ ਲਿਸ਼ਕ ਨਹੀਂ ਸੀ। ਸੰਨ 1948 ਦੇ ਨਵੰਬਰ ਦੇ ਮਹੀਨੇ 'ਚ ਮੈਨੂੰ ਆਪਣਾ ਡੇਰਾ ਹੁਸੈਨਪੁਰੇ ਦੇ ਰੇਲਵੇ ਫਾਟਕ ਦੇ ਲਾਗੇ
ਇੱਕ ਉਜੜੀ ਹੋਈ ਨਿਕਾਸੀ ਕੋਠੀ ਚਲਾਉਣਾ ਪਿਆ ਸੀ। ਉਸ ਕੋਠੀ ਦੀਆਂ ਕੁਝ ਛੱਤਾਂ ਵੀ ਲੱਥੀਆਂ ਹੋਈਆਂ ਸਨ ਤੇ ਦਰਵਾਜ਼ਿਆਂ ਤੇ ਬਾਰੀਆਂ ਦੇ ਸਾਰੇ ਤਖਤੇ ਵੀ, ਜਿਸ ਕਰਕੇ ਉਸ ਵਿੱਚ ਮੀਂਹ ਪੈਣ ਦੇ ਵੇਲੇ ਹਵਾ ਦੇ ਬਚਾਅ ਲਈ ਜਗ੍ਹਾ ਬਹੁਤ ਥੋੜ੍ਹੀ ਸੀ। ਜਦੋਂ ਸਰਦੀ 'ਚ ਮੀਂਹ ਦੀ ਝੜੀ ਲੱਗੀ ਤਾਂ ਮੈਂ ਕਾਲੂ ਨੂੰ ਸਰਦੀ ਦੇ ਬਚਾਅ ਲਈ ਹਸਪਤਾਲ ਦੇ ਲਾਗੇ ਦੀ ਰਾਮ ਬਾਗ ਦੀ ਮਹਾਰਾਜਾ ਰਣਜੀਤ ਸਿੰਘ ਦੀ ਡਿਊਢੀ 'ਚ ਹਵਾ ਤੋਂ ਬਚਾਅ ਵਾਲੀ ਥਾਂ ਤੇ ਲੰਮਾ ਪਾ ਦਿੱਤਾ। ਸਾਡੇ ਪਾਸ ਉਸ ਸਮੇਂ ਮੰਜੇ ਲੋੜ ਤੋਂ ਘੱਟ ਸਨ, ਇਸ ਲਈ ਕਾਲੂ ਨੂੰ ਭੁੰਜੇ ਲਟਾਇਆ ਜਾਂਦਾ ਰਿਹਾ। ਡਿਊਢੀ ਦਾ ਫਰਸ਼ ਚੂਨੇ ਗਜ਼ ਸੀ। ਮੈਂ ਆਪਣੀ ਅਕਲ ਅਨੁਸਾਰ ਕਾਲੂ ਲਈ ਲੋੜੀਂਦਾ ਕੱਪੜਾ ਉਹਦੇ ਥੱਲੇ ਵਿਛਾਇਆ ਸੀ। ਮੈਂ ਉਹਨਾਂ ਦਿਨਾਂ 'ਚ ਆਪਣੇ ਸਰੀਰ ਦੇ ਉੱਪਰ ਪੱਗ ਤੇ ਕਛਹਿਰੇ ਤੋਂ ਬਿਨਾਂ ਕੋਈ ਹੋਰ ਕੱਪੜਾ ਨਹੀਂ ਪਹਿਨਿਆ ਕਰਦਾ ਸੀ। ਅਜਿਹਾ ਮੈਂ ਮਹਾਤਮਾ ਗਾਂਧੀ ਦੇ ਉਸ ਖਿਆਲ ਤੋਂ ਪ੍ਰੇਰਿਤ ਹੋ ਕੇ ਕੀਤਾ ਸੀ, ਜਿਸ ਅੰਦਰ ਉਹਨੇ ਗਰੀਬ ਭਾਰਤ ਦੇ ਪ੍ਰਤੀਨਿਧ ਹੋਣ ਕਰਕੇ ਲੰਗੋਟੀ ਤੋਂ ਬਿਨਾਂ ਹੋਰ ਕੱਪੜੇ ਪਹਿਨਣੇ ਛੱਡ ਦਿੱਤੇ ਸਨ। ਚਮੜੇ ਦੀ ਜੁੱਤੀ ਪਹਿਨਣਾ ਮੈਂ ਸੰਨ 1928 ਤੋਂ ਇਸ ਕਰਕੇ ਛੱਡੀ ਰੱਖਿਆ ਸੀ ਕਿਉਂਕਿ ਡੰਗਰਾਂ ਨੂੰ ਚਮੜਾ ਦੇਣ ਲਈ ਬੁਰੇ ਹਾਲਾਂ ਨਾਲ ਬੁੱਚੜਖਾਨਿਆਂ ਅੰਦਰ ਜਾਂ ਬਾਹਰ ਜਾਨਾਂ ਦੇਣੀਆਂ ਪੈਂਦੀਆਂ ਹਨ। ਮੈਂ ਪਿਛਲੇ 50 ਸਾਲਾਂ 'ਚ ਬਹੁਤਾ ਕਰਕੇ ਖੜਾਵਾਂ ਹੀ ਪਹਿਨਦਾ ਰਿਹਾ। ਉਹਨਾਂ ਦਿਨਾਂ 'ਚ ਮੈਨੂੰ ਉਗਰਾਹੀ ਲਈ ਦਫ਼ਤਰਾਂ ਵਿੱਚ ਤੇ ਦੁਕਾਨਾਂ ਉੱਤੇ ਜਾਣ ਦੀ ਭਾਜੜ ਪਈ ਰਹਿੰਦੀ ਸੀ ਤੇ ਉਸ ਸਮੇਂ ਦੀ ਝੜੀ ਤੋਂ ਮੈਨੂੰ ਠੰਡ ਚੜ੍ਹ ਗਈ ਸੀ। ਝੜੀ ਦੀ ਠੰਡ 'ਚ ਇੱਕ ਦਿਨ ਕਾਲੂ ਦਾ ਬਿਸਤਰਾ ਕਰਨ ਲਈ ਮੈਂ ਰਾਤ ਨੂੰ ਉਸ ਡਿਊਢੀ ਨੂੰ ਨਾ ਜਾ ਸਕਿਆ ਜਿਸ ਵਿੱਚ ਕਾਲੂ ਪਿਆ ਸੀ, ਤੇ ਮੈਂ ਆਪਣੀ ਥਾਂ ਤੇ ਆਪਣੇ ਸਾਥੀ ਭਾਈ ਨਰੈਣ ਸਿੰਘ ਨੂੰ ਭੇਜ ਦਿੱਤਾ, ਜਿਹਨੇ ਬਿਸਤਰਾ ਠੀਕ ਕਰਨ 'ਚ ਸ਼ਾਇਦ ਕੁਝ ਬੇਪਰਵਾਹੀ ਵਰਤੀ। ਕਾਲੂ ਦਾ ਫਿਕਰ ਮੇਰੇ ਸੀਨੇ 'ਚ ਪੂਰਾ ਸੀ। ਜੇਕਰ ਮੈਨੂੰ ਸਰਦੀ ਨੇ ਭੰਨਿਆ ਨਾ ਹੁੰਦਾ ਤਾਂ ਮੈਂ ਕਿਸੇ ਹੋਰ ਨੂੰ ਉਹਦਾ ਬਿਸਤਰਾ ਕਰਨ ਲਈ ਨਾ ਭੇਜਦਾ, ਬਲਕਿ ਆਪਣੀ ਪਿਆਰ ਦੀ ਤਸੱਲੀ ਨਾਲ ਆਪ ਜਾਂਦਾ। ਜਦੋਂ ਸਵੇਰ ਸਾਰ ਮੈਂ ਆਪਣੀ ਚਿੰਤਾ ਨਾਲ ਬੱਚੇ ਨੂੰ ਡਿਊਢੀ 'ਚ ਦੇਖਣ ਗਿਆ ਤਾਂ ਮੈਂ ਦੇਖਿਆ ਕਿ ਬਿਸਤਰਾ ਪੂਰੀ ਤਰ੍ਹਾਂ ਉਹਦੇ ਹੇਠਾਂ ਨਹੀਂ ਸੀ। ਫਰਸ਼ ਤੇ ਕੁਝ ਨੰਗੇ ਥਾਂ ਤੋਂ ਉਹਨੂੰ ਸਰਦੀ ਚੜ੍ਹ ਚੁੱਕੀ ਸੀ ਤੇ ਉਹ ਬਿਮਾਰ ਵੀ ਹੋ ਚੁੱਕਿਆ ਸੀ। ਮੈਂ ਨਹੀਂ ਕਹਿ ਸਕਦਾ ਸੀ ਕਿ ਬਿਸਤਰੇ ਦੀ ਅਜਿਹੀ ਗੜਬੜ ਵਿੱਚ ਭਾਈ ਨਰੈਣ ਸਿੰਘ ਦੀ ਕੋਈ ਅਣਗਹਿਲੀ ਸੀ, ਤੇ ਜੇ ਹੈ ਸੀ ਤਾਂ ਕਿੰਨੀ ਕੁ ਸੀ। ਜਿਹੜਾ ਕੰਮ ਮੇਰੇ ਆਪਣੇ ਕਰਨ ਵਾਲਾ ਸੀ, ਉਹਨੂੰ ਕਿਸੇ ਪਾਸੋਂ ਕਰਵਾ ਕੇ ਮੈਨੂੰ ਉਸ ਬਾਬਤ ਹਰ ਪ੍ਰਕਾਰ ਦਾ ਸ਼ੱਕ ਪੈਦਾ ਹੋ ਸਕਦਾ ਸੀ, ਭਾਵੇਂ ਉਸ ਕੰਮ ਨੂੰ ਕਰਨ ਵਾਲੇ ਦਾ ਕਸੂਰ ਨਾ ਵੀ ਹੋਵੇ। ਭਾਈ ਨਰੈਣ ਸਿੰਘ ਉੱਤੇ ਅਜਿਹੇ ਕੰਮ ਨੂੰ ਕਰਾਉਣ ਵਿੱਚ ਮੇਰਾ ਪੂਰਾ ਭਰੋਸਾ ਵੀ ਸੀ, ਕਿਉਂਕਿ ਉਹਨੇ ਅਜਿਹੇ ਕੰਮਾਂ 'ਚ ਮੇਰਾ ਸਾਰੀ ਉਮਰ ਸਾਥ ਦਿੱਤਾ ਸੀ। ਮੈਂ ਹਰ ਕਿਸੇ ਨੂੰ ਬੱਚੇ ਦਾ ਬਿਸਤਰਾ ਕਰਨ ਲਈ ਨਹੀਂ ਭੇਜ ਸਕਦਾ ਸੀ, ਕਿਉਂਕਿ ਉਹਦਾ ਸਬੰਧ ਮੇਰੇ ਜਿਗਰ ਨਾਲ ਸੀ। ਦੂਜੇ ਦਿਨ ਸਵੇਰੇ ਕਾਲੂ ਦੀ ਹਾਲਤ ਦੇਖਣ ਉੱਤੇ ਅਸਾਂ ਉਹਨੂੰ ਆਪਣੇ ਡੇਰੇ ਲੈ ਆਂਦਾ ਤੇ ਲੱਕੜਾਂ ਬਾਲ ਕੇ ਸਾਰਾ ਦਿਨ ਤੇ ਸਾਰੀ ਰਾਤ ਉਹਨੂੰ ਨਿੱਘ ਦੇ ਕੇ ਬਚਾਉਣ ਦਾ ਯਤਨ ਕੀਤਾ, ਪਰ ਸਾਡੇ ਪੂਰੇ ਯਤਨਾਂ ਦੇ ਬਾਵਜੂਦ ਕਾਲੂ ਬਚ ਨਾ ਸਕਿਆ। ਅਸੀਂ ਤਾਂ ਆਪਣੇ ਮੋਟੇ ਖਿਆਲ ਅਨੁਸਾਰ ਕਾਲੂ ਨੂੰ ਬਚਾਉਣ ਦਾ ਯਤਨ ਅੱਗ ਬਾਲ ਕੇ ਕੀਤਾ। ਉਹਨੂੰ ਹਸਪਤਾਲ ਲੈ ਜਾਣ ਦਾ ਖਿਆਲ ਸਾਨੂੰ ਆਇਆ ਹੀ ਨਹੀਂ ਸੀ। ਜਦੋਂ ਅਸੀਂ ਕਾਲੂ ਦੇ ਮ੍ਰਿਤਕ ਸਰੀਰ ਦਾ ਇਸ਼ਨਾਨ ਕਰਵਾਇਆ ਤਾਂ ਮੈਂ ਆਪਣੇ ਮਾਂ-ਬਾਪ ਵੱਲੋਂ ਆਪਣੇ ਆਪ ਨੂੰ ਮਿਲਦੇ ਰਹੇ ਪਿਆਰ ਦੇ ਦ੍ਰਿਸ਼ਾਂ ਨੂੰ ਯਾਦ ਕਰਕੇ ਹਲੂਣੇ ਖਾਂਦੇ ਹੋਏ ਦਿਲ ਨਾਲ ਦੋਵੇਂ ਹੱਥ ਜੋੜ ਕੇ ਕਾਲੂ ਦੇ ਪੈਰਾਂ ਵੱਲ ਖੜਾ ਹੋ ਗਿਆ ਤੇ ਉਹਦੇ ਪਿਆਰ ਤੇ ਵਿਛੋੜੇ ਦੇ ਦਰਦ ਭਰੇ ਦਿਲ ਤੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਤੇ ਉਸ ਵੱਲ ਮੂੰਹ ਕਰਕੇ ਇਉਂ ਕਿਹਾ, ਹੇ ਕਾਲੂ, ਸੰਸਾਰ ਦੇ ਲੋਕਾਂ ਦੀਆਂ ਨਜ਼ਰਾਂ 'ਚ ਤੇਰਾ ਕੋਈ ਮੁੱਲ ਨਹੀਂ ਸੀ। ਸੰਸਾਰ ਦਾ ਕੋਈ ਬੰਦਾ ਨਾ ਹੀ ਬੱਚੇ ਦੇ ਤੌਰ ਤੇ ਤੇਰੀ ਕੋਈ ਕਦਰ ਕਰਨ ਲਈ ਤਿਆਰ ਸੀ ਤੇ ਨਾ ਹੀ ਤੈਨੂੰ ਇੱਕ ਪੁੱਤ ਦੇ ਤੌਰ ਤੇ ਅਪਣਾਉਣ ਲਈ ਤਿਆਰ ਸੀ, ਪਰ ਮੇਰੇ ਪਰਿਵਾਰ ਦੇ ਸੰਤਾਨ ਵੱਲੋਂ ਖਾਲੀ ਹਿਰਦੇ ਨੂੰ ਨਾ ਕੇਵਲ ਇੱਕ ਪੁੱਤ ਦੀ ਥਾਂ ਮੱਲ ਕੇ ਤੂੰ ਭਰਿਆ ਤੇ ਉਹਨੂੰ ਭਾਗ ਲਾਇਆ, ਬਲਕਿ ਕਾਲਾ ਕਲੋਟਾ, ਕਮਲਾ ਤੇ ਪਿੰਗਲਾ ਹੋਣ ਦੇ ਕਾਰਨ ਤੂੰ ਮੈਨੂੰ ਆਪਣੀ ਸੇਵਾ ਦਾ ਅਵਸਰ ਦੇ ਕੇ ਇੱਕ ਭਗਤ ਦਾ ਦਰਜਾ ਵੀ ਦੇ ਚੱਲਿਆ। ਤੂੰ ਜਿਉਂਦਿਆਂ ਰਹਿ ਕੇ ਆਪਣੀ ਸੇਵਾ ਦੁਆਰਾ ਮੈਥੋਂ ਇੱਕ ਅਜਿਹਾ ਕੰਮ ਕਰਵਾ ਰਿਹਾ ਸੈਂ ਜਿਸ ਨਾਲ ਮੈਂ ਨਾ ਕੇਵਲ ਆਪਣੇ ਜੀਵਨ ਨੂੰ ਸਫਲ ਕਰ ਰਿਹਾ ਸਾਂ, ਬਲਕਿ ਲੋਕਾਂ ਵੱਲੋਂ ਜਸ ਵੀ ਪ੍ਰਾਪਤ ਕਰ ਰਿਹਾ ਸਾਂ। ਤੇਰੀ ਸੰਭਾਲ 'ਚ ਮਕਾਨ ਦੇ ਮੰਜੇ ਬਿਸਤਰੇ ਦੀਆਂ ਜਿਨ੍ਹਾਂ ਥੋੜ੍ਹਾਂ ਨੂੰ ਦੂਰ ਕਰਨਾ ਮੇਰੀ ਸਮਰੱਥਾ ਤੋਂ ਬਾਹਰ ਦੀ ਸਮੱਸਿਆ ਸੀ, ਉਹਨਾਂ ਦੇ ਕਾਰਨ ਤੂੰ ਬਿਨਾਂ ਹੀ ਮੌਤ ਦਾ ਸ਼ਿਕਾਰ ਹੋ ਕੇ ਮੇਰੀ ਸੇਵਾ ਦੀ ਫੁਲਵਾੜੀ ਨੂੰ ਛੋਟਾ ਕਰਕੇ ਮੈਨੂੰ ਵਿਛੋੜਾ ਦੇ ਚੱਲਿਆ। ਤੂੰ ਸਿਰਜਣਹਾਰ ਵਾਹਿਗੁਰੂ ਦੀ ਗੋਦ ਵਿੱਚ ਪਹੁੰਚ ਕੇ ਮੈਨੂੰ ਸਦਾ ਇਹ ਅਸੀਸ ਭੇਜਦਾ ਰਹੀਂ ਕਿ ਮੈਂ ਦੀਨ ਤੇ ਦੁਖੀਆਂ ਦੀ ਸੇਵਾ ਤੋਂ ਕਦੇ ਵੀ ਮੂੰਹ ਨਾ ਮੋੜਾਂ, ਭਾਵੇਂ ਮੈਨੂੰ ਤੇ ਤੇਰੇ ਜੈਸੇ ਵਾਹਿਗੁਰੂ ਦੇ ਲਾਡਲਿਆਂ ਦੀ ਸੇਵਾ ਕਰਦੇ ਹੋਏ ਨੂੰ ਆਪਣੀ ਸਾਰੀ ਉਮਰ ਸੜਕਾਂ ਦੇ ਕੰਢਿਆਂ ਤੇ ਰੁੱਖਾਂ ਦੇ ਹੇਠ ਆਪਣਾ ਡੇਰਾ ਲਾ ਕੇ ਬਿਤਾਉਣੀ ਪਵੇ। ਕਾਲੂ ਬੱਚਿਆ, ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਮੇਰੇ ਬਚਪਨ ਦੇ ਸਮੇਂ ਵਿੱਚ ਮੇਰੀ ਮਾਂ ਨੇ ਜਿਹੜੇ ਦੀਨ ਦੁਖੀਆਂ ਦੀ ਸੇਵਾ ਦੇ ਸੰਸਕਾਰ ਭਾਰਤ ਦੇ ਪ੍ਰਾਚੀਨ ਇਤਿਹਾਸ ਦੇ ਰਾਜਾ ਜਨਕ ਜੈਸੇ ਮਹਾਂਪੁਰਸ਼ਾਂ ਦੇ ਇਤਿਹਾਸ ਦੇ ਮੇਰੇ ਹਿਰਦੇ ਤੇ ਪਾਏ, ਉਹਨਾਂ ਨੇ ਮੇਰੇ ਪਾਸੋਂ ਗੁਰਦੁਆਰਾ ਡੇਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਦੀ ਛਤਰ ਛਾਇਆ ਹੇਠ 24 ਸਾਲਾਂ ਦਾ ਸਮਾਂ ਬੇਆਸਰੇ ਅਪਾਹਜਾਂ ਤੇ ਲੂਲੇ ਬੱਚਿਆਂ ਦੀ ਸੇਵਾ ਸਮੇਤ ਅਨੇਕ ਪ੍ਰਕਾਰ ਦੇ ਸੇਵਾ ਦੇ ਕਾਰਜ ਦਿਨ ਰਾਤ
ਇੱਕ ਕਰਾ ਕੇ ਜਿੱਥੇ ਆਪਣਾ ਹੈਰਾਨ ਕਰ ਦੇਣ ਵਾਲਾ ਵਿਕਾਸ ਕਰਾਇਆ, ਉੱਥੇ ਪ੍ਰਾਣੀ ਮਾਤਰ ਦੀ ਸੇਵਾ ਕਰਨ ਵਾਲੇ ਉਹਨਾਂ ਭਗਤਾਂ ਦੀ ਜਮਾਤ ਵਿੱਚ ਥਾਂ ਵੀ ਦਵਾਈ। ਇਸ ਜਮਾਤ ਦੀ ਚਰਚਾ ਮਹਾਰਿਸ਼ੀ ਟੈਗੋਰ ਨੇ ਆਪਣੇ ਰੱਬ ਦੇ ਚਰਨ ਕਿੱਥੇ ਟਿਕਦੇ ਹਨ ਸਿਰਲੇਖ ਕਵਿਤਾ ਵਿੱਚ ਕੀਤੀ ਹੈ। ਇਹ ਕਵਿਤਾ ਮਹਾਰਿਸ਼ੀ ਰਵਿੰਦਰਨਾਥ ਟੈਗੋਰ ਦੀ ਹੈ, ਜਿਹੜੀ ਉਹਨਾਂ ਦੀ ਨੋਬਲ ਪੁਰਸਕਾਰ ਜੇਤੂ ਸੰਸਾਰ ਪ੍ਰਸਿੱਧ ਪੁਸਤਕ ਗੀਤਾਂਜਲੀ ਵਿੱਚ ਛਪੀ ਹੈ। ਇਹਦਾ ਪੰਜਾਬੀ ਅਨੁਵਾਦ। ਦੁਖਿਆਰੇ, ਨੀਵੇਂ ਤੇ ਡਿੱਗੇ ਹੋਏ ਮਨੁੱਖ ਜਿੱਥੇ ਵੀ ਰਹਿੰਦੇ ਹਨ, ਉੱਥੇ ਹੀ ਤੇਰੇ ਪਵਿੱਤਰ ਚਰਨ ਟਿਕਦੇ ਹਨ। ਇਸ ਲਈ ਰੱਬ ਦੇ ਚਰਨਾਂ ਵਿੱਚ ਅੱਪੜਨ ਲਈ ਦੁਖੀਆਂ ਦੀ ਸਾਰ ਲਵੋ। ਦੂਸਰਾ, ਅਫਸੋਸ ਕਿ ਜਦ ਮੈਂ ਤੇਰੇ ਸਾਹਮਣੇ ਝੁਕਦਾ ਹਾਂ ਤਾਂ ਮੇਰੀ ਨਮਸਕਾਰ ਉਸ ਗਹਿਰਾਈ ਤੱਕ ਨਹੀਂ ਪੁੱਜਦੀ ਜਿੱਥੇ ਕਿ ਤੇਰੇ ਪੈਰ ਦੁਖਿਆਰਿਆਂ ਵਿੱਚ ਟਿਕੇ ਹੋਏ ਹਨ। ਤੀਸਰਾ, ਹੰਕਾਰ ਉੱਥੇ ਪੁੱਜ ਹੀ ਨਹੀਂ ਸਕਦਾ ਜਿੱਥੇ ਕਿ ਤੂੰ ਉਹਨਾਂ ਗਰੀਬਾਂ, ਨੀਵਿਆਂ ਤੇ ਡਿੱਗੇ ਹੋਏ ਲੋਕਾਂ ਦਾ ਸਾਥ ਦਿੰਦਾ ਹੈ, ਜਿਨ੍ਹਾਂ ਦਾ ਕੋਈ ਸਾਥ ਦੇਣ ਵਾਲਾ ਨਹੀਂ ਹੁੰਦਾ। ਰਵਿੰਦਰਨਾਥ ਟੈਗੋਰ। ਹੈਰਲਡ ਬੈਗਬੀ ਕਹਿੰਦੇ ਹਨ, ਪੰਜਾਬੀ ਅਨੁਵਾਦ, ਜਦ ਕਿਸੇ ਕੌਮ ਦਾ ਕੋਈ ਮਨੁੱਖ ਗਮਾਂ ਵਿੱਚ ਘੁਲਦਾ ਹੈ ਤਾਂ ਉਹ ਕੌਮ ਦੀ ਦੌਲਤ ਦਾ ਕੀ ਮੁੱਢ ਹੈ? ਬੇਆਸਰਿਆਂ ਦੇ ਉੱਪਰ ਝੁੱਲਦੇ ਉਹਦੇ ਝੰਡਿਆਂ ਨੂੰ ਝੁੱਲਣ ਦਾ ਕੀ ਹੱਕ ਹੈ? ਇੱਕ ਪਾਸੇ ਤਾਂ ਕੋਈ ਬੰਦਾ ਆਪਣੇ ਨਫੇ ਨੁਕਸਾਨ ਦੇ ਫਿਕਰਾਂ 'ਚ ਡੁੱਬਾ ਹੋਇਆ ਤੇ ਦੂਜੇ ਪਾਸੇ ਇੱਕ ਜਵਾਨ ਕੰਨਿਆ ਰੋਟੀ ਬਦਲੇ ਆਪਣਾ ਸੱਤ ਧਰਮ ਵੇਚ ਦਿੰਦੀ ਹੈ। ਜੇ ਉੱਥੇ ਕੋਈ ਬੱਚਾ ਗਰੀਬੀ ਤੇ ਦੁੱਖਾਂ ਕਰਕੇ ਰੋਂਦਾ ਹੈ ਤਾਂ ਉਹਦੀ ਪੁਕਾਰ ਅਣਸੁਣੀ ਰਹਿ ਜਾਂਦੀ ਹੈ। ਤਾਂ ਇਹ ਹਾਲਤ ਉਹਦੀਆਂ ਫੌਜਾਂ ਦੀ ਫਤਿਹ ਦੇ ਬਿਗਲਾਂ ਦਾ ਹਾਸਾ ਉਡਾਉਂਦੇ ਹਨ ਤੇ ਹਰ ਨੇਕ ਮਨੁੱਖ ਇਸ ਹਾਲਤ ਨੂੰ ਵੇਖ ਕੇ ਭੈਭੀਤ ਹੋ ਜਾਂਦਾ ਹੈ। ਜਦ ਕੋਈ ਬੰਦਾ ਪਾਲੇ ਨਾਲ ਕੰਬਦਾ ਹੈ ਤਾਂ ਬਲਦੀ ਹੋਈ ਅੱਗ ਦਾ ਨਿੱਘ ਸੇਕ ਕਿਸ ਅਰਥ? ਪੀਲੇ ਜ਼ਰਦ ਭੁੱਖੇ ਲੋਕਾਂ ਦੀਆਂ ਨਿਗਾਹਾਂ ਨਾਲ ਲੱਗੇ ਲਗਾਏ ਦਸਤਰਖਾਨ ਭਿੱਟ ਜਾਂਦੇ ਹਨ। ਨੰਗੇ ਲੋਕਾਂ ਦੇ ਨਾਲ ਛੋਹ ਕੇ ਵਧੀਆ ਤੋਂ ਵਧੀਆ ਕੱਪੜੇ ਵੀ ਲੱਜਾਜਨਕ ਬਣ ਜਾਂਦੇ ਹਨ। ਅਜਿਹੇ ਹਾਲਾਤ ਵਿੱਚ ਕੋਈ ਵੀ ਧਨੀ ਬੰਦਾ ਆਪਣਾ ਸਿਰ ਚੁੱਕ ਕੇ ਨਹੀਂ ਰਹਿ ਸਕਦਾ ਕਿ ਉਹਦੀ ਆਤਮਾ ਨਿਸ਼ਚਿੰਤ ਹੈ ਤੇ ਉਹਦਾ ਜੀਵਨ ਦੋਸ਼ ਰਹਿਤ ਹੈ। ਕੁਝ ਐਸੇ ਵੀ ਹਨ ਜੋ ਖੁੱਲ੍ਹੀ ਧੁੱਪ ਤੋਂ ਦੂਰ ਰਹਿੰਦੇ ਹਨ ਤਾਂ ਜੋ ਖੁੱਲ੍ਹੇ ਅਸਮਾਨ ਦੇ ਥੱਲੇ ਦੀ ਮਿੱਠੀ ਹਵਾ 'ਚ ਕਿਤੇ ਭੁੱਖੀਆਂ ਨਿਗਾਹਾਂ ਉਹਨਾਂ ਨੂੰ ਚੁੱਪ ਚੁਪੀਤੇ ਲਾਹਨਤ ਨਾ ਪਾ ਜਾਣ ਤੇ ਗਰੀਬੀ ਕਰਕੇ ਨਿਰਾਸ਼ਾ 'ਚ ਬੰਦ ਹੋ ਗਏ ਬੁੱਲ੍ਹ ਉਹਨਾਂ ਨੂੰ ਫਿਟਕਾਰ ਨਾ ਪਾਉਣ। ਇਹ ਹੈ ਦੌਲਤ ਦਾ ਕਹਿਰ, ਜਿਸ ਨਾਲ ਕੌਮਾਂ ਤੇ ਸ਼ਹਿਨਸ਼ਾਹੀਆਂ ਮਿੱਟੀ 'ਚ ਮਿਲ ਜਾਂਦੀਆਂ ਹਨ। ਜਿਹੜੀ ਕਵਿਤਾ ਉੱਪਰ ਦਿੱਤੀ ਗਈ ਹੈ ਉਹ ਕਵਿਤਾ ਇੰਗਲੈਂਡ ਦੇਸ਼ ਦੇ ਇੱਕ ਮਾਸਿਕ ਅੰਗਰੇਜ਼ੀ ਪਰਚੇ 'ਚ ਛਪੀ ਸੀ। ਉਹ ਪਰਚਾ ਪੁਰਾਣੇ ਸਮਿਆਂ 'ਚ ਛਪਦਾ ਹੁੰਦਾ ਸੀ ਤੇ ਉਸ ਦੇਸ਼ ਦੇ ਰਸਕਿਨ ਜੈਸੇ ਮਹਾਨ ਵਿਦਵਾਨਾਂ ਦੇ ਲੇਖ ਉਸ 'ਚ ਛਪਦੇ ਸਨ। ਉਹ ਕੁਝ ਪੁਰਾਣੇ ਪਰਚੇ ਮੈਨੂੰ ਅੰਮ੍ਰਿਤਸਰ ਸ਼ਹਿਰ 'ਚ ਕਵਾੜੀਆਂ ਤੋਂ ਮਿਲ ਗਏ ਸਨ, ਪਰ ਦੇਸ਼ ਵਿੱਚ ਸਭ ਤੋਂ ਵੱਧ ਪੁਸਤਕਾਂ, ਅਖਬਾਰਾਂ, ਮਾਸਿਕ ਤੇ ਸਪਤਾਹਿਕ ਪੱਤਰਾਂ ਨੂੰ ਖਰੀਦਣ ਵਾਲੇ ਨੂੰ ਮੈਨੂੰ ਆਪਣੀਆਂ ਖਰੀਦੀਆਂ ਪੁਸਤਕਾਂ ਨੂੰ ਰੱਖਣ ਲਈ 37 ਸਾਲਾਂ 'ਚ ਲੋੜ ਅਨੁਸਾਰ ਜਗ੍ਹਾ ਨਹੀਂ ਮਿਲੀ। ਇਸ ਲਈ ਅਨੇਕਾਂ ਪੁਸਤਕਾਂ ਤੇ ਮਾਸਿਕ ਪੱਤਰ ਵੀ ਚੋਰੀ ਹੁੰਦੇ ਹਨ। ਗੁਰੂ ਦੀਆਂ ਸੰਗਤਾਂ ਤੋਂ ਹੀ ਮੇਰੀਆਂ ਲੋੜਾਂ ਪੂਰੀਆਂ ਹੋਣੀਆਂ ਹਨ, ਜਿਨ੍ਹਾਂ ਤੋਂ ਬਿਨਾਂ ਕਿਸੇ ਹੋਰ ਥਾਂ ਤੇ ਮੈਨੂੰ ਓਟ ਆਪਣੇ ਕਾਰਜ ਲਈ ਨਹੀਂ ਮਿਲ ਸਕੀ। ਧੰਨਵਾਦ। ਅਗਲਾ ਚੈਪਟਰ ਹੈ ਬੀਬੀ ਸਾਜਦਾ ਖਾਤੂਨ। ਇੱਕ ਨੌਜਵਾਨ ਪਾਗਲ ਇਸਤਰੀ ਨੂੰ ਇੱਕ ਰਿਕਸ਼ੇ ਵਾਲੇ ਭਾਈ ਹਰਦਿੱਤ ਸਿੰਘ ਨੇ ਸੰਨ 1959 ਦੇ ਮਹੀਨਾ ਮਈ ਦੀ ਪਹਿਲੀ ਤਾਰੀਖ ਵਾਲੇ ਦਿਨ ਸਿਵਲ ਹਸਪਤਾਲ ਦੇ ਬਾਹਰ ਰਿਕਸ਼ਿਆਂ ਦੇ ਅੱਡੇ ਉੱਤੇ ਖਲੋਤੀ ਨੂੰ ਤੱਕਿਆ। ਰਿਕਸ਼ੇ ਵਾਲਿਆਂ ਨੇ ਅਵਾਰਾ ਫਿਰ ਰਹੀ ਇਸ ਬੀਬੀ ਨੂੰ ਖੜਾ ਕਰ ਲਿਆ ਹੋਇਆ ਸੀ ਤੇ ਇਸ ਨੂੰ ਉਹ ਸੱਭਿਅਤਾ ਤੋਂ ਗਿਰੀਆਂ ਗੱਲਾਂ ਬਕ ਰਹੇ ਸਨ। ਭਾਈ ਹਰਦਿੱਤ ਸਿੰਘ ਨੇ ਅੱਡੇ ਉੱਤੇ ਪੁੱਜਦਿਆਂ ਹੀ ਆਲੇ ਦੁਆਲੇ ਵਾਤਾਵਰਨ ਦਾ ਅਨੁਮਾਨ ਲਗਾ ਕੇ ਬੀਬੀ ਨੂੰ ਰਿਕਸ਼ੇ 'ਚ ਬਿਠਾ ਲਿਆ ਤੇ ਪਿੰਗਲਵਾੜੇ ਨੂੰ ਲੈ ਆਇਆ। ਭਾਈ ਹਰਦਿੱਤ ਸਿੰਘ ਪਿੰਗਲਵਾੜੇ ਦਾ ਸੇਵਾਦਾਰ ਰਹਿ ਚੁੱਕਾ ਸੀ। ਬੀਬੀ ਨੂੰ ਸੁਜ਼ਾਕ ਦਾ ਗੁਪਤ ਰੋਗ ਸੀ, ਜਿਹਦਾ ਵਧਾਣ ਬਹੁਤ ਵੱਧ ਚੁੱਕਾ ਸੀ। ਬੀਬੀ ਦਾ ਹੱਥ ਰੋਗ ਦੇ ਜ਼ਖਮ ਦੀ ਖਾਜ ਤੋਂ ਥੰਮਦਾ ਨਹੀਂ ਸੀ। ਬੀਬੀ ਖਾਜ ਕਰਨ ਮਗਰੋਂ ਜਦੋਂ ਆਪਣੇ ਹੱਥ ਨੂੰ ਰੋਗ ਦੇ ਜ਼ਖਮ ਉੱਤੋਂ ਚੁੱਕਦੀ ਸੀ ਤਾਂ ਦੂਜੀ ਵਾਰੀ ਉਹਦੇ ਹੱਥ ਨੂੰ ਉਸ ਥਾਂ ਉੱਤੇ ਖਾਜ ਕਰਨ ਲਈ ਮੁੜ ਕੇ ਪੁੱਜਣ ਲਈ 2 ਮਿੰਟ ਤੋਂ ਵੱਧ ਸਮਾਂ ਨਹੀਂ ਲੱਗਿਆ ਕਰਦਾ ਸੀ। ਬੀਬੀ ਦੇ ਰੋਗ ਦੇ ਵਧਾਣ ਦਾ ਇਹ ਹਾਲ ਸੀ ਕਿ ਇਸ ਰੋਗ ਦੇ ਲੱਗਣ ਦੀਆਂ ਜੋ ਥਾਵਾਂ ਹੁੰਦੀਆਂ ਹਨ, ਉਹਨਾਂ ਥਾਵਾਂ ਦੇ ਆਲੇ ਦੁਆਲੇ ਦੇ ਘੇਰੇ ਦਾ ਸਾਰਾ ਥਾਂ ਅੱਧੇ ਇੰਚ ਦੀ ਚੌੜਾਈ 'ਚ ਜ਼ਖਮ ਨਾਲ ਗਲ ਚੁੱਕਿਆ ਸੀ। ਹੇਠਲੇ ਅੰਦਰਲੇ ਪਾਸੇ ਦੇ ਜ਼ਖਮ 'ਚ ਪਾਕ ਵੀ ਪਈ ਹੋਈ ਸੀ ਤੇ ਬੀਬੀ ਜਦੋਂ ਉਸ ਥਾਂ ਉੱਤੇ ਆਪਣੇ ਹੱਥ ਦੀ ਉਂਗਲ ਨਾਲ ਖਾਜ ਕਰਨ ਲਈ ਲੈ ਜਾਂਦੀ ਤਾਂ ਉਂਗਲੀ ਉਸ ਥਾਂ ਤੋਂ ਨਿਕਲਣ ਵੇਲੇ 1 ਇੰਚ ਦੀ ਥਾਂ ਉੱਤੇ ਪਾਕ ਨਾਲ ਲਿਬੜੀ ਹੁੰਦੀ ਸੀ। ਬੀਬੀ ਜਦੋਂ ਪਿੰਗਲਵਾੜੇ ਪੁੱਜੀ ਤਾਂ ਇਹਦੇ ਸਰੀਰ ਉੱਤੇ 2 ਕੱਪੜੇ ਸਨ, ਇੱਕ ਕੁੜਤਾ ਤੇ ਇੱਕ ਕੱਛਾ।
ਕੱਛਾ ਇਹਨੇ ਟਿਕਾਣਾ ਮਿਲਦਿਆਂ ਹੀ ਉਤਾਰ ਦਿੱਤਾ। ਸੇਵਾਦਾਰਨੀ ਜਦ ਇਹਦੇ ਤੇੜ ਸਲਵਾਰ ਪਾਉਂਦੀ ਤਾਂ ਇਹ ਉਸ ਵੇਲੇ ਸਲਵਾਰ ਉਤਾਰ ਦਿੰਦੀ। ਹਸਪਤਾਲ ਦੇ 1 ਮਹੀਨੇ ਦੇ ਇਲਾਜ ਮਗਰੋਂ ਬੀਬੀ ਦੇ ਜ਼ਖਮ ਦੀ ਹਾਲਤ ਕੁਝ ਕੁ ਚੰਗੀ ਹੋਈ ਤੇ ਇਹਨੇ ਸਲਵਾਰ ਪਹਿਨਣੀ ਜਰ ਲਈ। 1 ਮਹੀਨੇ ਮਗਰੋਂ ਵੀ ਰੋਗੀ ਦੀ ਹਾਲਤ ਇਹ ਰਹੀ ਕਿ ਬੀਬੀ ਜਦੋਂ ਕੱਪੜੇ ਦੇ ਉੱਤੋਂ ਦੀ ਖਾਜ ਕਰਦੀ ਤਾਂ ਕੱਪੜਾ ਪਾਕ ਨਾਲ ਲਿਬੜ ਜਾਂਦਾ, ਜਿਸ ਕਰਕੇ ਸਲਵਾਰ ਤੇ ਮੱਖੀਆਂ ਬੈਠਣ ਲੱਗ ਜਾਂਦੀਆਂ। ਇਸ ਕਰਕੇ ਸਲਵਾਰ ਦਿਨ 'ਚ 2 ਵਾਰ ਬਦਲਣੀ ਪੈਂਦੀ ਸੀ। ਪਿੰਗਲਵਾੜੇ ਨੇ ਬੀਬੀ ਦਾ ਇਲਾਜ 29 ਜੁਲਾਈ ਤੱਕ VJ ਹਸਪਤਾਲ ਦੇ ਆਊਟਡੋਰ ਦੇ ਮਹਿਕਮੇ ਤੋਂ ਕਰਾਇਆ। ਸਭ ਤੋਂ ਪਹਿਲਾਂ ਤਾਂ ਇਸ ਰੋਗ ਦੀ ਪਰਖ ਲਈ ਬੀਬੀ ਦਾ 2 ਵਾਰੀ ਲਹੂ ਲਿਆ ਗਿਆ। ਫਿਰ 10 ਟੀਕੇ ਪਾਮ ਦਵਾਈ ਦੇ ਤੇ 11 ਟੀਕੇ ਵਿਸਮਤ ਦਵਾਈ ਦੇ VJ ਹਸਪਤਾਲ ਤੋਂ ਬੀਬੀ ਨੂੰ ਲੱਗੇ। ਇਸ ਤੋਂ ਪਿੱਛੋਂ 30 ਦਸੰਬਰ ਤੱਕ ਪੌਣੇ 5 ਮਹੀਨਿਆਂ ਦੇ ਸਮੇਂ 'ਚ ਬੀਬੀ ਦੇ ਦਿਮਾਗ ਨੂੰ ਦਿਮਾਗੀ ਹਸਪਤਾਲ ਤੋਂ ਬਿਜਲੀ ਦੇ 22 ਝਟਕੇ ਲਗਾਏ। ਬੀਬੀ ਨੂੰ 23 ਜਨਵਰੀ ਵਾਲੇ ਦਿਨ ਦਿਮਾਗੀ ਹਸਪਤਾਲ 'ਚ ਦਾਖਲਾ 7 ਮਹੀਨੇ ਤੇ 9 ਦਿਨ ਪਿੱਛੋਂ ਮਿਲ ਗਿਆ। ਇਹ ਪਿੰਗਲਵਾੜੇ 'ਚ 8 ਮਹੀਨੇ ਤੇ 22 ਦਿਨਾਂ ਦਾ ਕੁੱਲ ਸਮਾਂ ਰਹੀ। ਇਹ ਬੀਬੀ ਮੁਸਲਮਾਨ ਸੀ। ਆਪਣਾ ਨਾਮ ਸਾਜਦਾ ਖਾਤੂਨ ਤੇ ਆਪਣੇ ਭਰਾ ਦਾ ਨਾਮ ਅਬਦੁਲ ਗਫੂਰ ਦੱਸਦੀ ਸੀ। ਜਿਸ ਵੇਲੇ ਪਿੰਗਲਵਾੜੇ ਲਿਆਂਦੀ ਗਈ ਸੀ ਉਸ ਵੇਲੇ ਮੈਂ ਪਿੰਗਲਵਾੜੇ ਦੇ ਉਸ ਵੇਲੇ ਦੇ ਦਫ਼ਤਰ ਰਾਮ ਤਲਾਈ ਵਾਰਡ ਵਿੱਚ ਹਾਜ਼ਰ ਸੀ। ਇਸ ਵਾਰਡ ਵਿੱਚ ਅਸੀਂ ਪਾਗਲ ਇਸਤਰੀਆਂ ਨੂੰ ਰੱਖਦੇ ਹਾਂ। ਉੱਥੇ 24 ਘੰਟੇ ਦਾ ਪਹਿਰਾ ਰਹਿੰਦਾ ਤਾਂ ਕਿ ਕੋਈ ਪਾਗਲ ਨੱਸ ਨਾ ਜਾਵੇ। ਪਰ ਉਸ ਵਾਰਡ ਵਿੱਚ ਇਹ ਬੀਬੀ ਆਪਣੇ ਛੂਤ ਦੇ ਰੋਗ ਦੇ ਕਾਰਨ ਰੱਖੀ ਨਹੀਂ ਜਾ ਸਕਦੀ ਸੀ। ਉਸ ਵਾਰਡ 'ਚ ਨਾ ਸੀ ਉਹਦੇ ਰਹਿਣ ਲਈ ਵੱਖਰੀ ਥਾਂ ਦਾ ਪ੍ਰਬੰਧ ਕਰ ਸਕਦੇ ਸਾਂ, ਨਾ ਟੱਟੀ ਪਿਸ਼ਾਬ ਜਾਂ ਨਹਾਉਣ ਲਈ ਵੱਖਰੀ ਥਾਂ ਦਾ, ਕਿਉਂਕਿ ਉਸ ਵਿੱਚ ਕੇਵਲ 24 ਬਿਮਾਰ ਰੱਖੇ ਜਾ ਸਕਦੇ ਸਨ। ਪਰ ਉੱਥੇ ਅੱਗੇ 135 ਪਾਗਲ ਮਰਦ ਇਸਤਰੀਆਂ ਰਹਿੰਦੇ ਹਨ। ਸਗੋਂ ਪਿਛਲੇ ਕੁਝ ਸਾਲਾਂ 'ਚ ਰੋਗੀਆਂ ਦੀ ਗਿਣਤੀ 500 ਤੱਕ ਹੋ ਚੁੱਕੀ ਹੈ। ਵਾਰਡ ਦਾ ਵਿਹੜਾ ਇੰਨਾ ਛੋਟਾ ਹੈ ਕਿ ਉਸ ਵਿੱਚ ਟੱਟੀਆਂ ਵੀ 135 ਰੋਗੀਆਂ ਲਈ ਨਹੀਂ ਬਣਾਈਆਂ ਜਾ ਸਕਦੀਆਂ। ਅਸਾਂ ਕੇਵਲ 6 ਟੱਟੀਆਂ ਬਣਾਈਆਂ ਹਨ, ਜਦਕਿ ਲੋੜ ਘੱਟੋ ਘੱਟ 16 ਦੀ ਹੈ। ਗੁਸਲਖਾਨਾ ਵੀ ਮਰਦ ਤੇ ਇਸਤਰੀਆਂ ਲਈ ਮਸਾਂ ਇੱਕ ਹੀ ਹੈ, ਕਿਉਂਕਿ ਦੂਜਾ ਬਣਾਉਣ ਲਈ ਕੋਈ ਜਗ੍ਹਾ ਹੀ ਨਹੀਂ ਹੈ। ਜਦ ਬੀਬੀ ਮੇਰੇ ਸਾਹਮਣੇ 1 ਮਈ ਵਾਲੇ ਦਿਨ ਲਿਆ ਕੇ ਪਿੰਗਲਵਾੜੇ ਦੇ ਦਫ਼ਤਰ 'ਚ ਖੜੀ ਕਰ ਦਿੱਤੀ ਗਈ ਸੀ ਤਾਂ ਮੈਂ ਉਹਦੇ ਛੂਤ ਵਾਲੇ ਭਿਆਨਕ ਰੋਗ ਸੁਜ਼ਾਕ ਦੇ ਕਾਰਨ ਇਸ ਗੱਲ ਦੀ ਸੋਚ 'ਚ ਪੈ ਗਿਆ ਕਿ ਇਹਨੂੰ ਕਿੱਥੇ ਰੱਖਾਂ। ਪੱਕੀ ਰਾਖੀ ਤਾਂ ਬੰਦ ਮਕਾਨ ਦੁਆਰਾ ਹੋ ਹੀ ਸਕਦੀ ਸੀ। ਸਾਡੇ ਪਾਸ ਦੂਜੀ ਥਾਂ ਸਾਡੇ ਆਪਣੀ ਨਵੀਂ ਖਰੀਦੀ ਹੋਈ ਜ਼ਮੀਨ ਸੀ, ਪਰ ਉਸ ਵਿੱਚ ਅਜੇ ਝੁੱਗੀਆਂ ਹੀ ਪਾਈਆਂ ਹੋਈਆਂ ਸਨ। ਸਾਡੀ ਤੀਜੀ ਥਾਂ ਤਪਦਿਕ ਵਾਰਡ ਸੀ। ਉੱਥੇ ਇੱਕ ਅਜਿਹਾ ਛਤਣਾ ਖਾਲੀ ਪਿਆ ਸੀ ਜਿਹਨੂੰ ਕੋਈ ਬੂਹਾ ਨਹੀਂ ਸੀ ਲੱਗਿਆ ਹੋਇਆ। ਨਾਲੇ ਇਕੱਲੀ ਉਸ ਬੀਬੀ ਲਈ ਤਪਦਿਕ ਵਾਰਡ 'ਚ 3 ਬੰਦਿਆਂ ਦਾ 24 ਘੰਟਿਆਂ ਦਾ ਪਹਿਰਾ ਲਾਉਣਾ ਵੀ ਮੇਰੇ ਲਈ ਔਖਾ ਸੀ। ਫਿਰ ਰਾਤ ਨੂੰ ਪਹਿਰੇਦਾਰ ਵੀ ਕਿਸੇ ਵੇਲੇ ਸੌਂ ਸਕਦਾ ਸੀ। ਇਸ ਲਈ ਅਸੀਂ ਬੀਬੀ ਦੀ ਲੱਤ ਨੂੰ ਸੰਗਲੀ ਬੰਨ੍ਹ ਕੇ ਸੰਗਲੀ ਦਾ ਦੂਜਾ ਸਿਰਾ ਮੰਜੇ ਨਾਲ ਬੰਨ੍ਹ ਦਿੱਤਾ। ਜਿੰਦਰੇ ਨਾਲ ਹਰ ਵੇਲੇ ਬੱਝੀ ਰਹਿਣ ਨਾਲ ਬੀਬੀ ਨੂੰ ਤਕਲੀਫ ਸੀ। ਉਹ ਜਿੰਦਰੇ ਨੂੰ ਭੰਨ ਕੇ ਉੱਥੋਂ ਨੱਸ ਵੀ ਸਕਦੀ ਸੀ, ਪਰ ਅਸੀਂ ਉਸ ਲਈ ਹੋਰ ਕੋਈ ਪ੍ਰਬੰਧ ਕਰਨ 'ਚ ਅਸਮਰਥ ਸਾਂ। ਬੀਬੀ ਦੇ ਗੁਪਤ ਰੋਗ ਦੇ ਜ਼ਖਮ ਦੀ ਜੋ ਹਾਲਤ ਪਿੱਛੇ ਬਿਆਨ ਕੀਤੀ ਗਈ ਹੈ, ਉਸ ਤੋਂ ਇਹ ਗੱਲ ਸਪਸ਼ਟ ਸੀ ਕਿ ਉਸ ਵਿੱਚ ਕਿਸੇ ਵੇਲੇ ਵੀ ਕੀੜੇ ਪੈ ਸਕਦੇ ਸਨ, ਜਿਨ੍ਹਾਂ ਨਾਲ ਉਹ ਤੜਪ ਕੇ ਜਾਨ ਦੇ ਦਿੰਦੀ। ਆਤਸ਼ਿਕ ਜਾਂ ਸੁਜ਼ਾਕ ਦੇ ਗੁਪਤ ਰੋਗਾਂ ਵਾਲੀਆਂ ਨੌਜਵਾਨ ਇਸਤਰੀਆਂ ਦੇ ਸੰਬੰਧ 'ਚ ਇੱਕ ਹੋਰ ਗੱਲ ਇਹ ਹੈ ਕਿ ਉਹਨਾਂ ਤੋਂ ਇਸ ਰੋਗ ਦੇ ਮਰਦਾਂ ਵਿੱਚ ਫੈਲਣ ਦਾ ਡਰ ਹੈ। ਮੈਨੂੰ ਪਤਾ ਹੈ ਕਿ ਲਾਹੌਰ ਸ਼ਹਿਰ 'ਚ ਸ਼ਾਹ ਆਲਮੀ ਦਰਵਾਜ਼ੇ ਤੋਂ ਬਾਹਰ ਇੱਕ ਨੌਜਵਾਨ ਪਾਗਲ ਇਸਤਰੀ ਸਾਰਾ ਦਿਨ ਸੜਕਾਂ 'ਤੇ ਫਿਰਦੀ ਰਹਿੰਦੀ ਸੀ। ਉਸ ਬਾਰੇ ਇਹ ਗੱਲ ਸੁਣਨ 'ਚ ਆਈ ਸੀ ਕਿ ਉਸ ਤੋਂ ਘੱਟ 100 ਬੰਦਿਆਂ ਨੂੰ ਆਤਸ਼ਿਕ ਦਾ ਰੋਗ ਲੱਗ ਚੁੱਕਾ ਸੀ। ਇਹਨਾਂ ਗੱਲਾਂ ਤੋਂ ਦੇਸ਼ ਵਾਸੀਆਂ ਦੇ ਸਾਹਮਣੇ ਇਹ ਮਸਲਾ ਆ ਜਾਂਦਾ ਹੈ ਕਿ ਨੌਜਵਾਨ ਪਾਗਲ ਇਸਤਰੀਆਂ ਲਈ ਅਜਿਹੀਆਂ ਥਾਵਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ, ਜਿਹੜੀਆਂ ਉਹਨਾਂ ਦੀ ਸੇਵਾ ਸੰਭਾਲ ਕਰਨ ਤੋਂ ਛੇਤੀ ਉਹਨਾਂ ਦਾ ਇਲਾਜ ਵੀ ਕਰਾਉਣ। ਪਾਗਲਪਨ ਦੇ ਇਲਾਜ ਦੀ ਮਿਆਦ ਕੇਵਲ 3 ਸਾਲ ਹੈ। ਪਹਿਲੇ ਸਾਲ 'ਚ ਇਹਦੇ ਇਲਾਜ ਦੀ ਸੰਭਾਵਨਾ 70 ਤੋਂ 80% ਤੱਕ ਹੈ। ਦੂਜੇ ਸਾਲ 'ਚ 30 ਤੋਂ 40%, ਤੀਜੇ ਸਾਲ 'ਚ 10 ਤੋਂ 20% ਤੱਕ ਰਹਿ ਜਾਂਦੀ ਹੈ। ਮੇਰੀ ਉਮਰ ਇਸ ਸਮੇਂ 81 ਸਾਲ ਹੈ। ਆਪਣੀ ਉਮਰ ਦੇ 20ਵੇਂ ਸਾਲ ਤੋਂ ਜਦੋਂ ਮੇਰੀ ਸਕੂਲ ਦੀ 10ਵੀਂ ਜਮਾਤ ਦੀ ਪੜ੍ਹਾਈ ਸਮਾਪਤ ਹੋਈ ਸੀ ਤਾਂ ਮੈਂ ਆਪਣਾ ਜੀਵਨ ਪ੍ਰਾਣੀ ਮਾਤਰ ਦੀ ਸੇਵਾ ਲਈ ਅਰਪਣ ਕਰ ਦਿੱਤਾ ਸੀ। ਗਰੀਬ ਤੇ ਬੇਆਸਰੇ ਰੋਗੀਆਂ ਤੇ ਅਪਾਹਜਾਂ ਦੀ ਸੇਵਾ ਮੇਰੇ ਜੀਵਨ ਦਾ ਇੱਕ ਨਿਖੇੜਵਾਂ ਤੇ ਸਭ ਤੋਂ ਵੱਡਾ ਕੰਮ ਰਿਹਾ ਹੈ। ਅੱਜ ਤੱਕ ਪਿਛਲੇ 60 ਸਾਲਾਂ ਤੋਂ ਮੈਂ ਆਪਣਾ ਪੂਰਾ ਧਿਆਨ ਇਸ ਕਾਰਜ ਵੱਲ ਦਿੱਤਾ ਹੈ। ਲੋਕ ਸੇਵਾ ਦੇ ਅਨੇਕ ਪ੍ਰਕਾਰ ਦੇ ਕੰਮਾਂ ਲਈ ਦਿਨ ਰਾਤ ਭੱਜੇ ਫਿਰਦੇ ਰਹਿਣ ਵਾਲੇ ਮੇਰੇ ਵਰਗੇ ਗਰੀਬ ਬੰਦੇ ਦੇ ਮਸਤੀ ਭਰਪੂਰ ਜੀਵਨ ਵਿੱਚ ਵਿਆਹ ਲਈ ਕੋਈ ਥਾਂ ਨਹੀਂ ਹੋ ਸਕਦੀ ਸੀ। ਮਾਸਟਰੀ ਆਫ ਡੈਸਟਨੀ ਮਹਾਨ ਪੁਸਤਕ ਦੇ ਸੰਸਾਰ ਪ੍ਰਸਿੱਧ ਅੰਗਰੇਜ਼ ਲੇਖਕ ਜੇਮਸ ਐਲਨ ਨੇ ਲਿਖਿਆ ਹੈ
ਕਿ ਸੰਸਾਰ 'ਚ ਉਦੋਂ ਤੱਕ ਕੋਈ ਬੁਰਾਈ ਦੂਰ ਨਹੀਂ ਹੋ ਸਕਦੀ ਜਦੋਂ ਤੱਕ ਬੰਦਾ ਉਹਨੂੰ ਦੂਰ ਕਰਨ ਲਈ ਆਪਣਾ ਆਪ ਅਰਪਣ ਨਾ ਕਰ ਦੇ। ਆਪਣੀ 10ਵੀਂ ਜਮਾਤ ਦੀ ਮੈਂ ਅੰਗਰੇਜ਼ੀ ਦੀ ਕਿਤਾਬ 'ਚ ਇੰਗਲੈਂਡ ਦੇ ਇਤਿਹਾਸ ਦੀ ਭਗਤ ਬੀਬੀ ਮੈਡਮ ਫਰਾਈ ਦੀ ਜੀਵਨ ਕਥਾ ਪੜ੍ਹੀ ਸੀ। ਉਸ ਬੀਬੀ ਨੇ ਆਪਣਾ ਜੀਵਨ ਆਪਣੇ ਦੇਸ਼ ਦੀਆਂ ਉਸ ਵੇਲੇ ਦੀਆਂ ਜੇਲ੍ਹਾਂ 'ਚ ਹੋ ਰਹੀ ਇਸਤਰੀ ਕੈਦੀਆਂ ਦੀ ਦੁਰਦਸ਼ਾ ਨੂੰ ਦੂਰ ਕਰਨ ਲਈ ਅਰਪਣ ਕਰ ਦਿੱਤਾ ਸੀ। ਉਹਨੇ ਇਸਤਰੀ ਕੈਦੀਆਂ ਦੀ ਦੁਰਦਸ਼ਾ ਦਾ ਦਿਲ ਹਿਲਾ ਦੇਣ ਵਾਲਾ ਨਕਸ਼ਾ ਖਿੱਚਿਆ ਸੀ। ਮੈਡਮ ਫਰਾਈ ਨੇ ਜੇਲ੍ਹਾਂ ਦੇ ਸੁਧਾਰ ਲਈ ਜਿਸ ਢੰਗ ਨਾਲ ਦਿਨ ਰਾਤ ਦੀਆਂ ਕਰੜੀਆਂ ਘਾਲਾਂ ਨਾਲ ਆਪਣਾ ਸਾਰਾ ਜੀਵਨ ਬਿਤਾਇਆ ਸੀ, ਉਹ ਮੇਰੇ ਹਿਰਦੇ ਦੀਆਂ ਗਹਿਰਾਈਆਂ 'ਚ ਐਸਾ ਉਤਰ ਗਿਆ ਸੀ ਕਿ ਮੈਂ ਪ੍ਰਾਣੀ ਮਾਤਰ ਦੀ ਸੇਵਾ ਤੋਂ ਬਿਨਾਂ ਜੀਵਨ ਭਰ ਹੋਰ ਕੋਈ ਕੰਮ ਕਰਨਾ ਕਬੂਲ ਨਾ ਕੀਤਾ। ਕਿਸੇ ਅੰਗਰੇਜ਼ ਕਵੀ ਦੀ ਉੱਪਰ ਲਿਖੀ ਕਵਿਤਾ ਹਰ ਨੌਜਵਾਨ ਨੂੰ ਇਹ ਸਿੱਖਿਆ ਦਿੰਦੀ ਹੈ ਕਿ ਉਹ ਆਪਣੇ ਜੀਵਨ ਲਈ ਕੋਈ ਐਸਾ ਕੰਮ ਢੂੰਢੇ ਜਿਹੜਾ ਸੰਸਾਰ ਭਲਾਈ ਲਈ ਜ਼ਰੂਰੀ ਹੋਵੇ ਤੇ ਜਿਸ ਵੱਲ ਕਿਸੇ ਦਾ ਧਿਆਨ ਨਾ ਹੋਵੇ। ਅਜਿਹਾ ਰਚਨਾਤਮਕ ਜੀਵਨ ਜੀ ਕੇ ਬੰਦਾ ਹਿਰਦੇ, ਬੁੱਧੀ ਤੇ ਸਰੀਰ ਦੀਆਂ ਸ਼ਕਤੀਆਂ ਦਾ ਪੂਰਾ ਵਿਕਾਸ ਕਰ ਸਕਦਾ ਹੈ। ਬੀਬੀ ਦੀ ਕਹਾਣੀ ਤੋਂ ਜਿਸ ਭੈਣ ਭਰਾ ਦੇ ਦਿਲ 'ਚ ਦਰਦ ਪੈਦਾ ਹੋਵੇ, ਉਹ ਆਪਣੀ ਸਮਰੱਥਾ ਅਨੁਸਾਰ ਪਿੰਗਲਵਾੜੇ ਲਈ ਆਪਣੇ ਪਾਸੋਂ ਵੀ ਪੈਸੇ ਭੇਜੇ ਤੇ ਹੋਰਨਾਂ ਪਾਸੋਂ ਵੀ ਇਕੱਠੇ ਕਰਕੇ ਭੇਜੇ। ਜਿਹੜੀ ਬੀਬੀ ਇਸ ਕਹਾਣੀ ਨੂੰ ਪੜ੍ਹੇ, ਉਹ ਆਪਣੇ ਘਰ ਦੀ ਆਮਦਨ ਵਿੱਚੋਂ 10ਵਾਂ ਹਿੱਸਾ ਗੁਰੂ ਦਾ ਦਸਵੰਧ ਕੱਢਣਾ ਆਰੰਭ ਕਰੇ। ਹਉਮੈ ਦੇ ਦਿਖਾਵੇ ਦੇ ਖਰਚ ਬੰਦ ਕਰੇ ਤਾਂ ਜੋ ਅਜਿਹੇ ਕਾਰਜ ਸਫਲਤਾ ਨਾਲ ਚੱਲਦੇ ਰਹਿਣ। ਮੇਰੇ ਰਸਤੇ ਵਿੱਚ ਅਨੇਕਾਂ ਕਸ਼ਟਾਂ ਨੇ ਅਨੇਕਾਂ ਰੁਕਾਵਟਾਂ ਪਾਈਆਂ ਹਨ। ਧੰਨਵਾਦ। ਅਗਲਾ ਲੇਖ ਹੈ ਰੋਟੀ ਦੀ ਭੀਖ ਮੰਗ ਰਹੀਆਂ ਨੌਜਵਾਨ ਇਸਤਰੀਆਂ ਨਾਲ ਦੇਸ਼ ਵਿੱਚ ਕੀ ਬੀਤ ਰਹੀ ਹੈ। ਇੱਕ ਬੀਬੀ ਜਿਹਦੀ ਉਮਰ 38 ਕੁ ਸਾਲ ਦੀ ਸੀ, ਪਤਾ ਨਹੀਂ ਪੂਰਬਣੀ ਸੀ ਜਾਂ ਪੰਜਾਬਣ ਸੀ। ਉਹਦੀ ਗੋਦੀ 'ਚ ਬੱਚਾ ਵੀ ਸੀ। ਉਹਨੂੰ ਬਾਬਾ ਅਟੱਲ ਸਾਹਿਬ ਦੇ ਪਿਛਲੇ ਪਾਸੇ ਦੀ ਗਲੀ ਵਿੱਚੋਂ ਮੇਰੇ ਪਾਸ 3 ਜਾਂ 4 ਬੰਦੇ ਲੈ ਕੇ ਆਏ। ਉਹਨਾਂ ਦਿਨਾਂ 'ਚ ਪਿੰਗਲਵਾੜੇ ਦੀ ਵੱਡੀ ਸ਼ਾਖ ਤੇ ਦਫ਼ਤਰ ਹੁਸੈਨਪੁਰੇ ਦੇ ਲਾਗੇ ਸਿਨਮੇ ਦੀ ਇਮਾਰਤ ਵਿੱਚ ਸਨ। ਮੇਰੀ ਰਿਹਾਇਸ਼ ਉਹੀ ਸੀ ਕਿਉਂਕਿ ਸਾਡਾ ਵੱਡਾ ਡੇਰਾ ਉੱਥੇ ਹੀ ਸੀ। ਪਤਾ ਨਹੀਂ ਉਹ ਬੰਦੇ ਮੈਨੂੰ ਉਸੇ ਦਿਨ ਦੱਸ ਗਏ ਸਨ ਕਿ ਇਸ ਬੀਬੀ ਨੂੰ ਇੱਕ ਬੁੱਢੇ ਨੇ ਆਪਣੇ ਘਰ 'ਚ ਪਾਗਲ ਹੋਣ ਕਰਕੇ ਪਾਇਆ ਹੋਇਆ। ਉਹ ਇਹਦਾ ਪਤੀ ਨਹੀਂ ਤੇ ਜੇ ਉਹ ਆਵੇ ਤਾਂ ਤੁਸੀਂ ਇਸ ਨੂੰ ਉਹਦੇ ਹਵਾਲੇ ਨਾ ਕਰਨਾ। ਜਾਂ ਉਹਨਾਂ ਵਿੱਚੋਂ ਕੋਈ ਜਣਾ ਮੈਨੂੰ ਦੂਜੇ ਤੀਜੇ ਦਿਨ ਇਹ ਗੱਲ ਦੱਸ ਗਿਆ ਹੋਏ, ਮੈਨੂੰ ਯਾਦ ਨਹੀਂ ਰਿਹਾ। ਹਫ਼ਤੇ ਵਿੱਚ ਜਾਂ 10 ਦਿਨਾਂ ਦੇ ਅੰਦਰ ਅੰਦਰ ਇੱਕ ਸਿੱਖ ਬੁੱਢਾ ਪਿੰਗਲਵਾੜੇ ਆ ਗਿਆ। ਉਹਦੇ ਨਾਮ ਦਾ ਮੈਨੂੰ ਪੱਕਾ ਪਤਾ ਨਹੀਂ, ਸ਼ਾਇਦ ਰਾਮ ਸਿੰਘ ਸੀ। ਉਹਨੇ ਚਿੱਟੀ ਪੱਗ ਬੱਧੀ ਸੀ, ਜਿਸ ਤਰ੍ਹਾਂ ਬਿਹੰਗਮ ਸਿੰਘ ਪੱਗ ਬੰਨ੍ਹਦੇ ਹਨ। ਕੁੜਤਾ ਵੀ ਚਿੱਟਾ ਲੱਠੇ ਦਾ ਪਹਿਨਿਆ ਹੋਇਆ ਸੀ ਤੇ ਪਜਾਮਾ ਵੀ ਚੂੜੀਦਾਰ ਲੱਠੇ ਦਾ ਪਾਇਆ ਸੀ। ਬੁੱਢਾ ਬਾਬਾ ਸ਼ਾਮ ਸਿੰਘ ਦੇ ਡੇਰੇ ਪਾਠ ਕਰਦਾ ਸੀ। ਉਹਨੂੰ 20 ਰੋਟੀਆਂ ਸ਼ਾਮ ਵੇਲੇ ਉਸ ਡੇਰੇ ਤੋਂ ਮਿਲਦੀਆਂ ਸਨ। ਬੀਬੀ ਬਾਬਾ ਅਟੱਲ ਸਾਹਿਬ ਦੇ ਬੂਹੇ ਅੱਗੇ ਰੋਟੀਆਂ ਮੰਗਣ ਵਾਲੇ ਮੰਗਤਿਆਂ 'ਚ ਬੈਠਣ ਵਾਲੀ ਸੀ। ਬਾਬੇ ਨੂੰ ਰੋਟੀਆਂ ਉਹਦੀ ਲੋੜ ਤੋਂ ਵੱਧ ਮਿਲਦੀਆਂ ਸਨ ਤੇ ਬਾਬਾ ਸ਼ਾਮ ਸਿੰਘ ਦੇ ਡੇਰੇ ਤੋਂ ਕਈ ਸੇਵਾਦਾਰ ਪ੍ਰਸ਼ਾਦਾ ਉਗਰਾਉਣ ਸ਼ਹਿਰ 'ਚ ਜਾਂਦੇ ਸਨ ਤੇ ਬਹੁਤ ਸਾਰੇ ਪ੍ਰਸ਼ਾਦੇ ਇਕੱਠੇ ਹੋ ਜਾਂਦੇ ਸਨ। ਇਸ ਲਈ ਉਹ ਲੋੜ ਤੋਂ ਵੱਧ ਰੋਟੀਆਂ ਸੇਵਾਦਾਰਾਂ ਨੂੰ ਦਿੰਦੇ ਸਨ। ਉਹ ਉਸ ਇਸਤਰੀ ਨੂੰ ਰੋਟੀ ਖਵਾਉਣ ਲਈ ਆਪਣੇ ਅੰਦਰ ਵਾੜ ਲੈਂਦਾ ਸੀ। ਇਸ ਤਰ੍ਹਾਂ ਉਹ ਉਸ ਇਸਤਰੀ ਨੂੰ ਘਰ 'ਚ ਰੱਖਣ ਲੱਗ ਪਿਆ ਸੀ। ਇਹ ਗੱਲ ਮੈਨੂੰ ਬੀਬੀ ਨੂੰ ਲਿਆਉਣ ਵਾਲੇ ਬੰਦਿਆਂ ਨੇ ਦੱਸੀ। ਇਸ ਤਰ੍ਹਾਂ ਉਹ ਪਾਗਲ ਇਸਤਰੀ ਨੂੰ ਬਾਬਾ ਰਾਮ ਸਿੰਘ ਦੇ ਘਰ ਰਹਿੰਦਿਆਂ ਹੋਇਆਂ ਬੱਚਾ ਹੋ ਗਿਆ ਸੀ। ਬਾਬਾ ਰਾਮ ਸਿੰਘ ਜਦੋਂ ਮੇਰੇ ਕੋਲ ਆਇਆ ਤਾਂ ਉਹ ਹਫੜਾ ਦਫੜੀ 'ਚ ਸੀ ਤੇ ਬਹੁਤ ਉਤਾਵਲਾ ਸੀ। ਮੈਨੂੰ ਉਹਨੇ ਆਉਂਦਿਆਂ ਹੀ ਬੜੀ ਹਫੜਾ ਦਫੜੀ 'ਚ ਕਿਹਾ ਕਿ ਮੇਰੀ ਇਸਤਰੀ ਤੁਹਾਡੇ ਪਾਸ ਆਈ ਹੋਈ ਹੈ ਤੇ ਮੈਂ ਉਹਨੂੰ ਲਿਜਾਣਾ ਚਾਹੁੰਦਾ। ਮੈਂ ਉਹਨੂੰ ਕਿਹਾ ਕਿ ਤੇਰੇ ਨਾਲ ਇਸਤਰੀ ਵਿਆਹੀ ਤਾਂ ਹੈ ਨਹੀਂ। ਜੇ ਉਹਨੂੰ ਰੋਟੀ ਦੇ ਕਾਰਨ ਤੂੰ ਆਪਣੇ ਮਕਾਨ ਅੰਦਰ ਵਾੜ ਲੈਂਦਾ ਰਿਹਾ, ਇਸ ਤਰ੍ਹਾਂ ਤੂੰ ਉਹਦਾ ਪਤੀ ਕਿਵੇਂ ਬਣ ਗਿਆ? ਇਹ ਤੇਰਾ ਧੱਕਾ ਹੈ, ਇਹ ਤੇਰੀ ਅਯੋਗ ਕਾਰਵਾਈ ਹੈ। ਤੂੰ ਇੱਕ ਪਾਗਲ ਇਸਤਰੀ ਦੀ ਬੇਵਸੀ ਤੋਂ ਯੋਗ ਲਾਭ ਉਠਾਇਆ। ਮੈਂ ਉਹਨੂੰ ਕਿਹਾ ਕਿ ਇੱਕ ਇਸਤਰੀ ਜਿਹੜੀ ਪਾਗਲ ਹੋਣ ਕਾਰਨ ਆਪਣੀ ਰੋਜ਼ੀ ਨਹੀਂ ਕਮਾ ਸਕਦੀ, ਕੀ ਹਿੰਦੁਸਤਾਨ 'ਚ ਉਹਨੂੰ ਰੋਟੀ ਖਾਣ ਲਈ ਕਿਸੇ ਬੰਦੇ ਦੀ ਪਤਨੀ ਬਣ ਕੇ ਰਹਿਣਾ ਪਏਗਾ ਤੇ ਬੱਚੇ ਜੰਮਣੇ ਪੈਣਗੇ? ਕੀ ਉਹਦੇ ਜੀਵਨ ਨਿਰਬਾਹ ਲਈ ਭਾਰਤ ਦੀ ਸੱਭਿਅਤਾ 'ਚ ਕੋਈ ਇਨਸਾਨ ਦਇਆ ਭਾਵ ਨਾਲ ਨਹੀਂ ਖੜਾ ਹੋ ਸਕਦਾ? ਬੁੱਢਾ ਮੇਰੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਤੇ ਜਿੰਨੀ ਗੱਲ ਉਹਨੇ ਮੇਰੇ ਨਾਲ ਕੀਤੀ, ਸਭ ਕਲੇਸ਼ ਨਾਲ ਕੀਤੀ। ਮੇਰੇ ਨਾਲ ਕਲੇਸ਼ ਦੀਆਂ ਗੱਲਾਂ ਕਰਕੇ ਉਹ ਚਲਾ ਗਿਆ। ਉਸ ਤੋਂ ਪਿੱਛੋਂ ਉਹਨੇ ਮੇਰੇ ਪਾਸ ਆਪਣੇ ਮੁਹੱਲੇ ਦੇ ਤੇ ਸ਼ਹਿਰ ਦੇ ਅਨੇਕਾਂ ਬੰਦੇ ਲਿਆਉਣੇ ਸ਼ੁਰੂ ਕਰ ਦਿੱਤੇ। ਉਹਨਾਂ ਵਿੱਚ ਸ਼ਹਿਰ ਦੇ ਹੋਰ ਉੱਘੇ ਬੰਦੇ, ਚੌਧਰੀ ਤੇ ਵੱਡੀ ਇੱਜ਼ਤ ਵਾਲੇ ਵੀ ਹੁੰਦੇ ਸਨ। ਬੁੱਢਾ ਇੱਕ ਸੁਪਰਿੰਟੈਂਡੈਂਟ ਪੁਲਿਸ ਦੇ ਘਰ ਰੋਜ਼ ਪਾਠ ਕਰਨ ਜਾਂਦਾ ਸੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਜਾਂਦਾ ਸੀ। ਇਹ ਮੈਨੂੰ ਯਾਦ ਨਹੀਂ ਰਿਹਾ ਕਿ ਸੁਪਰਿੰਟੈਂਡੈਂਟ ਪੁਲਿਸ ਵੱਲੋਂ ਵੀ ਕੋਈ ਵਰਦੀ ਵਾਲਾ ਥਾਣੇਦਾਰ ਮੇਰੇ ਕੋਲ ਇਹ ਕਹਿਣ ਲਈ ਆਇਆ ਹੋਵੇ ਕਿ ਮੈਂ ਰਾਮ ਸਿੰਘ ਦੀ ਔਰਤ ਨੂੰ ਉਹਦੇ ਹਵਾਲੇ ਕਰ ਦੇਵਾਂ। ਪਰ ਸੁਪਰਿੰਟੈਂਡੈਂਟ ਵੱਲੋਂ ਕੋਈ ਬੰਦਾ ਆਇਆ ਜ਼ਰੂਰ ਸੀ। ਜਿਸ ਬੰਦੇ ਨੂੰ ਵੀ ਮੇਰੇ ਕੋਲ ਲਿਆਂਦਾ ਗਿਆ, ਮੈਂ ਬੜੀ ਦ੍ਰਿੜਤਾ ਤੇ ਦਲੇਰੀ ਨਾਲ ਉਹਨੂੰ ਜਵਾਬ ਦਿੰਦਾ ਗਿਆ ਕਿ ਇਸਤਰੀ
ਰਾਮ ਸਿੰਘ ਨੂੰ ਵਾਪਸ ਨਹੀਂ ਦਿੱਤੀ ਜਾਏਗੀ। ਮੈਨੂੰ ਉਹਨਾਂ ਨੂੰ ਲੰਮਾ ਸਮਾਂ ਸਿਰ ਖਪਾ ਕੇ ਸਮਝਾਉਣਾ ਪੈਂਦਾ ਸੀ ਕਿ ਬੁੱਢੇ ਦੀ ਮੰਗ ਅਯੋਗ ਹੈ। ਮੈਂ ਸਭ ਨੂੰ ਇਹ ਕਹਿੰਦਾ ਸਾਂ ਕਿ ਅਸੀਂ ਤਾਂ ਪਾਗਲ ਇਸਤਰੀ ਦੇ ਪਾਗਲਪਨ ਦਾ ਇਲਾਜ ਵੀ ਦਿਮਾਗੀ ਹਸਪਤਾਲ ਤੋਂ ਕਰਵਾਉਂਦੇ ਹਾਂ, ਤੇ ਬੁੱਢਾ ਇਸ ਗੱਲ ਦੀ ਵਿਚਾਰ ਕਰਦਾ ਹੀ ਨਹੀਂ ਕਿ ਉਹ ਇਲਾਜ ਕਰਾ ਨਹੀਂ ਸਕਦਾ ਸੀ। ਸਾਡੇ ਡੇਰੇ ਤੋਂ ਪਾਗਲਖਾਨਾ 3 ਮੀਲ ਦੀ ਵਿੱਥ ਤੇ ਸੀ। ਪਾਗਲਪਨ ਦਾ ਇਲਾਜ ਦਿਮਾਗੀ ਹਸਪਤਾਲ ਵਿੱਚ ਤਾਂ ਸਾਲ ਤੋਂ ਵੱਧ ਸਮਾਂ ਰਹਿੰਦਾ ਹੈ। ਬੁੱਢੇ ਦੇ ਦਿਲ ਦੀ ਘਬਰਾਹਟ ਤੋਂ ਮੈਂ ਹੈਰਾਨ ਹੁੰਦਾ ਸਾਂ ਕਿ ਇਹ ਔਰਤ ਦਾ ਇਲਾਜ ਨਹੀਂ ਕਰਾਉਣ ਦਿੰਦਾ ਤੇ ਉਹਨੂੰ ਇਸਤਰੀ ਨੂੰ ਘਰ ਲਿਜਾਣ ਦੀ ਕਾਹਲੀ ਕਿਉਂ ਪਈ ਹੋਈ ਹੈ। ਪਤਾ ਨਹੀਂ ਉਹ ਮੇਰੇ ਕੋਲ 10 ਬੰਦੇ ਲਿਆਇਆ ਜਾਂ 15, ਪਰ ਉਹਨੇ ਮੈਨੂੰ ਪਰੇਸ਼ਾਨ ਕੀਤਾ ਤੇ ਬਹੁਤ ਕਲਪਾਇਆ। ਜੇ ਮੈਂ ਪੜ੍ਹਿਆ ਲਿਖਿਆ ਤੇ ਸਮਝਦਾਰ ਬੰਦਾ ਨਾ ਹੁੰਦਾ ਤਾਂ ਮੈਂ ਬਾਬੇ ਦਾ ਇੰਨਾ ਮੁਕਾਬਲਾ ਸ਼ਾਇਦ ਨਾ ਕਰ ਸਕਦਾ। ਜਿਹੜੇ ਬੰਦੇ ਮੇਰੇ ਕੋਲ ਇਸਤਰੀ ਨੂੰ ਛੱਡ ਕੇ ਗਏ ਸਨ, ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਸੀ ਕਿ ਇਸਤਰੀ ਦੀ ਇੱਕ ਕੁੜੀ ਹੈ ਜਿਹਦੀ ਉਮਰ 9-10 ਸਾਲ ਦੀ ਦੱਸੀ ਗਈ ਸੀ, ਤੇ ਉਹਨੂੰ ਬਾਬਾ ਅਟਲ ਸਾਹਿਬ ਦੀ ਪਿਛਲੀ ਗਲੀ 'ਚ ਇੱਕ ਸਿਪਾਹੀ ਨੇ ਆਪਣੇ ਘਰ 'ਚ ਆਪਣੇ ਬੱਚੇ ਕਢਾਉਣ ਤੇ ਘਰ ਦਾ ਕੰਮ ਕਰਨ ਲਈ ਰੱਖਿਆ ਹੋਇਆ। ਪਤਾ ਨਹੀਂ ਉਹ ਸਿਪਾਹੀ ਮੇਰੇ ਕੋਲ ਆਪਣੇ ਆਪ ਆਇਆ ਜਾਂ ਮੇਰੇ ਸੁਨੇਹੇ ਤੇ ਆਇਆ। ਉਹਨੇ ਮੈਨੂੰ ਕਿਹਾ ਕਿ ਲੜਕੀ ਮੇਰੇ ਪਾਸ ਹੈ ਤੇ ਉਹਦਾ ਮੇਰੇ ਬੱਚਿਆਂ ਨਾਲ ਪਿਆਰ ਪੈ ਚੁੱਕਾ ਹੈ, ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਲੜਕੀ ਨੂੰ ਸਾਡੇ ਘਰ ਰਹਿਣ ਦਿਓ, ਕਿਉਂਕਿ ਸਾਡੇ ਘਰ 'ਚ ਰਹਿ ਕੇ ਉਹ ਘਰ ਦੇ ਕੰਮਾਂ ਨੂੰ ਕਰਨ ਦੀ ਜਾਚ ਸਿੱਖ ਰਹੀ ਹੈ, ਤੇ ਮੇਰਾ ਤੁਹਾਡੇ ਨਾਲ ਵਚਨ ਹੈ ਕਿ ਜਦ ਤੁਸੀਂ ਮੈਨੂੰ ਕਹੋਗੇ ਤਾਂ ਮੈਂ ਲੜਕੀ ਮੋੜ ਦੇਵਾਂਗਾ। ਲੜਕੀ ਮੇਰੇ ਕੋਲ ਤੁਹਾਡੀ ਅਮਾਨਤ ਹੈ, ਤੇ ਜਦੋਂ ਲੜਕੀ ਦਾ ਵਿਆਹ ਕਰਾਂਗਾ ਤੁਹਾਡੀ ਪ੍ਰਵਾਨਗੀ ਨਾਲ ਕਰਾਂਗਾ। ਆਬਾਦੀ ਦੇ ਮਸਲੇ ਤੋਂ ਤਾਂ ਮੈਂ ਸੰਨ 1952 ਤੋਂ ਖਬਰਦਾਰ ਹਾਂ, ਕਿਉਂਕਿ ਮੈਂ ਸਵਾਮੀ ਰਾਮ ਤੀਰਥ ਦੇ ਲੇਖ ਪੜ੍ਹੇ ਸਨ। ਮੈਂ ਚਾਹੁੰਦਾ ਸਾਂ ਕਿ ਲੜਕੀ ਦੀ ਸ਼ਾਦੀ ਛੇਤੀ ਨਾ ਹੋ ਜਾਏ, ਤੇ ਮੇਰਾ ਖਿਆਲ ਹੈ ਕਿ ਉਹ ਲੜਕੀ ਨੂੰ ਪੜ੍ਹਾਉਂਦਾ ਵੀ ਨਹੀਂ ਸੀ। 1 ਸਾਲ ਜਾਂ 2 ਸਾਲ ਦਾ ਸਮਾਂ ਲੰਘ ਜਾਣ ਉੱਤੇ ਅਜਿਹੇ ਕੁਝ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਮੈਂ ਕੁੜੀ ਨੂੰ ਸਿਪਾਹੀ ਘਰੋਂ ਵਾਪਸ ਲਿਆਉਣ ਲਈ 2 ਜਾਂ 3 ਸਾਲ ਯਤਨ ਕਰਦਾ ਰਿਹਾ, ਪਰ ਮੇਰੇ ਉਹ ਯਤਨ ਸਫਲ ਨਾ ਹੋਏ। ਸਿਪਾਹੀ ਕੁੜੀ ਦੇਣ ਲਈ ਤਿਆਰ ਨਾ ਹੋਇਆ, ਪਰ ਕੁੜੀ ਨੂੰ ਵਾਪਸ ਲਿਆਉਣ ਦਾ ਮੇਰੇ ਯਤਨਾਂ ਦਾ ਇੱਕ ਲਾਭ ਤਾਂ ਜ਼ਰੂਰ ਹੋਇਆ ਹੋਵੇਗਾ ਕਿ ਉਹ ਲੜਕੀ ਨੂੰ ਵੇਚ ਨਹੀਂ ਸਕਦਾ ਸੀ ਤੇ ਨਾ ਹੀ ਛੋਟੀ ਉਮਰ ਦੀ ਨੂੰ ਵਿਆਹ ਹੀ ਸਕਦਾ ਸੀ। ਮੈਂ ਲੜਕੀ ਨੂੰ ਪੜ੍ਹਨ ਲਈ ਕਿਸੇ ਬੋਰਡਿੰਗ ਹਾਊਸ ਵਿੱਚ ਦਾਖਲ ਕਰਾ ਸਕਦਾ ਸਾਂ। ਇਹ ਹੈ ਉਹ ਹਾਲਤ ਜੋ ਪਾਗਲ ਇਸਤਰੀਆਂ ਦੀ ਦੇਸ਼ 'ਚ ਹੋ ਰਹੀ ਹੈ। ਇੱਕ ਪਾਗਲ ਇਸਤਰੀ ਨੂੰ ਕੇਵਲ ਖੁਸ਼ਕ ਰੋਟੀ ਦੀ ਖਾਤਰ ਕਿਸੇ ਦੀ ਪਤਨੀ ਬਣਨਾ ਪਿਆ ਤੇ ਬੱਚੇ ਜਣਨੇ ਪਏ। ਇਹ ਹਾਲਤ ਸਾਰੇ ਦੇਸ਼ 'ਚ ਪਾਗਲ ਇਸਤਰੀਆਂ ਨਾਲ ਬੀਤ ਰਹੀ ਹੈ। ਉਹਨਾਂ ਨੂੰ ਸੁਜ਼ਾਕ ਤੇ ਆਤਸ਼ਿਕ ਦੇ ਭਿਆਨਕ ਗੁਪਤ ਰੋਗ ਲਗਾਏ ਜਾ ਰਹੇ ਹਨ, ਜਿਨ੍ਹਾਂ ਤੋਂ ਇਹ ਰੋਗ ਅਗਾਂਹ ਦੀ ਅਗਾਂਹ ਫੈਲਦੇ ਹਨ ਤੇ ਉਹਨਾਂ ਰੋਗਾਂ ਨਾਲ ਉਹ ਆਪ ਕੀੜੇ ਪੈ ਕੇ ਮਰਦੀਆਂ ਹਨ। ਅੰਮ੍ਰਿਤਸਰ ਸ਼ਹਿਰ ਸਿੱਖ ਪੰਥ ਦਾ ਸਭ ਤੋਂ ਵੱਡਾ ਤੀਰਥ ਸਥਾਨ ਹੈ। ਮੈਂ ਇਸ ਕਾਰਜ ਨੂੰ ਸੜਕਾਂ ਦੇ ਕੰਢਿਆਂ ਤੇ ਡੇਰੇ ਬਣਾ ਕੇ ਆਰੰਭ ਕੀਤਾ ਤੇ ਸਤਿਨਾਮ ਦੀ ਆਵਾਜ਼ੇ ਨਾਲ ਘਰ ਘਰ ਤੋਂ ਪ੍ਰਸ਼ਾਦਾ ਉਗਰਾ ਕੇ ਇਸ ਕਾਰਜ ਦੀ ਮੈਂ ਨੀਂਹ ਰੱਖੀ ਸੀ। ਮੈਂ ਇੱਕ ਮਾਮੂਲੀ ਬੰਦਾ ਸਾਂ ਤੇ ਪਿੰਗਲਵਾੜੇ ਨੂੰ ਚਲਾਉਣ ਲਈ ਮੇਰੀ ਸ਼ਕਤੀ ਅਪਾਹਜਾਂ ਦੀ ਹੱਥਾਂ ਨਾਲ ਸੇਵਾ ਕਰਨ ਤੇ ਘਰ ਘਰ ਤੋਂ ਪ੍ਰਸ਼ਾਦਾ ਉਗਰਾਉਣ ਤੋਂ ਵੱਧ ਨਹੀਂ ਸੀ, ਪਰ ਇਹ ਕਾਰਜ ਬਹੁਤ ਵੱਡਾ ਹੈ। ਪਿੰਗਲਵਾੜੇ ਦੀ ਸਮੱਸਿਆ ਕੇਵਲ ਰੋਗੀਆਂ ਤੇ ਅਪਾਹਜਾਂ ਦੀ ਸੰਭਾਲ ਦੀ ਸਮੱਸਿਆ ਨਹੀਂ, ਇਹ ਇਸਤਰੀ ਦੀ ਪੱਤ ਦੀ ਰੱਖਿਆ ਦੀ ਸਮੱਸਿਆ ਹੈ। ਪਾਗਲ ਇਸਤਰੀਆਂ ਗੋਦ ਵਿੱਚ ਦੁੱਧ ਚੁੰਘਦੇ ਬੱਚੇ ਲੈ ਕੇ ਘਰਾਂ ਤੋਂ ਨਿਕਲ ਪੈਂਦੀਆਂ ਹਨ। ਆਪਣੀ ਸੰਸਥਾ ਦੀ ਹਸਤੀ ਨੂੰ ਮੈਂ ਬਰਸਾਤ ਦੀ ਖੁੰਭ ਸਮਝਦਾ। ਮੈਂ ਸਿੱਖ ਪੰਥ ਦੇ ਧਿਆਨ 'ਚ ਕਹਾਣੀ ਲਿਆ ਰਿਹਾ ਤਾਂ ਕਿ ਪੰਥ ਵਿਚਾਰ ਕਰ ਸਕੇ ਕਿ ਇਸ ਕਾਰਜ ਦਾ ਕਿੰਨਾ ਅਧਿਕਾਰ ਸ੍ਰੀ ਦਰਬਾਰ ਸਾਹਿਬ ਦੇ ਖਜ਼ਾਨੇ ਤੇ ਹੈ। ਕਿਸ ਹੱਦ ਤੱਕ ਇਸ ਕਾਰਜ ਦੀ ਸਰਪ੍ਰਸਤੀ ਕਰਨ ਦਾ ਫਿਕਰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੂੰ ਕਰਨਾ ਚਾਹੀਦਾ ਹੈ। ਗੁਰੂ ਘਰ ਦੇ ਸਭ ਤੋਂ ਵੱਡੇ ਆਦਰਸ਼ ਦੀ ਪ੍ਰਾਪਤੀ ਨਿਥਾਵਿਆਂ ਦੀ ਥਾਂ ਨਿਓਟਿਆਂ ਦੀ ਓਟ ਬਣਨ 'ਚ ਹੈ। ਪਿੰਗਲਵਾੜਾ ਅੰਮ੍ਰਿਤਸਰ 'ਚ ਬਣਨ ਤੋਂ ਪਹਿਲਾਂ ਜਿਹੜੇ ਲਾਵਾਰਸ ਅਪਾਹਜ ਰੋਗੀ ਮਰਦ ਤੇ ਇਸਤਰੀਆਂ ਇਸ ਸ਼ਹਿਰ ਦੇ ਵੱਡੇ ਹਸਪਤਾਲ ਦੇ ਬੂਹੇ ਅੱਗੇ ਮਰਦੇ ਸਨ, ਜਿਨ੍ਹਾਂ ਨੂੰ ਉਸ ਹਸਪਤਾਲ 'ਚ ਦਾਖਲ ਨਹੀਂ ਕੀਤਾ ਜਾਂਦਾ ਸੀ ਜਾਂ ਲਾ ਇਲਾਜ ਹੋਣ ਦੇ ਕਾਰਨ ਹਸਪਤਾਲ ਤੋਂ ਬਾਹਰ ਕੱਢਿਆ ਜਾਂਦਾ ਸੀ, ਉਹਨਾਂ ਦੀ ਗਿਣਤੀ ਕਿਸੇ ਮਹੀਨੇ 4 ਹੁੰਦੀ ਸੀ, ਕਿਸੇ ਮਹੀਨੇ 5। ਹਸਪਤਾਲਾਂ ਵਿੱਚ ਦਾਖਲ ਨਾ ਕੀਤੇ ਜਾਣ ਜਾਂ ਹਸਪਤਾਲਾਂ 'ਚੋਂ ਬਾਹਰ ਕੱਢੇ ਗਏ ਬੇਆਸਰੇ ਰੋਗੀ ਅਪਾਹਜ ਮਰਦ ਬੱਚਿਆਂ ਵਾਲੀਆਂ ਇਸਤਰੀਆਂ ਜਿਸ ਤਰਸਯੋਗ ਦਸ਼ਾ 'ਚ ਸੜਕਾਂ ਦੇ ਕੰਢਿਆਂ ਤੇ ਰੁਲ ਰੁਲ ਕੇ ਮਰਦੇ ਸਨ, ਉਹ ਕਹਾਣੀਆਂ ਸੀਨੇ ਤੇ ਹੱਥ ਰੱਖ ਕੇ ਹੀ ਪੜ੍ਹੀਆਂ ਸੁਣੀਆਂ ਜਾ ਸਕਦੀਆਂ ਹਨ। ਇਸ ਨਗਰੀ ਨੂੰ ਵਸਾਉਣ ਤੇ ਇਸ ਨੂੰ ਹਰ ਪੱਖ ਤੋਂ ਉੱਨਤ ਕਰਨ ਦਾ ਜਸ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਇਆ ਤੇ ਇਹ ਨਗਰੀ ਸੱਭਿਅਤਾ ਦੇ ਦ੍ਰਿਸ਼ਟੀਕੋਣ ਤੋਂ ਰਹਿੰਦੀ ਦੁਨੀਆ ਤੱਕ ਸੰਸਾਰ 'ਚ ਆਪਣੀਆਂ ਕਰਨੀਆਂ ਨਾਲ ਕਿਹੋ ਜਿਹਾ ਨਿਖੇੜਵਾਂ ਥਾਂ ਪ੍ਰਾਪਤ ਕਰਦੀ ਰਹੇ, ਆਪਣੀ ਇਸ ਇੱਛਾ ਨੂੰ ਉਹਨਾਂ ਨੇ ਆਪਣੇ ਹੇਠ ਲਿਖੇ ਸ਼ਬਦ ਵਿੱਚ ਬਿਆਨ ਕੀਤਾ। ਡਿੱਠੇ ਸਭੇ ਥਾਉ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਵਸਤੀ ਸਘਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ ਨਾਇਐ ਰਾਮਦਾਸ ਸਰ। ਹਸਪਤਾਲ ਦੇ ਬਾਹਰ ਬਦਰੀਨਾਥ ਐਂਡ ਸੰਸ ਦੀ ਇੱਕ ਦਵਾਈਆਂ ਦੀ ਦੁਕਾਨ ਹੈ।
ਉਹ ਖਾਨਦਾਨ ਬੜਾ ਦਇਆਵਾਨ ਹੈ। ਉਸ ਖਾਨਦਾਨ 'ਚ ਦਇਆਵਾਨ ਬੰਦੇ ਜੰਮਦੇ ਰਹੇ ਹਨ। ਉਹ ਦੁਕਾਨ ਵਾਲਿਆਂ ਨੇ ਮੈਨੂੰ ਦੱਸਿਆ ਕਿ ਇੱਕ ਇਸਤਰੀ ਨੂੰ ਹਸਪਤਾਲ ਤੋਂ ਬਾਹਰ ਕੱਢਿਆ ਜਾਣਾ ਸੀ। ਹਸਪਤਾਲ ਤੋਂ ਬਾਹਰ ਦੋ ਕਾਰਨਾਂ ਕਰਕੇ ਰੋਗੀਆਂ ਨੂੰ ਕੱਢਿਆ ਜਾਇਆ ਕਰਦਾ ਹੈ। ਇੱਕ ਇਹ ਕਿ ਰੋਗੀ ਦਾ ਇਲਾਜ ਨਾ ਹੋਣ ਵਾਲਾ ਹੋਵੇ ਤੇ ਦੂਜਾ ਉਹ ਰਾਜੀ ਹੋ ਗਿਆ ਹੋਵੇ। ਉਹ ਇਸਤਰੀ ਹਸਪਤਾਲ ਤੋਂ ਬਾਹਰ ਨਹੀਂ ਨਿਕਲਦੀ ਸੀ। ਕਾਰਨ ਇਹ ਹੋਏਗਾ ਕਿ ਉਹਦਾ ਰੋਗ ਬੇਇਲਾਜਾ ਹੋ ਗਿਆ ਹੋਏਗਾ ਤੇ ਰੋਗ ਦੀ ਹਾਲਤ ਵਿੱਚ ਜਾਂਦੀ ਕਿੱਥੇ, ਆਪਣੀ ਸੇਵਾ ਸੰਭਾਲ ਕਿੱਥੋਂ ਕਰਾਉਂਦੀ। ਮੈਨੂੰ ਡਾਕਟਰ ਖੁਸ਼ਵੰਤ ਲਾਲ ਵਿਗ ਨੇ ਦੱਸਿਆ ਸੀ ਕਿ ਜਦ ਕੋਈ ਲਾਵਾਰਸ ਰੋਗੀ ਠੀਕ ਨਾ ਹੋ ਰਿਹਾ ਹੋਵੇ ਤੇ ਅਸੀਂ ਉਹਨੂੰ ਬਾਹਰ ਕੱਢਣਾ ਹੋਵੇ ਤਾਂ ਉਹ ਇਹ ਝੂਠੀ ਗੱਲ ਕਹਿ ਕੇ ਹੋਰ ਸਮਾਂ ਹਸਪਤਾਲ ਦੇ ਮੰਜੇ ਤੇ ਪਿਆ ਰਹਿਣ ਦਾ ਯਤਨ ਕਰਦਾ ਹੈ ਕਿ ਮੈਂ ਆਪਣੇ ਰਿਸ਼ਤੇਦਾਰ ਨੂੰ ਚਿੱਠੀ ਪਾਈ ਹੋਈ ਹੈ, ਉਹ ਮੈਨੂੰ ਲੈਣ ਆਉਣਗੇ। ਝੂਠ ਬੋਲ ਕੇ ਉਹ ਆਪਣੇ ਰਹਿਣ ਦੇ ਸਮੇਂ ਨੂੰ ਲੰਬਾ ਕਰ ਰਿਹਾ ਹੁੰਦਾ ਹੈ। ਓੜਕ ਹਸਪਤਾਲ ਵਾਲਿਆਂ ਨੇ ਉਸ ਇਸਤਰੀ ਨੂੰ ਹਸਪਤਾਲ ਤੋਂ ਬਾਹਰ ਕੱਢਣ ਦਾ ਇਹ ਯਤਨ ਕੀਤਾ ਕਿ ਹਸਪਤਾਲ ਦੇ ਦੋ ਕਰਮਚਾਰੀਆਂ ਨੇ ਉਹਨੂੰ ਉਸਦੀਆਂ ਦੋਹਾਂ ਲੱਤਾਂ ਤੋਂ ਫੜਿਆ ਤੇ ਦੋ ਨੇ ਉਹਨੂੰ ਬਾਹਾਂ ਤੋਂ ਫੜਿਆ। ਇਸ ਤਰ੍ਹਾਂ ਉਹਨਾਂ ਨੇ ਇਸਤਰੀ ਨੂੰ ਹਸਪਤਾਲ ਤੋਂ ਬਾਹਰ ਘੜੀਸ ਕੇ ਬਾਹਰ ਕੱਢਿਆ। ਬੇਆਸਰੇ ਅਪਾਹਜਾਂ ਦੇ ਮਾਮਲੇ ਵਿੱਚ ਸੋਚੀ ਜਾਣ ਵਾਲੀ ਗੱਲ ਲੂਲੇ ਬੱਚਿਆਂ ਤੇ ਪਾਗਲ ਨੌਜਵਾਨ ਇਸਤਰੀਆਂ ਦੀ ਹੈ, ਜਿਨ੍ਹਾਂ ਦੀਆਂ ਇੱਜ਼ਤਾਂ ਨੂੰ ਖਤਰਾ ਹੁੰਦਾ ਹੈ। ਅਖਬਾਰਾਂ ਵਿੱਚ ਖਬਰਾਂ ਨਿਕਲਦੀਆਂ ਰਹਿੰਦੀਆਂ ਹਨ ਕਿ 6 ਸਾਲ ਦੀ ਉਮਰ ਦੀਆਂ ਕੁੜੀਆਂ ਨਾਲ ਬਦਮਾਸ਼ ਲੋਕੀ ਕਹਿਰ ਕਮਾਉਂਦੇ ਹਨ, ਪਰ ਜਿਸ ਪਾਗਲ ਇਸਤਰੀ ਨੇ ਕਿਸੇ ਬੰਦੇ ਪਾਸ ਜਾ ਕੇ ਫਰਿਆਦ ਹੀ ਨਹੀਂ ਕਰਨੀ, ਸ਼ਿਕਾਇਤ ਹੀ ਨਹੀਂ ਕਰਨੀ, ਕਚਹਿਰੀ 'ਚ ਜਾ ਕੇ ਬਦਮਾਸ਼ ਦੀ ਪਛਾਣ ਹੀ ਨਹੀਂ ਕਰਨੀ, ਉਸ ਨਾਲ ਕਹਿਰ ਕਮਾਉਣ ਤੋਂ ਕੋਈ ਬਦਮਾਸ਼ ਸੰਕੋਚ ਕਿਉਂ ਕਰੇਗਾ। ਪਿੰਗਲਵਾੜੇ ਵਿੱਚ ਇੱਕ ਦਿਮਾਗੀ ਕਮਜ਼ੋਰੀ ਵਾਲੀ ਕੁੜੀ ਸੰਨ 1965 ਦੇ ਲਾਗੇ ਲਿਆਂਦੀ ਗਈ, ਜਿਹਦੀ ਉਮਰ 9 ਕੁ ਸਾਲ ਦੀ ਹੋਏਗੀ। ਉਹਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਲਾਗੇ ਤੋਂ ਉਸ ਕਾਰਖਾਨੇ ਤੋਂ ਲਿਆਂਦਾ ਗਿਆ ਸੀ ਜਿਹੜਾ ਨਵਾਂ ਕੋਟ ਨੂੰ ਜਾਣ ਵਾਲੇ ਰਸਤੇ ਤੇ ਪਹਿਲਾ ਮਕਾਨ 'ਚ ਹੈ। ਉਸ ਨਾਲ ਪਤਾ ਨਹੀਂ ਕਿੰਨੇ ਕੁ ਬੰਦਿਆਂ ਨੇ ਕਹਿਰ ਕਮਾਇਆ ਹੋਇਆ ਸੀ। ਉਹਨੂੰ ਲਿਆਉਣ ਵਾਲੇ ਬੰਦਿਆਂ ਨੇ ਕਿਹਾ ਸੀ ਕਿ ਉਹ ਬੇਹੋਸ਼ ਪਈ ਹੋਈ ਸੀ। ਸਾਡੇ ਪਾਸ ਉਹ 15 ਕੁ ਸਾਲ ਜਿਉਂਦੀ ਰਹੀ ਤੇ ਫਿਰ ਕੈਂਸਰ ਰੋਗ ਨਾਲ ਮਰ ਗਈ। ਸੰਨ 1985 ਵਿੱਚ ਪਿੰਗਲਵਾੜੇ ਦੀਆਂ ਪਾਗਲ ਕੁੜੀਆਂ ਦੀ ਗਿਣਤੀ 55 ਤੇ ਪਾਗਲ ਇਸਤਰੀਆਂ ਦੀ ਗਿਣਤੀ 159 ਤੇ ਲੂਲੇ ਬੱਚਿਆਂ ਦੀ ਗਿਣਤੀ 6 ਹੈ। ਜਿਸ ਲੂਲੇ ਲੜਕੇ ਤੋਂ ਪਿੰਗਲਵਾੜਾ ਹੋਂਦ ਵਿੱਚ ਆਇਆ ਉਹ ਮੇਰਾ ਵਿਸਾਹ ਨਹੀਂ ਕਰਦਾ। ਮੈਂ ਹਰ ਵੇਲੇ ਉਹਦੇ ਪਾਸ ਰਹਿੰਦਾ। ਉਹਦੀ ਸੇਵਾ ਲਈ ਮੈਂ ਸੇਵਾਦਾਰ ਰੱਖੇ ਹੋਏ ਹਨ। ਸੰਨ 1984 ਦੇ ਮਈ ਮਹੀਨੇ 'ਚ ਮੈਨੂੰ ਸਾਰੀ ਰਾਤ ਉਹਦੀ ਸੇਵਾ ਸੰਭਾਲ ਕਰਨੀ ਪਈ। ਮੈਨੂੰ ਕੁਝ ਦਿਨ ਚੰਡੀਗੜ੍ਹ ਦੇ 22 ਸੈਕਟਰ ਦੇ ਗੁਰਦੁਆਰੇ ਦੇ ਵਲਗਣ ਅੰਦਰ ਰਹਿਣਾ ਪਿਆ ਤੇ ਫਰਸ਼ ਇੱਟਾਂ ਵਾਲਾ ਸੀ, ਬਾਹਰ ਧਰਤੀ ਸੀ। ਦਿਨ ਮਈ ਦੇ ਮਹੀਨੇ ਦੇ ਅਖੀਰ ਦੇ ਸਨ, ਇਸ ਲਈ ਸਾਨੂੰ ਗਰਮ ਫਰਸ਼ ਨੂੰ ਛੱਡ ਕੇ ਧਰਤੀ 'ਤੇ ਡੇਰਾ ਲਾਉਣਾ ਪਿਆ ਤੇ ਸੌਣਾ ਪਿਆ। ਪਰ ਉਹ ਥਾਂ ਪੱਧਰਾ ਨਹੀਂ ਸੀ, ਉੱਚਾ ਨੀਵਾਂ ਸੀ। ਉੱਚਾ ਨੀਵਾਂ ਥਾਂ ਹੋਣ ਕਰਕੇ ਲੂਲੇ ਦੀਆਂ ਲੱਤਾਂ ਦਾ ਪਿੰਜਣੀਆਂ ਦਾ ਹਿੱਸਾ ਬਾਰ-ਬਾਰ ਅੰਦਰ ਨੂੰ ਵੜਦਾ ਗਿਆ। ਜਦੋਂ ਹਿੱਸਾ ਅੰਦਰ ਨੂੰ ਵੜ ਜਾਂਦਾ ਤਾਂ ਲੂਲੇ ਦੇ ਗੋਡਿਆਂ 'ਚ ਦਰਦ ਹੋਣ ਲੱਗ ਪੈਂਦਾ। ਉਹਦੀ ਦਰਦ ਦੀ ਆਵਾਜ਼ ਸੁਣ ਕੇ ਮੈਨੂੰ ਉਹਦੀਆਂ ਪਿੰਜਣੀਆਂ ਬਾਹਰ ਨੂੰ ਕਰਨੀਆਂ ਪੈਂਦੀਆਂ। ਉਹਦਾ ਜ਼ੋਰ ਲੱਤ 'ਤੇ ਨਹੀਂ ਪੈਂਦਾ, ਕੋਈ ਦੂਜਾ ਬੰਦਾ ਹੀ ਹਿਲਾਵੇ ਤਾਂ ਹਿਲਾਵੇ, ਨਹੀਂ ਤਾਂ ਉਹ ਆਪਣੇ ਆਪ ਤੋਂ ਆਪਣੀਆਂ ਲੱਤਾਂ ਨੂੰ ਨਹੀਂ ਹਿਲਾ ਸਕਦਾ। ਮੈਂ ਚੰਡੀਗੜ੍ਹ ਜਦੋਂ ਕਿਸੇ ਸਰਕਾਰੀ ਦਫ਼ਤਰ ਨੂੰ ਜਾਂਦਾ ਹਾਂ ਤਾਂ ਮੈਂ ਲਿਫਟ 'ਤੇ ਨਹੀਂ ਚੜ੍ਹਦਾ। 8ਵੀਂ ਮੰਜ਼ਿਲ 'ਤੇ ਵੀ ਮੈਂ ਤੁਰ ਕੇ ਹੀ ਉੱਪਰ ਜਾਂਦਾ। ਪੈਦਲ ਵੀ ਤੁਰਨਾ ਪੈਂਦਾ। ਅਨੇਕਾਂ ਦਫ਼ਤਰਾਂ ਨੂੰ ਜਾਣਾ ਪੈਂਦਾ। ਕਈ ਵਾਰ ਪੌੜੀਆਂ ਚੜ੍ਹਨੀਆਂ ਪਿਆ ਕਰਦੀਆਂ ਹਨ। ਫਿਰ ਮੈਨੂੰ ਸਵੇਰ ਵੇਲੇ ਤੇ ਸ਼ਾਮ ਨੂੰ 10 ਵਜੇ ਤੱਕ ਸੰਗਤ ਦੀ ਨਿਗਾਹ ਵਿੱਚ ਹੋ ਕੇ ਬੈਠਣਾ ਪੈਂਦਾ। ਸੰਗਤ ਮੈਨੂੰ ਦੇਖ ਕੇ ਪੈਸੇ ਦਿੰਦੀ ਹੈ ਕਿਉਂਕਿ ਮੇਰਾ ਪੜਾਓ ਸਦਾ ਗੁਰਦੁਆਰਿਆਂ ਵਿੱਚ ਹੀ ਹੁੰਦਾ। 22 ਸੈਕਟਰ ਦਾ 19 ਸੈਕਟਰ ਦਾ ਗੁਰਦੁਆਰਾ। 81 ਸਾਲ ਦੀ ਉਮਰ ਵਿੱਚ ਸਾਰੇ ਦਿਨ ਦੀ ਥਕਾਵਟ ਹੁੰਦਿਆਂ ਰਾਤ ਨੂੰ 10 ਮਿੰਟਾਂ ਮਗਰੋਂ ਉੱਠ ਕੇ ਕੰਮ ਕਰਨਾ ਸੁਖਾਲਾ ਨਹੀਂ ਸੀ। ਮੈਨੂੰ ਪਤਾ ਨਹੀਂ 3-4 ਘੰਟਿਆਂ 'ਚ 25 ਵਾਰ ਉੱਠਣਾ ਪਿਆ ਸੀ ਜਾਂ ਵਧੇਰੇ ਵਾਰੀ। ਓੜਕ ਜਦ ਮੈਂ ਬਿਲਕੁਲ ਥੱਕ ਗਿਆ ਸਾਂ ਤਾਂ ਸੇਵਾਦਾਰ ਨੂੰ ਜਗਾਇਆ ਤਾਂ ਜੋ ਲੂਲੇ ਨੂੰ ਸੰਭਾਲੇ। ਮੈਂ ਸਾਰਾ ਦਿਨ ਥੱਕ ਕੇ ਸੌਂਦਾ। ਮੇਰੇ ਅੰਦਰ ਇਹ ਹਿੰਮਤ ਨਹੀਂ ਰਹਿ ਜਾਂਦੀ ਕਿ ਰਾਤ ਨੂੰ ਜਾਗਦਾ ਰਹਾਂ ਤੇ ਵੇਖਦਾ ਰਹਾਂ ਕਿ ਲੂਲੇ ਤੇ ਪਾਗਲ ਬੱਚਿਆਂ ਦੀ ਸੰਭਾਲ ਰਾਤ ਦੇ ਵੇਲੇ ਪੂਰੀ ਹੋ ਰਹੀ ਹੈ ਜਾਂ ਨਹੀਂ। ਮੈਂ ਸੋਚਦਾ ਰਹਿੰਦਾ ਸਾਂ, ਜਿਸ ਢੰਗ ਨਾਲ ਮੈਂ ਲੂਲੇ ਨੂੰ ਸਾਂਭਿਆ, ਇਸ ਤਰ੍ਹਾਂ ਸੰਸਥਾਵਾਂ ਵਿੱਚ ਤਾਂ ਲੂਲੇ ਬੱਚੇ ਨਹੀਂ ਸਾਂਭੇ ਜਾ ਸਕਦੇ। ਇਸ ਲਈ ਮੈਂ ਪਿੰਗਲਵਾੜਾ ਬਣਾ ਕੇ ਗਲਤੀ ਤਾਂ ਨਹੀਂ ਕੀਤੀ। ਹੁਣ ਲਾਵਾਰਸ ਲੂਲੇ ਬੱਚੇ ਪਿੰਗਲਵਾੜੇ ਪਹੁੰਚਾ ਦਿੱਤੇ ਜਾਂਦੇ ਹਨ ਤੇ ਜੇ ਕਿਤੇ ਸੰਨ 1934 'ਚ ਉਸ ਸਮੇਂ ਲੂਲੇ ਬੱਚਿਆਂ ਨੂੰ ਸਾਂਭਣ ਵਾਲੀ ਕੋਈ ਸੰਸਥਾ ਪੰਜਾਬ 'ਚ ਬਣੀ ਹੁੰਦੀ ਤਾਂ ਮੈਂ ਲੂਲੇ ਨੂੰ ਉਸ ਵੇਲੇ ਸੰਸਥਾ 'ਚ ਦਾਖਲ ਕਰਾ ਦੇਣਾ ਸੀ, ਕਿਉਂਕਿ ਉਸ ਵੇਲੇ ਲੂਲੇ ਨਾਲ ਮੇਰਾ ਕੋਈ ਪਿਆਰ ਨਹੀਂ ਸੀ ਪਿਆ, ਜਿਹੜਾ ਹੁਣ ਪਿਓ ਪੁੱਤਰ ਵਾਲਾ ਪਿਆਰ ਬਣਿਆ ਹੋਇਆ। ਮੈਂ ਲੂਲੇ ਨੂੰ 14 ਸਾਲ ਦਾ ਸਮਾਂ ਪਿੱਠ 'ਤੇ ਚੁੱਕੀ ਫਿਰਿਆ। ਫਿਰ ਲੂਲੇ ਦਾ ਮਨ ਬੱਚਿਆਂ ਵਾਲਾ ਹੈ, ਉਹ ਰੌਣਕ ਚਾਹੁੰਦਾ ਹੈ। ਉਹ ਸਾਰੇ ਸੁੱਖ ਸੰਸਥਾਵਾਂ ਵਿੱਚ ਨਹੀਂ ਮਿਲ ਸਕਦੇ। ਮੈਂ ਤਾਂ ਉਹਨੂੰ ਰੌਣਕਾਂ 'ਚ ਰੱਖਿਆ, ਉਹਨੂੰ ਬਾਲਾਂ ਵਾਂਗ ਖਿਡਾ ਕੇ ਹਰ ਵੇਲੇ ਉਹਦਾ ਮਨ ਪਰਚਾਇਆ। ਉਹਦੇ ਦਿਮਾਗ ਦਾ ਵਿਕਾਸ 5 ਸਾਲਾਂ ਦੇ ਬੱਚੇ ਤੋਂ ਵੱਧ ਨਹੀਂ ਹੋ ਸਕਿਆ। ਪਰ ਮੈਂ ਇੱਕ ਹੈਰਾਨੀ ਦੀ ਗੱਲ ਦੇਖੀ ਹੈ ਕਿ ਪਿੰਗਲਵਾੜੇ 'ਚ ਇੱਕ ਜਵਾਨ ਇਸਤਰੀ ਹੈ
ਜਿਹਦੀ ਉਮਰ 25 ਸਾਲ ਦੀ ਹੋਏਗੀ, ਉਹ ਗੂੰਗੀ ਹੈ। ਪਿੰਗਲਵਾੜੇ 'ਚ ਉਹਨੂੰ ਆਈ ਨੂੰ 3 ਕੁ ਸਾਲਾਂ ਦਾ ਸਮਾਂ ਹੋ ਗਿਆ। ਉਹ ਗਰਭਵਤੀ ਆਈ ਸੀ। ਉਹਨੇ ਇੱਕ ਕੁੜੀ ਨੂੰ ਜਨਮ ਦਿੱਤਾ ਸੀ। ਉਹ ਕੁੜੀ 3 ਸਾਲਾਂ ਦੀ ਹੋ ਕੇ ਮਰ ਗਈ ਸੀ। ਹੁਣ ਉਹ 3 ਲਾਵਾਰਸ ਲੂਲੇ ਬੱਚਿਆਂ ਨੂੰ ਸਾਂਭਦੀ ਹੈ ਤੇ ਪੂਰੇ ਮਾਂ ਵਾਲੇ ਪਿਆਰ ਨਾਲ ਉਹਨਾਂ ਨੂੰ ਲੰਮੇ ਪਿਆਂ ਨੂੰ ਉਹ ਰੋਟੀ ਖਵਾਉਂਦੀ ਹੈ। ਉਹ ਰੋਟੀ ਉਹਨਾਂ ਦੇ ਮੂੰਹ 'ਚ ਪਾਉਂਦੀ ਹੈ। ਉਹ ਉਹਨਾਂ ਨੂੰ ਪੂਰੀ ਰੀਝ ਨਾਲ ਸਾਫ਼ ਸੁਥਰੇ ਰੱਖਦੀ ਹੈ। ਉਹਨਾਂ ਬੱਚਿਆਂ ਦੀ ਸੇਵਾ ਕਰਕੇ ਉਹ ਆਪਣੇ ਮਾਂ ਵਾਲੇ ਹਿਰਦੇ ਦੀ ਤ੍ਰਿਪਤੀ ਕਰਦੀ ਹੈ। ਤਨਖਾਹ ਲੈਣ ਵਾਲੀਆਂ ਸੇਵਾਦਾਰਨੀਆਂ ਉਸ ਜਜ਼ਬੇ ਨਾਲ ਉਹਨਾਂ ਬੱਚਿਆਂ ਦੀ ਸੇਵਾ ਨਹੀਂ ਕਰਦੀਆਂ। ਉਹ ਉਹਨਾਂ ਲੂਲੇ ਬੱਚਿਆਂ ਨੂੰ ਉਸ ਵੇਲੇ ਤੋਂ ਸਾਂਭਦੀ ਸੀ ਜਦ ਉਹਦੀ ਕੁੜੀ ਜਿਉਂਦੀ ਸੀ। ਵਾਹਿਗੁਰੂ ਨੇ ਕੈਸਾ ਮੇਲ ਦਿੱਤਾ ਹੈ। ਹੁਣ ਉਹਨੂੰ 60 ਰੁਪਏ ਮਹੀਨਾ ਮਿਲਦੇ ਹਨ, ਪਰ ਉਹਨੇ ਉਹ ਪੈਸੇ ਕਿਸ ਨੂੰ ਦੇਣੇ ਹਨ? ਉਹਨਾਂ ਪੈਸਿਆਂ ਨੂੰ ਉਹਨਾਂ ਬੱਚਿਆਂ 'ਤੇ ਖਰਚ ਕਰ ਦਿੰਦੀ ਹੈ। ਭਾਵੇਂ ਉਹ ਜਵਾਨ ਹੈ, ਪਰ ਉਹਨੂੰ ਵਿਆਹ ਦਾ ਖਿਆਲ ਆ ਸਕਦਾ ਹੀ ਨਹੀਂ, ਕਿਉਂਕਿ ਉਹ ਆਪ ਮਨ ਦੀ ਬਾਲ ਅਵਸਥਾ ਵਿੱਚ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੀਂ। ਸੰਨ 1971 ਦੇ ਮਹੀਨਾ ਜਨਵਰੀ ਦੀ 18 ਤਰੀਕ ਵਾਲੇ ਦਿਨ ਇਹ ਲੇਖ ਲਿਖਾਉਂਦਿਆਂ ਹੋਇਆਂ ਮੈਨੂੰ ਵੈਰਾਗ 'ਚ ਇੰਨਾ ਰੋਣਾ ਆਇਆ ਕਿ ਥੰਮਦਾ ਹੀ ਨਹੀਂ ਸੀ। ਮੇਰੀ ਨਿਗਾਹ ਉਸ ਵੇਲੇ ਲੂਲੇ ਦੀ ਮੇਰੀ 37 ਸਾਲ ਦੀ ਸੇਵਾ ਵੱਲ ਲੱਗੀ ਹੋਈ ਸੀ, ਜਿਹਨੇ ਮੈਨੂੰ ਸੇਵਾ ਦੀਆਂ ਕਈ ਮੰਜ਼ਿਲਾਂ 'ਚੋਂ ਲੰਘਾਇਆ। ਇਹ ਸੇਵਾ ਗੁਰਦੁਆਰਾ ਡੇਰਾ ਸਾਹਿਬ ਤੋਂ ਆਰੰਭ ਹੋਈ, ਜਿੱਥੇ ਮੈਨੂੰ ਰਹਿਣ ਲਈ ਕੋਈ ਕਮਰਾ ਵੀ ਨਹੀਂ ਮਿਲ ਸਕਿਆ ਸੀ। ਮੈਂ ਇਸ ਲੂਲੇ ਨੂੰ 13 ਸਾਲ ਤੱਕ ਇੱਕ ਟੀਨ ਦੇ ਛੱਪਰ ਹੇਠਾਂ ਹੀ ਪਾਲਿਆ ਸੀ, ਜਿਸ ਦੇ ਤਿੰਨਾਂ ਪਾਸਿਆਂ 'ਤੇ ਕੋਈ ਓਟ ਨਹੀਂ ਸੀ। ਮੈਂ ਸਰਦੀਆਂ ਦੇ ਦਿਨਾਂ 'ਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਹੇਠਲੇ ਭੋਰੇ 'ਚ ਸੋਇਆ ਕਰਦਾ ਸਾਂ। ਉੱਥੇ ਰਾਤ ਵੇਲੇ 79 ਜਾਂ 80 ਮੁਸਾਫਿਰ ਵੀ ਪਏ ਹੁੰਦੇ ਸਨ। ਭੋਰੇ ਦਾ ਕੇਵਲ ਇੱਕ ਹੀ ਬੂਹਾ ਸੀ ਤੇ ਮੈਂ ਉਸ ਬੂਹੇ ਦੇ ਨਾਲ ਹੀ ਸੋਇਆ ਕਰਦਾ ਸਾਂ, ਤਾਂ ਜੋ ਲੂਲੇ ਨੂੰ ਟੱਟੀ ਪਿਸ਼ਾਬ ਆਉਣ ਉੱਤੇ ਮੈਂ ਉਹਨੂੰ ਆਸਾਨੀ ਨਾਲ ਤੇ ਛੇਤੀ ਬਾਹਰ ਲਿਜਾ ਸਕਾਂ। ਜਦ ਬੂਹੇ ਥਾਣੀ ਲੋਕ ਭੋਰੇ 'ਚੋਂ ਨਿਕਲਦੇ ਜਾਂ ਵੜਦੇ ਤਾਂ ਉਹਨਾਂ ਦੇ ਪੈਰ ਮੇਰੇ ਬਿਸਤਰੇ ਦੇ ਕੁਝ ਹਿੱਸੇ ਤੋਂ ਲੰਘਦੇ ਹੀ ਸਨ। ਭੋਰਾ ਇੱਕ ਚੌਗਿਰਦੇ ਦੀ ਚੌਰਸ ਫਿਰਨੀ ਸੀ, ਜਿਹਦੀ ਚੌੜਾਈ ਇੱਕ ਸਧਾਰਨ ਬਰਾਂਡੇ ਜਿੰਨੀ ਹੋਣੀ ਹੈ। ਜਦ ਰਾਤ ਇਉਂ ਨਿਕਲ ਜਾਂਦੀ ਸੀ ਤਾਂ ਦਿਨ ਚੜ੍ਹੇ ਬੇਘਰ ਮੰਗਤਿਆਂ ਵਾਂਗ ਮੈਂ ਮੁਸਾਫਰਖਾਨੇ 'ਚੋਂ ਆਪਣਾ ਬਿਸਤਰਾ ਚੁੱਕ ਕੇ ਬਾਈਸਾਈਕਲ ਦੇ ਵਲਗਣ ਵਾਲੇ ਟੀਨ ਦੇ ਛਤਨੇ ਹੇਠ ਆ ਜਾਇਆ ਕਰਦਾ ਸਾਂ, ਜਿੱਥੇ ਮੈਂ ਸਵੇਰੇ ਤੇ ਸ਼ਾਮ ਕੁਝ ਘੰਟਿਆਂ ਲਈ ਸੰਗਤਾਂ ਦੇ ਬਾਈਸਾਈਕਲਾਂ ਦੀ ਰਾਖੀ ਕਰਨੀ ਹੁੰਦੀ ਸੀ। ਅਜਿਹੀ ਹਾਲਤ ਵਿੱਚੋਂ ਲੰਘਦਿਆਂ ਹੋਇਆਂ ਵੀ ਮੈਂ ਡੋਲਦਾ ਨਹੀਂ ਸਾਂ। ਗੁਰਬਾਣੀ ਤੋਂ ਮੈਨੂੰ ਪ੍ਰੇਰਨਾ ਮਿਲਦੀ ਰਹਿੰਦੀ ਸੀ। ਮਸਲਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸ਼ਬਦ ਮੇਰਾ ਸਹਾਰਾ ਬਣ ਜਾਂਦਾ ਸੀ। ਬਸਤਾ ਟੂਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਣ, ਕਿਛ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ, ਪ੍ਰਭ ਹੋਈ ਸੁਪਰਸੰਨ। ਅਰਥਾਤ ਜੇ ਕੋਈ ਮਨੁੱਖ ਟੁੱਟੀ ਭੱਜੀ ਝੌਂਪੜੀ 'ਚ ਰਹਿੰਦਾ ਹੋਵੇ, ਉਹਦੇ ਕੱਪੜੇ ਪਾਟੇ ਪੁਰਾਣੇ ਹੋਣ, ਉਹਦੀ ਜ਼ਾਤ ਨੀਵੀਂ ਹੋਵੇ, ਉਹਦੀ ਕੋਈ ਇੱਜ਼ਤ ਆਬਰੂ ਵੀ ਨਾ ਹੋਵੇ, ਧਨ ਰੂਪ ਤੋਂ ਖਾਲੀ ਹੋਵੇ, ਉਹਦਾ ਨਾ ਕੋਈ ਦੋਸਤ ਨਾ ਪਿਆਰਾ ਹੋਵੇ, ਤਾਂ ਉਹਦਾ ਸਾਕ ਸੈਨ ਵੀ ਕੋਈ ਨਾ ਬਣਦਾ ਹੋਵੇ, ਪਰ ਉਹਨੂੰ ਸਾਰੀ ਦੁਨੀਆ ਦਾ ਰਾਜਾ ਸਮਝੋ ਜੇ ਉਹਦਾ ਮਨ ਹਰੀ ਦੇ ਪ੍ਰੇਮ 'ਚ ਭਿੱਜਿਆ ਹੋਇਆ। ਉਹਦੀ ਚਰਨ ਧੂੜੀ ਨਾਲ ਹੀ ਮਨ 'ਚ ਉਧਾਰ ਹੋ ਜਾਂਦਾ ਹੈ, ਕਿਉਂਕਿ ਉਹ ਹਰੀ ਦੀ ਪ੍ਰਸੰਨਤਾ ਪ੍ਰਾਪਤ ਕਰ ਚੁੱਕਿਆ। ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਤੋਂ ਵੀ ਮੈਂ ਪ੍ਰੇਰਨਾ ਲੈਂਦਾ ਰਿਹਾ, ਜੋ ਇੱਕ ਝੁੱਗੀ 'ਚ ਹੀ ਰਹਿੰਦੇ ਸਨ, ਜਿਹਦੇ ਬਾਹਰ ਲੱਕੜ ਦੇ ਬੈਂਚ ਉੱਤੇ ਹਰ ਵੇਲੇ 4-5 ਅਪਾਹਜ ਬੈਠੇ ਹੁੰਦੇ ਸਨ। ਹਜ਼ਰਤ ਸਾਹਿਬ ਅਪਾਹਜਾਂ ਦੇ ਨਾਲ ਹੀ ਬੈਠ ਕੇ ਰੋਟੀ ਖਾਇਆ ਕਰਦੇ ਸਨ। ਗੁਰਦੁਆਰੇ ਵਿੱਚ ਜਿਹੜੇ ਗਰੀਬ ਜਾਂ ਲਾਵਾਰਸ ਰੋਗੀ ਅਪਾਹਜ ਮੁਸਾਫਰੀ ਦੀ ਹਾਲਤ 'ਚ ਪੁੱਜਦੇ ਸਨ, ਉਹਨਾਂ ਦੀ ਪੁੱਛ ਮੇਰੇ ਬਿਨਾਂ ਕੋਈ ਨਹੀਂ ਸੀ ਕਰਦਾ, ਤੇ ਇਸ ਲਈ ਉਹ ਸਦਾ ਮੇਰੇ ਪਾਸ ਝੁੱਗੀ ਦੇ ਲਾਗੇ ਬੈਠੇ ਰਿਹਾ ਕਰਦੇ। ਰੋਗੀਆਂ ਤੇ ਅਪਾਹਜਾਂ ਦੀ ਸੇਵਾ ਸੰਭਾਲ ਦਾ ਕਾਰਜ ਮੇਰਾ ਨਿੱਜੀ, ਆਪਣੇ ਇਕੱਲੇ ਦੇ ਚਾਅ ਦਾ ਕਾਰਜ ਸੀ, ਜਿਸ ਨੂੰ ਮੈਂ ਆਪਣੀ ਤਨਖਾਹ ਤੋਂ ਬਿਨਾਂ ਸੁਤੰਤਰ ਜੀਵਨ ਦੇ ਵਿਹਾਰ ਦੇ ਤੌਰ 'ਤੇ ਚੁੱਕਿਆ ਹੋਇਆ ਸੀ। ਉਹਨਾਂ ਨੂੰ ਦੇਖ ਕੇ ਮੈਨੂੰ ਹਜ਼ਰਤ ਮੁਹੰਮਦ ਸਾਹਿਬ ਯਾਦ ਆ ਜਾਂਦੇ ਸਨ ਤੇ ਮੇਰੇ ਅੰਦਰ ਸੇਵਾ ਦਾ ਭਾਵ ਹੋਰ ਬੜਾ ਤਕੜਾ ਹੋ ਜਾਂਦਾ ਸੀ। ਸਿੱਟਾ ਇਹ ਹੋਇਆ ਸੀ ਕਿ ਗੁਰਦੁਆਰਾ ਡੇਰਾ ਸਾਹਿਬ ਦੀ ਛਤਰ ਛਾਇਆ ਹੇਠ ਪ੍ਰਾਣੀ ਮਾਤਰ ਦੀ ਸੇਵਾ ਕਰਦਿਆਂ ਮੇਰੇ ਜੀਵਨ ਵਿੱਚ ਇੱਕ ਮਸਤੀ ਆ ਗਈ ਸੀ, ਜਿਹਨੂੰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸ਼ਬਦ ਨਾਲ ਹੀ ਬਿਆਨ ਕਰ ਸਕਦਾ। ਆਜ ਹਮਾਰੇ ਬਨੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ, ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਤਲਾਲ ਦੇ। ਮੈਂ ਗੁਰਦੁਆਰੇ ਅੰਦਰ ਰਾਗੀ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਸ਼ਬਦ ਦਾ ਕੀਰਤਨ ਕਰਦਿਆਂ ਵੀ ਕਦੇ-ਕਦੇ ਸੁਣਦਾ ਸਾਂ। ਮਾਣ ਮੋਹ ਅਰ ਲੋਭ ਵਿਕਾਰਾ, ਬਿਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਰ ਬਣਜੇ, ਲਾਦ ਵਖਰ ਲੈ ਚਾਲਿਓ,
सेवक की ओढ़क निभही प्रीत, जीवत साहिब सेवियो अपना, चलते राख्यो चीत रहो, जैसी आज्ञा कीनी ठाकुर, तिसते मुख नहीं मोरियो, सहज आनंद रखियो गृह भीतर, उठ उआहू को दौड़ियो, आज्ञा में भूख सोई कर सूखा, सोग हरख नहीं जानियो, जो जो हुक्म भयो साहिब का, सो माथै ले मानियो। भयो कृपाल ठाकर सेवक को, सवरे हलत पलाता, धन सेवक सफल ओ आया, जिन नानक खसम पछाता। ਅਰਥਾਤ ਹਰੀ ਦਾ ਸੇਵਕ ਆਪਣੇ ਮਨ ਅੰਦਰ ਮਾਣ, ਮੋਹ, ਲੋਭ ਤੇ ਹੋਰ ਵਿਕਾਰਾਂ ਨੂੰ ਦਾਖਲ ਨਹੀਂ ਹੋਣ ਦਿੰਦਾ। ਉਹ ਹਰੀ ਦੇ ਪ੍ਰੇਮ ਤੋਂ ਬਿਨਾਂ ਕਿਸੇ ਹੋਰ ਨੂੰ ਮਨ 'ਚ ਥਾਂ ਨਹੀਂ ਦਿੰਦਾ। ਉਹ ਕੇਵਲ ਹਰੀ ਦੇ ਨਾਮ ਤੇ ਹਰੀ ਦੇ ਗੁਣਾਂ ਰੂਪੀ ਰਤਨਾਂ ਦਾ ਖਰੀਦਦਾਰ ਹੈ ਤੇ ਇਹੋ ਸਮੱਗਰੀ ਉਹ ਲੱਦ ਕੇ ਆਪਣੇ ਨਾਲ ਲੈ ਚੱਲਿਆ। ਸੇਵਕ ਦੀ ਪ੍ਰੀਤ ਅੰਤ ਤੱਕ ਨਿਭ ਗਈ ਹੈ। ਸਾਰੀ ਉਮਰ ਹੀ ਉਹਨੇ ਸਾਹਿਬ ਦੀ ਸੇਵਾ ਕੀਤੀ ਹੈ ਤੇ ਸੰਸਾਰ ਤੋਂ ਜਾਣ ਵੇਲੇ ਵੀ ਉਹਨੇ ਸਾਹਿਬ ਨੂੰ ਹੀ ਦਿਲ 'ਚ ਰੱਖਿਆ। ਜੋ ਹੁਕਮ ਵੀ ਸਾਹਿਬ ਨੇ ਦਿੱਤਾ ਉਸ ਤੋਂ ਉਸਨੇ ਕਦੇ ਮੂੰਹ ਨਹੀਂ ਮੋੜਿਆ। ਜੇ ਸਾਹਿਬ ਨੇ ਘਰ ਰੱਖਿਆ ਤਾਂ ਉੱਥੇ ਪੂਰਨ ਆਨੰਦ ਜਾਤਾ ਹੈ ਤੇ ਜੇ ਉਸ ਆਖਿਆ ਉੱਠੋ ਤਾਂ ਉੱਥੋਂ ਤੁਰੰਤ ਦੌੜ ਪਿਆ। ਜੇ ਉਹਦੇ ਹੁਕਮ 'ਚ ਭੁੱਖੇ ਰਹਿਣਾ ਪਿਆ ਤਾਂ ਇਸੇ ਨੂੰ ਸੁੱਖ ਸਮਝਿਆ। ਉਹ ਖੁਸ਼ੀ ਤੇ ਗਮੀ ਦੋਹਾਂ ਤੋਂ ਉੱਤੇ ਰਿਹਾ। ਜੋ ਹੁਕਮ ਵੀ ਉਹਨੂੰ ਸਾਹਿਬ ਵੱਲੋਂ ਹੋਇਆ ਉਹਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ। ਤਾਂ ਹੀ ਉਹ ਠਾਕੁਰ ਸਾਹਿਬ ਸੇਵਕ ਤੇ ਪ੍ਰਸੰਨ ਹੋਇਆ ਹੈ ਤੇ ਸੇਵਕ ਦੇ ਲੋਕ ਪਰਲੋਕ ਦੋਵੇਂ ਸਵਰ ਗਏ ਹਨ। ਧੰਨ ਹੈ ਭਰਾਓ ਐਸਾ ਸੇਵਕ ਤੇ ਸਫਲ ਹੈ ਉਹਦਾ ਸੰਸਾਰ ਚੋਣਾ, ਜਿਹਨੇ ਆਪਣੇ ਸਾਹਿਬ ਨੂੰ ਪਛਾਣ ਲਿਆ। ਇਸ ਸ਼ਬਦ ਨੂੰ ਸੁਣਦਾ ਹੋਇਆ ਮੈਂ ਉਸ ਸਮੇਂ ਸਾਰੀ ਉਮਰ ਸੇਵਾ ਦੇ ਮੈਦਾਨ 'ਚ ਨਿਭਾਉਣ ਦੀ ਪ੍ਰਤਿਗਿਆ ਨੂੰ ਵਧੇਰੇ ਮਜ਼ਬੂਤ ਬਣਾਉਂਦਾ ਸਾਂ। ਮੈਂ ਰੱਬ ਦਾ ਧੰਨਵਾਦੀ ਹੋ ਜਾਂਦਾ ਸਾਂ ਕਿ ਉਹਨੇ ਮੇਰਾ ਸਬੰਧ ਚੜ੍ਹਦੀ ਜਵਾਨੀ 'ਚ ਇੱਕ ਐਸੀ ਧਾਰਮਿਕ ਸੰਸਥਾ ਨਾਲ ਜੋੜਿਆ ਸੀ ਜੋ ਮੈਨੂੰ ਆਪਣੀ ਮਾਂ ਨਾਲ ਕੀਤਾ ਹੋਇਆ ਉਹ ਪ੍ਰਣ ਸਫਲਤਾ ਨਾਲ ਨਿਭਾਉਣ ਦਾ ਚੇਤਾ ਕਰਾਉਂਦੀ ਰਹਿੰਦੀ ਸੀ, ਜਿਸ ਵਿੱਚ ਮੈਂ ਆਖਿਆ ਸੀ ਕਿ ਮੈਂ ਸਾਰੀ ਉਮਰ ਕੁਆਰਾ ਰਹਿੰਦਿਆਂ ਹੋਇਆ ਨਿਸ਼ਕਾਮ ਸੇਵਾ ਦਾ ਪਵਿੱਤਰ ਜੀਵਨ ਬਿਤਾਉਣਾ। ਮੈਂ ਲੂਲੇ ਦੀ ਸੇਵਾ ਲਈ ਰੱਬ ਦਾ ਕਿਹਨਾਂ ਸ਼ਬਦਾਂ ਨਾਲ ਧੰਨਵਾਦ ਕਰਾਂ, ਜਿਸ ਦੇ ਕਾਰਨ ਮੈਨੂੰ ਅਨੇਕ ਪ੍ਰਕਾਰ ਦੀਆਂ ਬਰਕਤਾਂ ਪ੍ਰਾਪਤ ਹੋ ਰਹੀਆਂ ਹਨ, ਜਿਨ੍ਹਾਂ ਦੇ ਧਿਆਨ ਨਾਲ ਮੇਰੇ ਹਿਰਦੇ 'ਚ ਪੈਦਾ ਹੋਣ ਵਾਲੇ ਧੰਨਵਾਦ ਦੇ ਜਜ਼ਬੇ ਤੋਂ ਹੰਝੂਆਂ ਦੀਆਂ ਐਸੀਆਂ ਝੜੀਆਂ ਲੱਗ ਰਹੀਆਂ ਹਨ ਜੋ ਰੱਬ ਦੇ ਗਲੇ ਦਾ ਹਾਰ ਬਣਦੀਆਂ ਹਨ। Children live probably in the present. ਬੱਚਿਆਂ ਦਾ ਮਨ ਸਦਾ ਲੰਘ ਰਹੇ ਸਮੇਂ 'ਚ ਹੀ ਹੁੰਦਾ ਹੈ। ਉਸ ਨੂੰ ਖੁਸ਼ ਰੱਖਿਆ ਜਾ ਸਕਦਾ ਜਾਂ ਦੁਖੀ, ਉਹ ਦੁਖੀ ਹੈ ਜਾਂ ਉਦਾਸ। ਆਪਣੀ ਉਸ ਉਦਾਸੀ ਨੂੰ ਕਿਸੇ ਪਿਆਰੀ ਘਟਨਾ, ਪਿਆਰੀ ਵਸਤੂ ਜਾਂ ਪਿਆਰ ਭਰੇ ਸ਼ਬਦਾਂ ਨੂੰ ਯਾਦ ਕਰਕੇ ਘਟਾ ਨਹੀਂ ਸਕਦਾ ਤੇ ਨਾ ਭੁਲਾ ਸਕਦਾ, ਕਿਉਂਕਿ ਉਹਨੇ ਆਪਣਾ ਜੀਵਨ ਆਰੰਭ ਨਹੀਂ ਕੀਤਾ ਹੁੰਦਾ ਤੇ ਅਜੇ ਉਹਦੇ ਮਨ 'ਚ ਉਹਦੀਆਂ ਯਾਦਾਂ ਬਣੀਆਂ ਨਹੀਂ ਹੁੰਦੀਆਂ। ਉਹ ਆਪਣੀ ਲੰਘ ਰਹੇ ਸਮੇਂ 'ਚ ਹੋ ਰਹੇ ਕਿਸੇ ਕੰਮ ਦੇ ਆਧਾਰ ਤੇ ਚੰਗੇ ਦਿਨ ਆਉਣ ਦੀ ਆਸ ਵਿੱਚ ਆਉਣ ਵਾਲੀ ਖੁਸ਼ੀ ਨੂੰ ਚਿਤਵਨ ਕਰਕੇ ਆਪਣੇ ਗਮਾਂ ਨੂੰ ਘਟਾਉਣ ਦੀ ਕਲਪਨਾ ਨਹੀਂ ਕਰ ਸਕਦਾ, ਜਿਸ ਦੀ ਕਲਪਨਾ ਕਰਕੇ ਉਹ ਆਪਣੇ ਵਰਤਮਾਨ ਕਾਲ ਦੇ ਕਸ਼ਟਾਂ ਨੂੰ ਭੁਲਾ ਸਕੇ, ਕਿਉਂਕਿ ਉਹਦੀ ਬੁੱਧੀ ਦਾ ਇੰਨਾ ਵਿਕਾਸ ਨਹੀਂ ਹੋਇਆ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਕੋਈ ਸੁਹਾਵਣੇ ਨਕਸ਼ੇ ਉਹ ਆਪਣੇ ਮਨ ਵਿੱਚ ਬਣਾ ਸਕੇ। ਬੱਚੇ ਦੇ ਆਉਣ ਦੇ ਦਿਨਾਂ ਵਿੱਚ ਮੈਂ ਸਵੇਰੇ ਸ਼ਾਮ ਗੁਰਦੁਆਰਾ ਡੇਰਾ ਸਾਹਿਬ ਨੂੰ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੇ ਬਾਈਸਾਈਕਲਾਂ ਦੀ ਰਾਖੀ ਕਰਿਆ ਕਰਦਾ ਸਾਂ। ਲੂਲੇ ਬੱਚੇ ਨੂੰ ਸਰਦੀ ਤੋਂ ਬਚਾਉਣ ਲਈ ਮੈਂ ਸਾਈਕਲਾਂ ਵਾਲੇ ਜੰਗਲੇ ਦੇ ਟੀਨ ਦੇ ਛਤਨੇ ਦੇ ਆਲੇ ਦੁਆਲੇ ਸਿਰਕੀਆਂ ਦੀ ਕੰਧ ਬਣਾ ਕੇ ਝੁੱਗੀ ਬਣਾ ਲਈ ਸੀ। ਟੀਨ ਪੁਰਾਣੇ ਸਨ ਤੇ ਸਖਤ ਸਰਦੀ ਦੇ ਦਿਨਾਂ ਵਿੱਚ ਟੀਨ ਦੇ ਜੰਗਾਲ ਵਾਲਾ ਔਸ ਵਾਲਾ ਗੰਧਲਾ ਪਾਣੀ ਸਾਡੇ ਉੱਤੇ ਡਿੱਗਿਆ ਕਰਦਾ ਸੀ। ਉਹਨਾਂ ਦਿਨਾਂ 'ਚ ਗਵਰਨਮੈਂਟ ਕਾਲਜ ਦਾ BA ਆਨਰਸ ਦੀ ਜਮਾਤ ਦਾ ਇੱਕ ਸਿੱਖ ਵਿਦਿਆਰਥੀ ਅਤਰ ਸਿੰਘ ਗੁਰਦੁਆਰਾ ਡੇਰਾ ਸਾਹਿਬ ਸਾਈਕਲ ਤੇ ਮੱਥਾ ਟੇਕਣ ਆਉਂਦਾ ਹੁੰਦਾ ਸੀ। ਮੈਂ ਲੂਲੇ ਬੱਚੇ ਨੂੰ ਸਵੇਰੇ ਸ਼ਾਮ ਆਪਣੇ ਪੱਟਾਂ 'ਚ ਲਟਾ ਕੇ ਧਰਤੀ ਤੇ ਬੈਠਾ ਹੁੰਦਾ ਸਾਂ। ਉਸ ਵਿਦਿਆਰਥੀ ਨੇ ਲਾਵਾਰਸ ਬੱਚੇ ਨੂੰ ਮੇਰੀ ਗੋਦੀ 'ਚ ਦੇਖ ਕੇ ਮੈਨੂੰ ਦੱਸਿਆ ਕਿ ਸਾਡੀ ਜਮਾਤ ਨੂੰ ਇੱਕ ਅੰਗਰੇਜ਼ ਪ੍ਰੋਫੈਸਰ ਅੰਗਰੇਜ਼ੀ ਪੜ੍ਹਾਉਂਦਾ ਹੈ ਜਿਹਦਾ ਨਾਮ ਡਿਕਿੰਸਨ ਹੈ। ਡਿਕਿੰਸਨ ਨੇ ਇੱਕ ਦਿਨ ਜਮਾਤ ਨੂੰ ਕਵਿਤਾ ਪੜ੍ਹਾਉਂਦੇ ਹੋਏ ਨੇ ਸਾਨੂੰ ਹੇਠ ਲਿਖਿਆ ਪ੍ਰਸ਼ਨ ਪੁੱਛਿਆ ਸੀ। ਕੀਟਸ ਫਿਲਾਸਫਰ ਦੇ ਮਤ ਅਨੁਸਾਰ ਦੁਨੀਆ ਵਿੱਚ ਸਭ ਤੋਂ ਵੱਧ ਉਦਾਸ ਬੰਦਾ ਕੌਣ ਹੁੰਦਾ ਹੈ? Who is the saddest person on the earth on the basis of Keats' poetry? ਉਹਨੇ ਦੱਸਿਆ ਕਿ ਸਾਨੂੰ ਆਪਣੇ ਪ੍ਰਸ਼ਨ ਦਾ ਜੋ ਉੱਤਰ ਡਿਕਿੰਸਨ ਨੇ ਦਿੱਤਾ ਉਹ ਇਹ ਸੀ ਕਿ ਦੁਨੀਆ ਵਿੱਚ ਸਭ ਤੋਂ ਵੱਧ ਗਮ ਵਿੱਚ
ਉਹ ਬੱਚਾ ਹੁੰਦਾ ਜਿਹਨੂੰ ਕੋਈ ਹਸਾਵੇ ਖਿਡਾਵੇ ਨਾ। ਕੀਟਸ ਫਿਲਾਸਫਰ ਦਾ ਭਾਵ ਉਹਨਾਂ ਸ਼ਬਦਾਂ ਤੋਂ ਇਹ ਹੈ ਕਿ ਬੱਚੇ ਨੂੰ ਭਾਵੇਂ ਖਾਣ ਪੀਣ ਦੇ ਵੱਧ ਤੋਂ ਵੱਧ ਪਦਾਰਥ ਤੇ ਹੋਰ ਸਾਰੇ ਸੁੱਖ ਮਿਲ ਜਾਣ, ਪਰ ਉਹ ਉਦੋਂ ਤੱਕ ਆਪਣੀ ਉਦਾਸੀ ਨਹੀਂ ਛੱਡੇਗਾ ਜਦੋਂ ਤੱਕ ਉਹਨੂੰ ਹਸਾਵੇ ਖਿਡਾਵੇ ਕੋਈ ਨਾ। ਉਹ ਹੋਰ ਹਰੇਕ ਘਾਟ ਨੂੰ ਭੁਲਾ ਸਕੇਗਾ, ਪਰ ਹੱਸਣ ਖੇਡਣ ਦੀ ਦਿਲ ਪਰਚਾਵੇ ਦੀ ਘਾਟ ਨੂੰ ਨਹੀਂ ਜਰ ਸਕੇਗਾ। ਉਹਦੀ ਪ੍ਰਸੰਨਤਾ ਦਾ ਸਭ ਤੋਂ ਵੱਡਾ ਸਾਧਨ ਹੱਸਣਾ ਖੇਡਣਾ ਤੇ ਦਿਲ ਪਰਚਾਵਾ ਹੁੰਦਾ ਹੈ। ਮੈਂ ਲੂਲੇ ਨੂੰ ਇਕੱਲੇ ਨੇ ਪਾਲਿਆ। ਮੈਂ ਇਕੱਲਾ ਸੀ। ਮੈਂ ਜਿੱਥੇ ਜਾਂਦਾ ਸੀ ਲੂਲਾ ਮੇਰੀ ਪਿੱਠ ਉੱਤੇ ਹੁੰਦਾ ਸੀ ਜਾਂ ਮੇਰੀ ਗੋਦੀ ਵਿੱਚ। ਡੇਰਾ ਸਾਹਿਬ ਦੇ ਨਾਲ ਦੇ ਮੁਹੱਲੇ ਸ਼ਾਹੀ ਮਹੱਲੇ 'ਚ ਮੇਰਾ ਇੱਕ ਬੈਰਿਸਟਰ ਮਿੱਤਰ ਰਘੂਨਾਥ ਰਾਏ ਰਹਿੰਦਾ ਸੀ। ਉਹਨੇ ਇੱਕ ਦਿਨ ਮੈਨੂੰ ਕਿਹਾ ਕਿ ਪੂਰਨ ਸਿੰਘ, ਤੂੰ ਲੂਲੇ ਨੂੰ ਬਚਪਨ ਵਿੱਚ ਹੀ ਮਰਨ ਦੇਣਾ ਸੀ, ਕਿਉਂਕਿ ਓੜਕ ਇਹਨੇ ਮਰਨਾ ਤਾਂ ਸੰਭਾਲ ਤੋਂ ਬਿਨਾਂ ਰੁਲ ਰੁਲ ਕੇ ਹੀ ਹੈ। ਤੂੰ ਜਿੰਨਾ ਚਿਰ ਜਿਉਂਦਾ ਹੈ ਓਨਾ ਚਿਰ ਹੀ ਇਹਨੂੰ ਸੰਭਾਲ ਸਕੇਗਾ। ਤੇਰੇ ਪਿੱਛੋਂ ਇਹਨੂੰ ਕੌਣ ਸਾਂਭੇਗਾ? ਉਸ ਮਿੱਤਰ ਨੂੰ ਪਤਾ ਸੀ ਕਿ ਮੈਂ ਵੀ ਇਕੱਲਾ। ਉਹਨੇ ਕਿਹਾ, ਜੇ ਲੂਲਾ ਬਚਪਨ 'ਚ ਮਰ ਜਾਂਦਾ ਤਾਂ ਇਹਦੀ ਜਾਨ ਛੇਤੀ ਨਿਕਲ ਜਾਂਦੀ। ਵੱਡਾ ਹੋ ਕੇ ਮਰੇਗਾ ਤਾਂ ਜਾਨ ਔਖਿਆਈ ਨਾਲ ਨਿਕਲੇਗੀ। ਧੰਨਵਾਦ।